सतनाम वाहिगुरु साहिब जी। श्री नानक अंगद गुरु अमरदास पद बंद। रामदास अर्जन गुरु बर श्री हर गोबिंद। हरि राय हर कृष्ण गुर तेग बहादुर चंद। दसवें गोबिंद सिंह गुरु नमो चरण अरविंद। जिसमें है अमृत ज्ञान है माणक भगत बैराग। श्री गुरु ग्रंथ साहिब उदद बंदो कर अनुराग। श्री गुरु शब्द कमाए जिन जीते पंच विकार। इन संतन को बंदना सिर चरणन पर धार। एक ओंकारा सतगुरु ते प्रसाद सच होए। वाहिगुरु जी की फतेह विघ्न विनाशन सोए। एक ओंकारा सतगुरु ते प्रसाद सच होए। वाहिगुरु जी की फतेह विघ्न विनाशन सोए। सतनाम श्री वाहिगुरु साहिब जी। दोहरा इस प्रकार श्री सतगुरु बैठे सभा स्थान। वृंद सिख मिलकर तबै करी पुकार महान। इस प्रकार श्री सतगुरु वाहिगुरु जी का खालसा वाहिगुरु जी की फतेह। पदत पावन भगत वत्सल कृपा निधान। जुगो जुग अटल चवर छत्र तख्त दे मालक। धन धन सतगुरु श्री गुरु ग्रंथ साहिब महाराज दे परम पवित्र सत संगत हजूरी दे अंदर नावे पातशाह धन धन सतगुरु श्री गुरु तेग बहादुर साहिब महाराज जी दे महान पावन पवित्र भजन बंदगी तप अस्थान गुरुद्वारा श्री भोरा साहिब जी पातशाही नौवीं विखे दिन के चौथे पहर के समय दे सजे हुए दीवाना दे अंदर जुड़ मिल बैठे हाजरियां भर रहे गुरु प्यारी खालसा साध संगत जी वड्डे भाग हैं जो गुरु दरबारां दीयां हाजरियां भर के लाहा प्राप्त कर रहे हो। चल रही लड़ीवार गुरु इतिहास की कथा श्रवण करन हेतु एकाग्रता बख्शो। सारी ही संगत लवाओ हाजरी आखो सतनाम श्री वाहिगुरु साहिब जी। सतनाम श्री वाहिगुरु साहिब जी। दोहरा इस प्रकार श्री सतगुरु धन धन गुरु कलगीधर पातशाह जिन्हां दा कल आप जी ने प्रसंग श्रवण किया भी गुरु गोबिंद सिंह महाराज जी का सुभाव जिहड़ा सी निराला वेख के माता गुजरी जी ने कोई शंका किया चिंता की। महाराज नूं पुछया गरीब नवाज सतगुरु लोग गल्लां तरह तरह दियां करते हैं। कोई कहता महाराज ने जिदन दी चंडी सिद्ध की उदन दा असर हो गया। कोई कहता है भी चंडी सिद्ध नहीं कर सके वो उल्टा काम पै गया। कोई कहता पंडित भज गया सी विचों महाराज का तां इदां कारज अधूरा रह गया। साहिबा ने माता जी के पुछण ते बहुत दिनों तक वार वार गुरु साहिब को माता जी आउंदे रहे। सतगुरु साहिब ने एकांत विच खड़ के पासे गुज्जी गल माता जी ने दसी भी माता जी असल में केसो दास जिहड़ा पंडित है ना
ਇਹਨੇ ਤਾਂ ਪਖੰਡ ਹੀ ਕੀਤਾ ਹੈ। ਪਰ ਅਸੀਂ ਪਰਮੇਸ਼ਰ ਦੀ ਆਰਾਧਨਾ ਕਰਕੇ ਵਾਹਿਗੁਰੂ ਦੇ ਕੋਲੋਂ ਜ਼ਰੂਰ ਵਰ ਲਿਆ ਏ ਵੀ ਪੰਥ ਸਜੇਗਾ ਤੇ ਪੰਥ ਦੀ ਚੜ੍ਹਦੀ ਕਲਾ ਹੋਵੇਗੀ। ਇੱਦਾਂ ਦੇ ਬਚਨ ਬਿਲਾਸ ਮਹਾਰਾਜ ਜੀ ਨੇ ਮਾਤਾ ਗੁਜਰੀ ਜੀ ਨੂੰ ਦੱਸੇ। ਮਾਤਾ ਗੁਜਰੀ ਜੀ ਨੂੰ ਸ਼ਾਂਤੀ ਆਈ। ਇਸ ਪ੍ਰਕਾਰ ਸ੍ਰੀ ਸਤਿਗੁਰੂ ਇਸ ਤਰ੍ਹਾਂ ਕਹਿੰਦੇ ਗੁਰੂ ਕਲਗੀਧਰ ਮਹਾਰਾਜ ਆਪਣੀ ਸ੍ਰੀ ਮਾਤਾ ਗੁਜਰੀ ਜੀ ਦੇ ਨਾਲ ਬਚਨ ਬਿਲਾਸ ਕਰਨ ਤੋਂ ਬਾਅਦ ਬੈਠੇ ਸਭਾ ਸਥਾਨ, ਜਿੱਥੇ ਸਭਾ ਲੱਗੀ ਹੈ, ਜਿੱਥੇ ਦੀਵਾਨ ਸਜਿਆ ਏ, ਮਹਾਰਾਜ ਜੀ ਦੀਵਾਨ ਵਿੱਚ ਬੈਠੇ ਬਿਰਾਜਮਾਨ ਹੋ ਰਹੇ ਨੇ। ਬ੍ਰਿੰਦ ਸਿੱਖ ਮਿਲ ਕੈ ਤਬੈ, ਉਸ ਵੇਲੇ ਮਹਾਰਾਜ ਸਾਹਿਬ ਜੀ ਦੇ ਕੋਲ ਬਹੁਤ ਸਾਰੇ ਸਿੱਖ ਇਕੱਠੇ ਹੋ ਕੇ ਆ ਗਏ। ਜਿੱਥੇ ਦੀਵਾਨ ਦੇ ਵਿੱਚ ਮਹਾਰਾਜ ਜੀ ਬੈਠੇ ਸਨ, ਸਤਿਗੁਰਾਂ ਦੇ ਕੋਲ ਬਹੁਤੇ ਸਿੱਖਾਂ ਨੇ ਮਿਲ ਕਰਕੇ ਕਰੀ ਪੁਕਾਰ ਮਹਾਨ, ਬੜੀ ਤਗੜੀ ਪੁਕਾਰ ਕੀਤੀ। ਕਹਿਣ ਲੱਗੇ ਮਹਾਰਾਜ ਸਾਡੀ ਸਭ ਸਿੱਖਾਂ ਦੀ ਇੱਕ ਅਰਦਾਸ ਹੈ, ਇੱਕ ਬੇਨਤੀ ਹੈ, ਆਪ ਕਿਰਪਾ ਕਰਕੇ ਸਾਡੀ ਅਰਦਾਸ ਪੁਕਾਰ ਸੁਣੋ। ਨਿਸ਼ਾਨੀ ਛੰਦ ਗੁਰੂ ਗਰੀਬ ਨਿਵਾਜ ਪ੍ਰਭ। ਮਹਾਰਾਜ ਸਾਹਿਬ ਜੀ ਕਹਿਣ ਲੱਗੇ ਵੀ ਦੱਸੋ ਭਾਈ ਕੀ ਪੁਕਾਰ ਕਰਨਾ ਚਾਹੁੰਦੇ ਹੋ? ਤਾਂ ਸਾਰੇ ਸਿੱਖ ਕਹਿਣ ਲੱਗੇ ਹੇ ਗੁਰੂ ਗਰੀਬ ਨਿਵਾਜ, ਸਾਡੇ ਵਰਗੇ ਗਰੀਬਾਂ ਨੂੰ, ਨਿਮਾਣਿਆਂ ਨੂੰ, ਜਿਨ੍ਹਾਂ ਨੂੰ ਕੋਈ ਮਹਾਰਾਜ ਪੁੱਛਦਾ ਨਹੀਂ ਸੀ, ਉਹਨਾਂ ਨੂੰ ਨਿਵਾਜਣ ਵਾਲੇ, ਵਡਿਆਉਣ ਵਾਲੇ ਹੇ ਪ੍ਰਭੂ ਸਤਿਗੁਰੂ ਕਲਗੀਧਰ ਮਹਾਰਾਜ, ਕਿਰਪਾ ਨਿਧਾਨ, ਹੇ ਕਿਰਪਾ ਦੇ ਨਿਧਾਨ ਸਮੁੰਦਰ, ਕਿਰਪਾ ਦੇ ਖਜ਼ਾਨੇ ਗੁਰੂ ਗੋਬਿੰਦ ਸਿੰਘ ਜੀ। ਤਕਰਾਈ ਸੋ ਪ੍ਰਸਾਦ ਕੈ, ਪਾਤਸ਼ਾਹ ਜੀ ਆਪ ਜੀ ਨੇ ਨਾ ਲੰਗਰ ਦੇ ਵਿੱਚ ਬੜੀ ਤਕੜਾਈ ਕਰਾਈ ਹੈ ਵੀ ਲੰਗਰ ਦੇ ਵਿੱਚ ਕੋਈ ਵੀ ਜਿਹੜਾ ਆਇਆ ਹੈ ਉਹ ਭੁੱਖਾ ਨਹੀਂ ਜਾਣਾ ਚਾਹੀਦਾ। ਤੁਹਾਡਾ ਤੇ ਮਹਾਰਾਜ ਤਗੜਾ ਹੁਕਮ ਹੈ ਵੀ ਜਿਹੜਾ ਵੀ ਲੰਗਰ ਦੇ ਵਿੱਚ ਆਵੇ ਬਿਨਾਂ ਭੇਦ ਭਾਵ ਤੋਂ ਸਾਰਿਆਂ ਨੂੰ ਲੰਗਰ ਦੇਣਾ ਹੈ। ਸਭਨ ਹੀ ਜਾਣਾ, ਇਹ ਗੱਲ ਨੂੰ ਮਹਾਰਾਜ ਜੀ ਸਾਰਿਆਂ ਨੇ ਜਾਣਿਆ। ਸਭ ਨੂੰ ਪਤਾ ਹੈ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਹੈ ਵੀ ਜਿਹੜਾ ਵੀ ਕੋਈ ਲੰਗਰ ਵਿੱਚ ਆਵੇ ਊਚ ਨੀਚ ਉਹ ਕੋਈ ਛਕਣ ਤੋਂ ਬਗੈਰ ਨਾ ਜਾਵੇ। ਭਾਵੇਂ ਕਿ ਠੀਕ ਹੈ ਵੀ ਇਹ ਮਰਿਆਦਾ ਹੈ ਵੀ ਲੰਗਰ ਪਕਾ ਤੇ ਵਰਤਾ ਕੇਵਲ ਅੰਮ੍ਰਿਤਧਾਰੀ ਸਿੱਖ ਸਕਦਾ ਹੈ। ਲੰਗਰ ਪਕਾਉਣ ਦੀ ਸੇਵਾ ਵੀ ਅੰਮ੍ਰਿਤਧਾਰੀ ਹੀ ਕਰ ਸਕਦੇ ਨੇ ਤੇ ਲੰਗਰ ਵਰਤਾਉਣ ਦੀ ਸੇਵਾ ਵੀ ਤੇ ਪਕਾਉਣ ਦੀ ਸੇਵਾ ਅੰਮ੍ਰਿਤਧਾਰੀ ਸਿੱਖ ਕਰ ਸਕਦੇ ਨੇ। ਪਰ ਛਕ ਹਰ ਕੋਈ ਸਕਦਾ ਹੈ, ਛਕਣ ਤੋਂ ਨਹੀਂ ਕਿਸੇ ਨੂੰ ਰੋਕਿਆ ਜਾ ਸਕਦਾ ਕਿਉਂਕਿ ਇਹ ਮਰਿਆਦਾ ਹੈ ਪੰਥ ਦੀ। ਜੇ ਕੋਈ ਇਸ ਗੱਲ ਤੇ ਵੀ ਕਿੰਤੂ ਕਰੇ ਵੀ ਜੇ ਕਿਸੇ ਦੀ ਸ਼ਰਧਾ ਹੋਵੇ ਪਕਾਉਣ ਦੀ, ਵਰਤਾਉਣ ਦੀ, ਭਾਈ ਸ਼ਰਧਾ ਤੁਹਾਡੀ ਆਪਣੇ ਥਾਂ, ਪਰ ਪੰਥ ਦੀ ਮਰਿਆਦਾ ਏ ਅੰਮ੍ਰਿਤ ਛਕਾਉਣਾ ਹੀ ਨਹੀਂ ਸੀ ਮਹਾਰਾਜ ਨੇ। ਜੇ ਹਰ ਇੱਕ ਨੂੰ ਖੁੱਲ੍ਹ ਹੁੰਦੀ ਲੰਗਰ ਬਣਾਉਣ ਦੀ ਜਾਂ ਲੰਗਰ ਵਰਤਾਉਣ ਦੀ, ਫਿਰ ਅੰਮ੍ਰਿਤ ਛਕਾਉਣ ਦੀ ਵੀ ਕੀ ਲੋੜ ਹੈ? ਕਿਉਂਕਿ ਕਈ ਲੋਕ ਇਸ ਗੱਲ ਤੇ ਕਿੰਤੂ ਕਰਦੇ, ਕਹਿੰਦੇ ਲੈ ਜੀ ਇਹ ਤੇ ਸ਼ਰਧਾ ਹੈ ਜੀ, ਕਿਸੇ ਦੀ ਭਾਵਨਾ ਹੈ, ਜੇ ਕੋਈ ਪਕਾਉਣਾ ਜਾਂ ਵਰਤਾਉਣਾ ਚਾਹਵੇ ਉਹ ਤੇਰੀ ਭਾਵਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਰਿਆਦਾ ਤੋਂ ਵੱਡੀ ਨਹੀਂ ਹੈ। ਕਾਨੂੰਨ ਤੋਂ ਉੱਪਰ ਕਹਿ ਦਿੰਦੇ ਨਾ ਵੀ ਕੁਝ ਨਹੀਂ ਹੈ। ਭਾਵੇਂ ਕਿੱਡਾ ਵੀ ਕੋਈ ਵੱਡਾ ਅਫਸਰ ਹੋਵੇ ਕਹਿ ਦਿੰਦੇ ਵੀ ਸਭ ਕਾਨੂੰਨ ਤੋਂ ਥੱਲੇ ਨੇ। ਇਹ ਕਿੱਡਾ ਵੀ ਸ਼ਰਧਾਵਾਨ ਸਿੱਖ ਹੋਏ ਮਰਿਆਦਾ ਤੋਂ ਸਭ ਥੱਲੇ ਨੇ। ਇਹ ਕਰਕੇ ਸੰਗਤ ਜੀ ਇਹ ਗੱਲ ਪੱਲੇ ਬੰਨ ਲਓ ਵੀ ਲੰਗਰ ਪਕਾ ਤੇ ਵਰਤਾ ਕੇਵਲ ਅੰਮ੍ਰਿਤਧਾਰੀ ਸਿੱਖ ਹੀ ਛਕਦਾ ਹੈ। ਜੇ ਕੋਈ ਆਖੇ ਵੀ ਸਭ ਨੂੰ ਵਰਤਾਉਣ ਛਕਾਉਣ ਵਰਤਾਉਣ ਦੀ ਤੇ ਪਕਾਉਣ ਦੀ ਖੁੱਲ੍ਹ ਹੈ, ਫਿਰ ਅੰਮ੍ਰਿਤ ਖੰਡੇ ਬਾਟੇ ਦਾ ਬੰਦ ਕਰ ਦਿਓ, ਫਿਰ ਉਹ ਕਿਉਂ ਛਕਾਉਂਦੇ ਜੇ? ਫਿਰ ਉਹਦਾ ਕੀ ਫਰਕ ਹੈ ਵੀ ਜੇ ਅੰਮ੍ਰਿਤਧਾਰੀ ਦਾ ਤੇ ਬੇਅੰਮ੍ਰਿਤੀ ਦਾ ਕੋਈ ਫਰਕ ਹੀ ਨਹੀਂ ਰੱਖਣਾ ਸੀ ਤਾਂ ਫਿਰ ਅੰਮ੍ਰਿਤ ਦੀ ਮਰਿਆਦਾ ਦਾ ਕੀ ਫਾਇਦਾ ਹੈ? ਫਿਰ ਮਹਾਰਾਜ ਸਾਹਿਬ ਦੇ ਖਾਲਸੇ ਦਾ ਕੀ ਫਾਇਦਾ ਹੈ? ਇਸ ਕਰਕੇ ਇਹ ਜਿਹੜੀ ਮਰਿਆਦਾ ਹੈ ਨਾ, ਇਹ ਮਰਿਆਦਾ ਇਹ ਵੀ ਲੰਗਰ ਛਕਣ ਤੋਂ ਨਹੀਂ ਕਿਸੇ ਨੂੰ ਕੋਈ ਰੋਕ ਸਕਦਾ। ਇਹ ਪੰਥ ਦੀ ਮਰਿਆਦਾ ਹੈ। ਭਾਵੇਂ ਕੋਈ ਗਰੀਬ ਹੋਵੇ, ਅਮੀਰ ਹੋਵੇ, ਕੋਈ ਕਿਸੇ ਦੇ ਕਹਿਣ ਮੁਤਾਬਕ ਉੱਚੀ ਨੀਵੀਂ ਜਾਤ ਦਾ ਹੋਵੇ, ਲੰਗਰ ਛਕ ਹਰ ਕੋਈ ਸਕਦਾ ਹੈ। ਤੇ ਸਿੰਘ ਕਹਿਣ ਲੱਗੇ ਮਹਾਰਾਜ ਤੁਹਾਡਾ ਹੁਕਮ ਹੈ, ਤੁਸੀਂ ਤਗੜਾਈ ਚੰਗੀ ਮਰਿਆਦਾ ਕਾਇਮ ਕੀਤੀ ਹੈ ਵੀ ਇਹ ਸਭ ਨੂੰ ਪਤਾ ਹੈ। ਲਾਂਗਰੀ ਨੂੰ ਵੀ ਮਹਾਰਾਜ ਇਸ ਗੱਲ ਦਾ ਪਤਾ ਹੈ ਵੀ ਜਿਹੜਾ ਲੰਗਰ ਦੇ ਵਿੱਚ ਆਵੇ ਉਹਨੂੰ ਖਾਲੀ ਨਹੀਂ ਜਾਣ ਦੇਣਾ। ਦੇਤ ਲਾਂਗਰੀ ਅਲਪ ਹੀ, ਪਰ ਫਿਰ ਵੀ ਮਹਾਰਾਜ ਵੇਖ ਲਓ ਆ ਜਿਹੜਾ ਲਾਂਗਰੀ ਹੈ ਨਾ, ਇਹਦੇ ਕੋਲ ਜਦੋਂ ਕੋਈ ਭੋਜਨ ਛਕਣ ਜਾਂਦਾ ਹੈ ਤੇ ਛਕਣ ਵਾਸਤੇ ਥੋੜਾ ਹੀ ਦਿੰਦਾ ਹੈ। ਜਾਤ ਜਤ ਸਿੱਖ ਫੇਰੇ, ਤੇ ਜੇ ਕਿਸੇ ਨੂੰ ਭੁੱਖ ਵੱਧ ਲੱਗੀ ਹੋਵੇ ਮਹਾਰਾਜ ਇਦਾਂ ਕਰਦਾ ਵੀ ਇੱਕ ਰਾਂ ਜਿੰਨਾ ਦੇ ਗਿਆ ਦੇ ਗਿਆ। ਤੇ ਜੇ ਕੋਈ ਫੇਰ ਸਿੱਖ ਆਖੇ ਨਾ ਉਹ ਭਾਈ ਸਿੱਖਾ ਭਾਈ ਲਾਂਗਰੀ
ਭੁੱਖ ਲੱਗੀ ਆ, ਥੋੜਾ ਜਿਹਾ ਪ੍ਰਸ਼ਾਦਾ ਕੋਈ ਦਾਲਾ ਜਾਂ ਕੋਈ ਹੋਰ ਵਸਤੂ ਹੋਰ ਪਾ ਦਵੇ। ਨੈ ਬੋਲੇ ਮੁਖ ਮੌਨ ਧਾਰ। ਮਹਾਰਾਜ ਅੱਗੋਂ ਬੋਲਦਾ ਹੀ ਨਹੀਂ ਹੈ। ਜੇ ਕੋਈ ਦੁਬਾਰਾ ਮੰਗਦਾ ਏ ਤਾਂ ਬੋਲਦਾ ਹੀ ਨਹੀਂ, ਮੁਖੋਂ ਮੌਨ ਹੀ ਧਾਰ ਲੈਂਦਾ, ਚੁੱਪ ਹੀ ਹੋ ਜਾਂਦਾ ਹੈ। ਜੇ ਕਹੇ ਕੋ ਫੇਰੇ। ਤੇ ਜੇ ਕੋਈ ਕਹੇ ਨਾ ਉਹ ਲਾਂਗਰੀ ਸਿੰਘ ਆ, ਉਹ ਭਾਈ ਖਜ਼ਾਨਚੀ ਆ, ਕੋਈ ਰਸਤ ਦੇ ਦੇ ਥੋੜੀ ਜੀ ਹੋਰ, ਇਹਦੇ ਵਿੱਚ ਸਾਰੇ ਹੀ ਆ ਜਾਣੇ ਵੀ ਰਸਤ ਦੇ ਦੇ ਥੋੜੀ ਜੀ, ਥੋੜਾ ਜਿਹਾ ਲੰਗਰ, ਕੋਈ ਪ੍ਰਸ਼ਾਦਾ, ਕੋਈ ਭਾਜਾ, ਕੋਈ ਸਵਾਇਆ ਘੋਰ ਪਾ ਦੇ। ਮਹਾਰਾਜ ਪਹਿਲੀ ਗੱਲ ਤਾਂ ਲਾਂਗਰੀ ਬੋਲਦਾ ਹੀ ਨਹੀਂ, ਤੇ ਜਦੋਂ ਬੋਲਦਾ ਹੈ ਪੁੱਠਾ ਹੀ ਬੋਲਦਾ ਹੈ। ਕਹਿੰਦਾ ਬੰਦਾ ਹੈ ਕਿ ਪਸ਼ੂ ਹੈ, ਤੇਰਾ ਢਿੱਡ ਹੈ ਕਿ ਟੋਆ ਹੈ ਜਿਹੜਾ ਭਰਿਆ ਹੀ ਨਹੀਂ ਆ। ਸ੍ਰੀ ਮੁਖ ਤੇ ਮੁਖ ਸਾਏ ਕਰ। ਹਾਂਜੀ, ਸ੍ਰੀ ਮੁਖ ਤੇ ਮੁਖ ਸਾਏ ਕਰ। ਸ਼ਿਕਾਇ ਕਰ। ਜਦੋਂ ਕਲਗੀਧਰ ਮਹਾਰਾਜ ਸਾਹਿਬ ਜੀ ਨੂੰ ਇਦਾਂ ਸ਼ਿਕਾਇਤ ਕੀਤੀ ਤੇ ਕਲਗੀਧਰ ਮਹਾਰਾਜ ਜੀ ਮੁਸਕਰਾਉਣ ਲੱਗ ਪਏ ਤੇ ਹੱਸਦਿਆਂ ਹੋਇਆਂ ਦਸਮ ਪਾਤਸ਼ਾਹ ਕਹਿਣ ਲੱਗੇ, ਸਾਹਿਬਾਂ ਨੇ ਇਸ ਤਰ੍ਹਾਂ ਦਾ ਵਚਨ ਆਪਣੇ ਮੁਖੋਂ ਕਿਹਾ ਜਿਨ੍ਹਾਂ ਸਿੱਖਾਂ ਨੇ ਫਰਿਆਦ ਕੀਤੀ, ਪੁਕਾਰ ਕੀਤੀ, ਜਾਂ ਕਹਿ ਲਓ ਸ਼ਿਕਾਇਤ ਕੀਤੀ ਲਾਂਗਰੀ ਦੀ। ਮਹਾਰਾਜ ਕਹਿੰਦੇ ਖਾਲਸਾ ਜੀ ਕੀ ਦਸੀਏ, ਗੁੱਸਾ ਨਾ ਕਰੋ, ਇਹ ਜਿਹੜਾ ਲਾਂਗਰੀ ਹੈ ਨਾ ਇਹ ਬਹੁਤ ਹੀ ਕਹਿੰਦੇ ਵੱਡਾ ਲੋਭੀ, ਬੜਾ ਤਗੜਾ ਭੁੱਖਾ ਹੈ, ਕਈ ਡੰਗਰਾਂ ਤੋਂ ਜ਼ਿਆਦਾ ਭੁੱਖੇ ਦੇ ਅੰਦਰ ਹੈ। ਉਹ ਬੜਾ ਕੁਝ ਗੁਰੂ ਘਰ ਦਾ ਖਾ ਗਿਆ ਏ, ਪਰ ਫੇਰ ਵੀ ਇਹ ਨਹੀਂ ਰਜਿਆ, ਇਹ ਤ੍ਰਿਪਤ ਨਹੀਂ ਹੁੰਦਾ। ਗੁਰ ਧਨ ਇਨ ਖਾਇਓ ਅਦਕ। ਇਹਨੇ ਗੁਰੂ ਘਰ ਦਾ ਕਲਗੀਧਰ ਸਾਹਿਬ ਕਹਿੰਦੇ ਬਹੁਤ ਧਨ ਖਾਦਾ ਏ, ਰਸਤਾ ਚੁੱਕ ਕੇ ਲੈ ਜਾਂਦਾ, ਮਾਇਆ ਚੁੱਕ ਕੇ ਲੈ ਜਾਂਦਾ, ਬਹੁਤ ਕਲਗੀਧਰ ਸਾਹਿਬ ਕਹਿੰਦੇ ਸਲਾਂਗਰੀ ਨੇ ਗੁਰੂ ਘਰ ਦਾ ਖਾਦਾ ਏ। ਮਨ ਮਾਹੀ। ਇਸ ਕਰਕੇ ਇਹਦਾ ਮਨ ਜਿਹੜਾ ਹੈ ਨਾ ਗੁਰੂ ਘਰ ਦੀ ਮਾਇਆ ਖਾਣ ਕਰਕੇ ਦੀ ਮੱਤ ਮਾਰੀ ਗਈ ਤੇ ਭਰਮ ਗਿਆ ਹੈ। ਇਹਨੇ ਗੁਰੂ ਘਰ ਦਾ ਧਾਨ ਖਾਦਾ, ਪੂਜਾ ਦਾ ਧਾਨ ਖਾਣ ਵਾਲੇ ਦੀ ਸਾਹਿਬ ਕਹਿੰਦੇ ਮੱਤ ਮਾਰੀ ਜਾਂਦੀ ਹੈ। ਤੇ ਖਾਲਸਾ ਜੀ ਇਹ ਲਾਂਗਰੀ ਦੀ ਵੀ ਮੱਤ ਮਾਰੀ ਗਈ, ਇਸ ਕਰਕੇ ਇਹਦਾ ਮਨ ਭਰਮ ਗਿਆ, ਇਹਨੂੰ ਪਤਾ ਹੀ ਨਹੀਂ ਬੇਵਕੂਫ ਨੂੰ ਵੀ ਮੈਂ ਕੀ ਕਰ ਰਿਹਾ। ਪਿਛਲੇ ਜਨਮ ਮਸੰਦ ਥੋ। ਇਹ ਕਿਉਂਕਿ ਜਿਹੜਾ ਇਹਦਾ ਪਿਛਲਾ ਜਨਮ ਸੀ ਨਾ, ਪਿਛਲੇ ਜਨਮ 'ਚ ਮਸੰਦ ਸੀ ਗੁਰੂ ਘਰ ਦਾ, ਤੇ ਜਿਹੜੇ ਮਸੰਦ ਆ ਇਹਨਾਂ ਨੇ ਬਹੁਤ ਗੁਰੂ ਘਰ ਦਾ ਪੈਸਾ ਖਾਦਾ ਹੈ, ਗਰਾਈ ਕਰਕੇ 100 ਲਿਆਉਂਦੇ ਸੀ, ਮਹਾਰਾਜ ਨੂੰ 10 ਚੜਾਉਂਦੇ ਸੀ, 90 ਘਰੇ ਰੱਖ ਜਾਂਦੇ ਸੀ। ਇਦਾਂ ਸਾਹਿਬ ਕਹਿੰਦੇ ਵੀ ਪਿਛਲੇ ਜਨਮ ਦੇ ਵਿੱਚ ਇਹ ਮਸੰਦ ਸੀ। ਭੁੱਖਾ ਬੜ ਆਹੀ। ਮਹਾਰਾਜ ਕਹਿੰਦੇ ਵੀ ਕੀ ਦਸੀਏ ਭਾਈ, ਇਹ ਬਹੁਤ ਹੀ ਜ਼ਿਆਦਾ ਭੁੱਖਾ ਹੈ, ਇਹਦੀ ਨੀਤ ਰੱਜਦੀ ਨਹੀਂ ਹੈ, ਖਾਣਾ ਬਸ ਇਹਨੇ ਵੀ ਉਹੀ 2-3 ਪ੍ਰਸ਼ਾਦੇ ਹੀ ਹੈ, ਪਰ ਇਹਦਾ ਢਿੱਡ ਜਿਹੜਾ ਹੈ ਨਾ ਉਹ ਤਾਂ ਭਾਵੇਂ ਭਰ ਜਾਂਦਾ, ਪਰ ਇਹਦੀ ਨੀਤ ਨਹੀਂ ਰੱਜਦੀ। ਆ ਵੀ ਮੈਂ ਆਪਣੇ ਘਰੇ ਲੈ ਜਾ, ਉਹ ਵੀ ਇੱਧਰ ਲੈ ਜਾ, ਉਹ ਵੀ ਇੱਧਰ ਲੈ ਜਾ, ਤੇ ਸੰਗਤ ਨੂੰ ਛਕਾਉਣ ਲੱਗਿਆ ਉਦੋਂ ਕਹਿੰਦੇ ਵੀ ਇਹਨੂੰ ਤਕਲੀਫ ਹੁੰਦੀ ਆ। ਚੌਪਈ ਜੇ ਮੋਹ ਤੇਗ ਗੁਰੂ ਕੀ ਹੋਏ। ਮਹਾਰਾਜ ਨੇ ਉਹ ਲਾਂਗਰੀ ਨੂੰ ਵੀ ਸੱਦ ਭੇਜਿਆ ਵੀ ਲੈ ਕੇ ਆਓ ਸਾਡੇ ਕੋਲ। ਸਿੰਘਾਂ ਨੂੰ ਵੀ ਕਹਿ ਦਿੱਤਾ, ਮਹਾਰਾਜ ਕਹਿੰਦੇ ਵੀ ਗੁਰੂ ਕਾ ਲੰਗਰ ਤਿਆਰ ਹੁੰਦਾ ਏ ਤੇ ਸਾਰੇ ਖਾਲਸਾ ਜੀ ਖੁੱਲਾ ਛਕਿਆ ਕਰੋ। ਲਾਂਗਰੀ ਨੂੰ ਵੀ ਕਹਿੰਦੇ ਜਿਹੜਾ ਕੋਈ ਛਕਣ ਵਾਸਤੇ ਆਉਂਦਾ ਹੈ ਨਾ, ਕੋਈ ਲੋੜਵੰਦ, ਉਹ ਜਿੰਨਾ ਛਕਣਾ ਚਾਹੁੰਦਾ ਹੈ ਉਹਨੂੰ ਰਜਵਾਂ ਭੋਜਨ ਛਕਣ ਵਾਸਤੇ ਦਿਓ, ਕਿਉਂਕਿ ਜਿਵੇਂ ਦੇਗ ਗੁਰੂ ਕੀ ਹੋਏ। ਇਹ ਜੋ ਦੇਗ ਹੈ, ਇਹ ਜੋ ਲੰਗਰ ਹੈ, ਇਹਦੇ ਗੁਰੂ ਦਾ ਤਿਆਰ ਹੁੰਦਾ ਏ। ਦੇਗ ਵਾਹਿਗੁਰੂ ਕੀ ਜੀ ਸੋਏ, ਦੇਗ ਵਾਹਿਗੁਰੂ ਜੀ ਕੀ ਸੋਏ। ਇਹ ਜਿਹੜੀ ਦੇਗ ਹੈ ਮਹਾਰਾਜ ਸਾਹਿਬ ਕਹਿੰਦੇ ਵੀ ਇਹ ਵਾਹਿਗੁਰੂ ਦੀ ਹੈ। ਅਸੀਂ ਰੱਬ ਕੋ ਮੰਗ ਕੇ ਲਿਆ ਹੈ ਵੀ ਦੇਗ ਤੇਗ ਜਗ ਮੈਂ ਦੋ ਚੱਲੈ, ਵੀ ਲੰਗਰ ਵੀ ਚੱਲੇ ਤੇ ਸ਼ਸਤਰ ਵੀ ਵਾਹਿਗੁਰੂ ਸਾਡੇ ਚੱਲਦੇ ਰਹਿਣ। ਕਲਗੀਧਰ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਦੇਗ ਵਾਹਿਗੁਰੂ ਦੀ ਹੈ ਅਤੇ ਤੇਗ ਗੁਰੂ ਦੀ ਹੈ। ਦੇਗ ਖੁੱਲੀ ਛਕੋ, ਪਰਮੇਸ਼ਰ ਵੱਲੋਂ ਮਿਲ ਲਈ ਹੈ, ਤੇ ਲੋੜ ਪਵੇ ਤੇ ਤੇਗ ਨਿਸ਼ੰਕ ਹੋ ਕੇ, ਨਿਡਰ ਹੋ ਕੇ ਵਾਹ ਵੈਰੀਆਂ ਨੂੰ ਸੋਧਾ ਲਾਉਣ ਦੇ ਵਾਸਤੇ, ਕਿਉਂਕਿ ਦੇਗ ਤੇਗ ਜਗ ਮੈਂ ਦੋ ਚੱਲੈ, ਦੋਵਾਂ ਦੀ ਮਰਿਆਦਾ ਹੈ। ਕਈ ਇਕੱਲਾ ਲੰਗਰ ਜਿਹਾ ਹੀ ਲਾਈ ਰੱਖਦੇ, ਉਹਨਾਂ ਨੂੰ ਸ਼ਸਤਰਾਂ ਦਾ ਕੁਝ ਨਹੀਂ ਪਤਾ। ਲੰਗਰ ਲਾਉਣਾ ਵੀ ਤੇ ਸ਼ਸਤਰ ਧਾਰਨ ਕਰਨੇ ਵੀ ਦੋਵੇਂ ਹੀ ਮਰਿਆਦਾ ਹੈ। ਦੇਗ ਤੇਗ ਜਗ ਮੈਂ ਦੋ ਚੱਲੈ, ਸਾਹਿਬ ਕਹਿੰਦੇ ਵੀ ਵਾਹਿਗੁਰੂ ਦੀ ਬਖਸ਼ੀ ਦੇਗ ਹੈ ਵੀ ਖੁੱਲੀ ਛਕਿਆ ਕਰੋ ਖਾਲਸਾ ਜੀ ਜਿੰਨੀ ਲੋੜ ਹੈ। ਤੇ ਲਾਂਗਰੀ ਨੂੰ ਹੁਕਮ ਕਰਤਾ ਵੀ ਸਿੰਘਾਂ ਨੂੰ ਸਾਡਿਆਂ ਨੂੰ ਜੇ ਕੋਈ ਪ੍ਰਸ਼ਾਦਾ ਛਕਦਾ ਏ ਤਾਂ ਇਹਨਾਂ ਦੀ ਲੋੜ ਮੁਤਾਬਕ ਦੇਣਾ ਹੈ। ਤੇ ਨਾਲ ਸਾਹਿਬ ਕਹਿੰਦੇ ਵੀ ਤੇਗ ਵੀ ਵਾਹਿਆ ਕਰੋ, ਕੱਲਾ ਦੇਗ ਖਾ ਕੇ ਹੱਡ ਹਰਾਮੀ ਵੀ ਨਾ ਹੋ ਜਾਇਓ, ਸ਼ਸਤਰ ਧਾਰੀ ਹੋ ਕਰਕੇ ਕਹਿੰਦੇ ਧਰਮ ਵੀ ਕਮਾਇਓ, ਕਿਉਂਕਿ ਦੇਗ ਵਾਹਿਗੁਰੂ ਦੀ ਆ ਤੇ ਤੇਗ ਗੁਰੂ ਦੀ ਬਖਸ਼ੀ ਹੋਈ ਆ। ਸਵਾਦ ਦੇਗ ਮਹਿ ਬਹੁਤੋ ਰਹਿ। ਧੰਨ ਗੁਰੂ ਕਲਗੀਧਰ ਸਾਹਿਬ ਕਹਿੰਦੇ ਲਾਂਗਰੀ ਨੂੰ ਵੀ ਜੇ ਤੂੰ ਕਾਣੀ ਵੰਡ ਨਹੀਂ ਨਾ ਕਰੇਗਾ, ਸ਼ਰਧਾ ਭਾਵਨਾ ਨਾਲ ਇਹ ਜਾਣ ਕੇ ਵੀ ਇਹ ਲੰਗਰ ਤਾਂ ਗੁਰੂ ਦਾ ਹੈ ਤੇ ਗੁਰੂ ਦਾ ਵਾਹਿਗੁਰੂ ਦਾ ਲੰਗਰ ਕਦੀ ਮੁੱਕਦਾ ਨਹੀਂ ਹੁੰਦਾ,
ਕਹਿੰਦੇ ਫਿਰ ਇਸ ਲੰਗਰ ਦੇ ਵਿੱਚ ਵੀ ਸਵਾਦ ਬਹੁਤਾ ਰਹੇਗਾ, ਲੰਗਰ ਦਾ ਪ੍ਰਸ਼ਾਦਾ ਬਹੁਤਾ ਹੀ ਸਵਾਦ ਲੱਗੇਗਾ। ਜੋ ਪਹੁਲੀਆ ਕੋ ਸਿੱਖ ਗੁਰ ਸਿੱਖ ਹੈ, ਕਹਿੰਦੇ ਵੀ ਜਿਹੜਾ ਕੋਈ ਅੰਮ੍ਰਿਤਧਾਰੀ ਕੋਈ ਪੌਲੀਆ ਸਿੱਖ ਹੈ ਨਾ, ਜਿਹੜਾ ਅੰਮ੍ਰਿਤ ਛਕਿਆ ਜਿੰਨੇ, ਤੇ ਉਹ ਰਹਿਤ ਮਹਿਤ ਨਾਲ ਐਨ ਭਾਂਡੇ ਮਾਂਜ ਕੇ ਸੋਧ ਕੇ ਚੰਗੀ ਤਰ੍ਹਾਂ ਸੋਧ ਸੁਧਾਈ ਕਰਕੇ ਬਾਣੀ ਪੜ੍ਹ ਕੇ ਆਟਾ ਗੁੰਨ ਕੇ ਪ੍ਰਸ਼ਾਦੇ ਪਕਾਵੇ। ਜਦੋਂ ਪ੍ਰਸ਼ਾਦੇ ਪਕਾਵੇ ਨਾਲ ਬਾਣੀ ਪੜ੍ਹੇ, ਜਦੋਂ ਕੋਈ ਭਾਜਾ ਬਣਾਵੇ ਨਾਲ ਬਾਣੀ ਪੜ੍ਹੇ, ਸੋਧ ਸੁਧਾਈ ਰੱਖੇ, ਝੂਠੇ ਮੀਠੇ ਹੱਥ ਨਾ ਲੱਗਣ ਦਵੇ। ਕਲਗੀਧਰ ਸਾਹਿਬ ਕਹਿੰਦੇ ਵੀ ਜਿਹੜਾ ਅੰਮ੍ਰਿਤਧਾਰੀ ਮਰਿਆਦਾ ਨਾਲ ਲੰਗਰ ਤਿਆਰ ਕਰੇਗਾ, ਉਹ ਜਿਹੜਾ ਵੀ ਸਿੱਖ ਪ੍ਰਸ਼ਾਦਾ ਛਕੇਗਾ ਉਹਨੂੰ ਬਹੁਤਾ ਹੀ ਉਹਦੇ ਵਿੱਚੋਂ ਕਹਿੰਦੇ ਸਵਾਦ ਆਵੇਗਾ। ਇਹੀ ਕਾਰਨ ਹੈ ਕਈ ਵਾਰ ਘਰਾਂ ਦੇ ਵਿੱਚ ਵੇਖੋ ਲੋਕਾਂ ਨੇ ਚੰਗੇ ਤੜਕੇ ਤੁੜਕੇ ਲਾਏ ਹੁੰਦੇ ਨੇ, ਉਹ ਭੋਜਨ ਇੰਨਾ ਕਈ ਵਾਰ ਸਵਾਦ ਨਹੀਂ ਲੱਗਦਾ, ਪਰ ਗੁਰੂ ਕੇ ਲੰਗਰ ਦੇ ਵਿੱਚੋਂ ਜਦੋਂ ਕੋਈ ਲੰਗਰ ਪ੍ਰਸ਼ਾਦਾ ਛਕਦਾ ਹੈ ਨਾ, ਉਹ ਕਹਿੰਦਾ ਵੀ ਮੈਨੂੰ ਤਾਂ ਬਹੁਤ ਹੀ ਸਵਾਦ ਆਨੰਦ ਆਇਆ। ਜਿਵੇਂ ਸਤ ਸੰਗਤ ਅਕਬਰ ਦੀ ਤਾਂ ਸਾਖੀ ਪ੍ਰਤੱਖ ਪ੍ਰਮਾਣ ਹੈ, ਜਦੋਂ ਗੋਂਦਵਾਲ ਸਾਹਿਬ ਆਇਆ ਤੇ ਗੁਰਾਂ ਦਾ ਹੁਕਮ ਸੀ ਜਿਹੜਾ ਲੰਗਰ ਛਕੋ ਉਹਨੂੰ ਦਰਸ਼ਨ, ਤੇ ਜਦੋਂ ਸਾਹਿਬਾਂ ਦੇ ਲੰਗਰ ਦੇ ਵਿੱਚੋਂ ਅਕਬਰ ਨੇ ਭੋਜਨ ਛਕਿਆ ਬੜਾ ਆਨੰਦ ਆਇਆ। ਤੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਕਹਿੰਦਾ, ਮਹਾਰਾਜ ਮੈਂ ਬਾਦਸ਼ਾਹ ਹਿੰਦੁਸਤਾਨ ਦਾ, ਮੇਰੇ ਵਾਸਤੇ ਛਕਣ ਵਾਸਤੇ ਨੇਤੀ ਅਨੇਕਾਂ ਪ੍ਰਕਾਰ ਦੇ 36 ਤਰ੍ਹਾਂ ਦੇ ਭੋਜਨ ਬਣ ਕੇ ਆਉਂਦੇ ਨੇ, ਪਰ ਜਿਹੋ ਜਿਹਾ ਸਵਾਦ ਮਹਾਰਾਜ ਤੁਹਾਡੇ ਲੰਗਰ ਦੇ ਵਿੱਚੋਂ ਆ ਭੋਜਨ ਛਕ ਕੇ ਆਇਆ, ਦਾਲ ਪ੍ਰਸ਼ਾਦਾ ਛਕ ਕੇ ਆਇਆ, ਮੈਨੂੰ 36 ਤਰ੍ਹਾਂ ਦੇ ਭੋਜਨਾਂ 'ਚੋਂ ਸਵਾਦ ਨਹੀਂ ਆਉਂਦਾ। ਇਹਦੇ ਵਿੱਚ ਕੀ ਪਾਇਆ ਹੈ? ਸਾਹਿਬ ਜੀ ਕਹਿੰਦੇ ਵੀ ਇਹਦੇ ਵਿੱਚ ਵਾਹਿਗੁਰੂ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੈ। ਪਾਉਣਾ ਤੇ ਅਸੀਂ ਕੀ ਹੈ, ਇਹ ਲੰਗਰ ਬਣਾਉਣ ਵਾਲੇ ਬਾਣੀ ਪੜ੍ਹਦੇ ਭਾਵਨਾ ਨਾਲ ਸੇਵਾ ਕਰਦੇ ਨੇ, ਜਿਸ ਕਰਕੇ ਇਹ ਗੁਰੂ ਕਾ ਲੰਗਰ ਸਵਾਦ ਹੈ। ਕਲਗੀਧਰ ਸਾਹਿਬ ਜੀ ਕਹਿੰਦੇ ਵੀ ਜਿਹੜਾ ਵਾਹਿਗੁਰੂ ਦੀ ਦੇਗ ਸਮਝ ਕੇ ਵਰਤਾਵੇਗਾ, ਜਿਹੜਾ ਅੰਮ੍ਰਿਤਧਾਰੀ ਭਾਵਨਾ ਨਾਲ ਬਣਾਵੇਗਾ, ਗੁਰੂ ਕਾ ਲੰਗਰ ਕਹਿੰਦੇ ਬਹੁਤਾ ਸਵਾਦ ਰਹੇਗਾ। ਨਹੀਂ ਪ੍ਰਸ਼ਾਦ ਦੇਗ ਕੋ ਖਾਏ, ਅਤੇ ਫਿਰ ਜਿਹੜਾ ਕੋਈ ਅੰਮ੍ਰਿਤਧਾਰੀ ਸਿੰਘ ਲੰਗਰ ਬਣਾਉਣ ਵਾਲਾ ਹੋਵੇ ਤੇ ਫਿਰ ਵੀ ਕੋਈ ਆਖੇ ਵੀ ਮੈਂ ਨਹੀਂ ਲੰਗਰ 'ਚੋਂ ਖਾਣਾ, ਵੀ ਮੈਨੂੰ ਨਹੀਂ ਆ ਠੀਕ ਲੱਗਦਾ, ਅਸੀਂ ਤਾਂ ਆਪਣਾ ਵੱਖਰਾ ਬਣਾ ਕੇ ਖਾਵਾਂਗੇ, ਅਸੀਂ ਤਾਂ ਆਪਣਾ ਵੱਖਰਾ ਤੜਕਾ ਲਾ ਕੇ ਖਾਵਾਂਗੇ, ਅਸੀਂ ਪੰਗਤ 'ਚ ਬਹਿ ਕੇ ਨਹੀਂ ਖਾਣਾ, ਅਸੀਂ ਤਾਂ ਵੱਖਰੇ ਕਮਰੇ ਦੇ ਵਿੱਚ ਬਹਿ ਕੇ ਖਾਵਾਂਗੇ। ਸੋ ਜਿਹੜਾ ਇਸ ਤਰ੍ਹਾਂ ਕਹਿੰਦੇ ਕਿ ਲੰਗਰ ਬਣਾਉਣ ਵਾਲੇ ਨੂੰ ਵੀ ਮਰਿਆਦਾ ਵਿੱਚ ਰਹਿਣਾ ਚਾਹੀਦਾ, ਪਰ ਮਰਿਆਦਾ ਨਾਲ ਬਣਿਆ ਹੋਇਆ ਲੰਗਰ ਜੇ ਕੋਈ ਨਾ ਛਕੇ ਇਨਕਾਰ ਕਰ ਦਵੇ, ਸੋਨਹਿ ਗੁਰ ਕੋ ਸਿੱਖ ਕਦਾਈ। ਪਾਤਸ਼ਾਹ ਕਹਿੰਦੇ ਉਹ ਗੁਰੂ ਦਾ ਸਿੱਖ ਹੀ ਨਹੀਂ ਹੈ ਕਦੀ। ਜਿਹੜਾ ਵਰਤਾਉਣ ਵਾਲਾ ਮਰਿਆਦਾ ਨਾ ਰੱਖੇ ਤੇ ਛਕਣ ਵਾਲਾ ਭਾਵਨਾ ਨਾ ਰੱਖੇ, ਉਹ ਦੋਵੇਂ ਸਿੱਖ ਨਹੀਂ ਹਨ ਸਾਡੇ। ਆਵਤੇ ਸੁਨੋ ਸਿੱਖ ਸਭ ਭਾਈ, ਅੱਜ ਤੋਂ ਮਹਾਰਾਜ ਕਹਿੰਦੇ ਹੇ ਗੁਰਸਿੱਖ ਪਿਆਰਿਓ, ਹੇ ਭਰਾਵੋ, ਸਾਡਾ ਇਹ ਉਪਦੇਸ਼ ਸੁਣਨਾ ਕਰੋ। ਕਰਕੇ ਰਹਿਤ ਜਥਾ ਹਮ ਗਾਈ, ਜਿਵੇਂ ਅਸੀਂ ਤੁਹਾਨੂੰ ਰਹਿਤ ਮਰਿਆਦਾ ਅੰਮ੍ਰਿਤ ਛਕਾਉਣ ਲੱਗੇ ਦੱਸੀ ਹੈ ਨਾ, ਉਹ ਰਹਿਤ ਮਰਿਆਦਾ ਦੇ ਵਿੱਚ ਕਹਿੰਦੇ ਹਨ ਤਿਆਰ ਬੁਰ ਤਿਆਰ ਹੋ ਕੇ ਪ੍ਰਪੱਕ ਹੋ ਕਰਕੇ ਆਪ ਪ੍ਰਸ਼ਾਦ ਬਣਾਵੋ ਤਿਆਰ। ਕਹਿੰਦੇ ਛੱਡੋ ਇਹ ਲਾਂਗਰੀਆਂ ਦਾ ਖਹਿੜਾ, ਘਰ ਘਰ ਜੀ ਲੰਗਰ ਲਾ ਦਿਓ। ਸਾਹਿਬ ਕਹਿੰਦੇ ਆਪ ਆਪਣੇ ਘਰ ਦੇ ਵਿੱਚ ਮਰਿਆਦਾ ਦੇ ਨਾਲ ਪ੍ਰਸ਼ਾਦ ਲੰਗਰ ਬਣਾ ਕਰਕੇ ਜਦੋਂ ਪਾਤਸ਼ਾਹ ਕਹਿੰਦੇ ਮਰਿਆਦਾ ਨਾਲ ਲੰਗਰ ਬਣਾਓ ਨਾ, ਆਪ ਪ੍ਰਸ਼ਾਦ ਬਣਾਓ ਤਿਆਰ, ਆਪ ਬਣਾਓ ਲੰਗਰ, ਆਪ ਤਿਆਰ ਕਰੋ ਤੇ ਢਿੱਕ ਹੋਇਆ ਦੀਜਾ ਅਚੋ ਆਹਾਰ। ਤੇ ਜਿਹੜਾ ਕੋਈ ਸਿੱਖ ਨੇੜੇ ਹੋਵੇ ਨਾ, ਤੇ ਮਹਾਰਾਜ ਕਹਿੰਦੇ ਵੀ ਪਹਿਲੀ ਗੱਲ ਛਕੋ ਆਪ ਤਿਆਰ ਕਰਕੇ, ਤੇ ਜੇ ਛਕਣ ਬੈਠੋ ਤੇ ਜੇ ਕੋਈ ਸਿੱਖ ਨੇੜੇ ਹੋਵੇ ਤਾਂ ਉਹਨੂੰ ਆਵਾਜ਼ ਮਾਰ ਕੇ ਆਖੋ ਵੀ ਗੁਰਸਿੱਖਾ ਆ ਜਾ, ਬੈਠ ਜਾ, ਗੁਰੂ ਕਾ ਲੰਗਰ ਤਿਆਰ ਹੈ, ਲੰਗਰ ਛਕ ਲੈ। ਕਹਿੰਦੇ ਚੁੱਪ ਚਪੀਤਿਆਂ ਨਾ ਖਾਵੇ, ਨਗਾਰਾ ਵਜਾਵੇ। ਇਹ ਮਰਿਆਦਾ ਹੈ ਵੀ ਜਦੋਂ ਵੀ ਲੰਗਰ ਬਣੇ ਤੇ ਨਗਾਰਾ ਵਜਾ ਕੇ ਫੇਰ ਛਕੇ। ਕਹਿੰਦੇ ਵੀ ਨਗਾਰੇ ਦੇ ਚੋਭਾਂ ਲਾ ਕੇ ਡੰਕੇ ਦੀ ਚੋਭ ਤੇ ਲੰਗਰ ਬਣਾ ਕੇ ਛਕੇ। ਛਕਣ ਤੋਂ ਪਹਿਲਾਂ ਜੇ ਕੋਈ ਸਿੱਖ ਨੇੜੇ ਹੋਵੇ ਉਹਨੂੰ ਕਹੇ ਵੀ ਆ ਭਾਈ ਗੁਰਸਿੱਖਾ ਕੋਈ ਲੰਗਰ ਪ੍ਰਸ਼ਾਦਾ ਕੋਈ ਭੋਜਨ ਛਕ ਲੈ। ਸਿੱਖ ਪ੍ਰਸ਼ਾਦ ਛਕਾਵੇ ਸਿੱਖ ਕੋ, ਜਿਹੜਾ ਗੁਰੂ ਕਾ ਸਿੱਖ ਹੈ ਉਹ ਮਹਾਰਾਜ ਕਹਿੰਦੇ ਗੁਰੂ ਕੇ ਸਿੱਖ ਨੂੰ ਪ੍ਰਸ਼ਾਦਾ ਛਕਾਵੇ, ਉਹਨੂੰ ਭੋਜਨ ਛਕਾਵੇ ਭਾਵਨਾ ਰੱਖ ਕੇ। ਹੋਏ ਨਿਹਾਲ ਨਾ ਕਸ਼ਟ ਭਵਿੱਖ ਕੋ, ਜਿਹੜਾ ਗੁਰੂ ਮਹਾਰਾਜ ਕਹਿੰਦੇ ਸਾਡਾ ਸਿੱਖ ਸਾਡੇ ਸਿੱਖਾਂ ਨੂੰ ਭੋਜਨ ਪਿਆਰ ਨਾਲ ਛਕਾਵੇਗਾ ਉਹ ਨਿਹਾਲ ਹੋ ਜਾਏਗਾ। ਨਿਹਾਲ ਹੈ ਨਾਮ, ਦੁੱਖਾਂ ਤੋਂ ਰਹਿਤ ਹੋ ਜਾਏਗਾ। ਉਹਨੂੰ ਭਵਿੱਖ ਦੇ ਵਿੱਚ ਪਰਲੋਕ ਦੇ ਵਿੱਚ ਕਿਸੇ ਤਰ੍ਹਾਂ ਦਾ ਦੁੱਖ ਕਸ਼ਟ ਨਹੀਂ ਲੱਗੇਗਾ। ਆਸ਼ਰਮ ਵਰਨ ਸਭਨ ਤੇ ਤਿਆਗੀ, ਫਿਰ ਪਾਤਸ਼ਾਹ ਕਹਿੰਦੇ ਸਿੱਖ ਸਿੱਖ ਨਾਲ ਪਿਆਰ ਕਰੇ।
ਜਾਤਾਂ 'ਚ ਨਾ ਵੰਡੇ ਰਿਓ, ਬ੍ਰਾਹਮਣ ਖੱਤਰੀ ਸ਼ੂਦਰ ਵੈਸ਼ ਵੀ ਇਹਦੀ ਆਹ ਜਾਤ ਹੈ, ਆਪਣੀਆਂ ਜਾਤਾਂ ਹੀ ਨਾ ਪਾਲਦੇ ਰਿਓ ਵੀ ਅਸੀਂ ਆਪਣੇ ਜਾਤਾਂ ਵਾਲਿਆਂ ਦੇ ਨਾਲ ਹੀ ਕਹਿੰਦੇ ਵੀ ਸੰਬੰਧ ਰੱਖਾਂਗੇ। ਜਿਹੜਾ ਵੀ ਮਹਾਰਾਜ ਸਾਹਿਬ ਜੀ ਕਹਿੰਦੇ ਗੁਰੂ ਕਾ ਸਿੱਖ ਹੈ ਉਹ ਕਿਸੇ ਪ੍ਰਕਾਰ ਦੇ ਨਾਲ ਆਸ਼ਰਮ ਵਰਨ ਸਭਨ ਤੇ ਤਿਆਗੀ। 4 ਆਸ਼ਰਮ ਨੇ ਤੇ 4 ਹੀ ਵਰਨ ਨੇ, ਖੱਤਰੀ ਬ੍ਰਾਹਮਣ ਸੂਦ ਵੈਸ਼ ਇਹ 4 ਸਾਧ ਸੰਗਤ ਵਰਨ ਹਨ। ਤੇ ਗ੍ਰਸਤੀ ਬਾਨਪ੍ਰਸਤੀ ਸੰਨਿਆਸੀ ਆਦਿਕ ਬ੍ਰਹਮਚਾਰੀ ਆਦਿਕ ਇਹ 4 ਆਸ਼ਰਮ ਹਨ। ਸਾਹਿਬ ਕਹਿੰਦੇ ਆਸ਼ਰਮ ਵਰਨ ਸਭਨ ਤੇ ਤਿਆਗੀ, ਕਹਿੰਦੇ ਇਹਨਾਂ ਦਾ ਤਿਆਗੀ ਹੋਵੇ, ਭਾਵ ਕਿ ਜਿਹਨੇ ਅੰਮ੍ਰਿਤ ਛਕ ਲਿਆ ਉਹ ਵਰਨ ਜਾਤਾਂ ਦੇ ਚੱਕਰਾਂ 'ਚ ਨਾ ਪਵੇ। ਪੰਥ ਗੁਰੂ ਕੋ ਪ੍ਰਭ ਅਨੁਰਾਗੀ, ਗੁਰੂ ਦਾ ਜਿਹੜਾ ਪੰਥ ਹੈ ਖਾਲਸਾ ਪੰਥ ਹੈ, ਇਹਨਾਂ ਸਾਰਿਆਂ ਨੇ ਕਹਿੰਦੇ ਵੀ ਆਸ਼ਰਮਾਂ ਜਾਤਾਂ ਦੇ ਨਾਲ ਪਿਆਰ ਨਹੀਂ ਕਰਨਾ, ਜੇ ਅਨੁਰਾਗ ਕਰਨਾ ਹੈ ਪ੍ਰਭ ਅਨੁਰਾਗੀ ਪਰਮੇਸ਼ਰ ਦਾ ਪ੍ਰੇਮ ਕਰੇ। ਜਿਹੜਾ ਖਾਲਸਾ ਪੰਥ ਹੈ ਉਹ ਰੱਬ ਦਾ ਪ੍ਰੇਮੀ ਹੋਵੇ। ਕਰ ਅਰਦਾਸ ਕਰੋ ਵਰਤਾਵਨ, ਫਿਰ ਸਾਹਿਬ ਕਹਿੰਦੇ ਵੀ ਜਦੋਂ ਵਰਤਾਉਣਾ ਹੈ ਤਾਂ ਪਹਿਲਾਂ ਅਰਦਾਸ ਕਰ ਲੈਣੀ, ਅਰਦਾਸ ਕਰਕੇ ਫਿਰ ਕਹਿੰਦੇ ਲੰਗਰ ਵਰਤਾਵੇ। ਪ੍ਰਸਾਦ ਕਹੇ ਛਕੈ ਛਕਾਵਨ, ਤੇ ਫਿਰ ਜਦੋਂ ਲੰਗਰ ਵਰਤਾਉਣਾ ਹੈ ਉਹਦੀ ਵੀ ਮਰਿਆਦਾ ਹੈ ਵੀ ਜਿਹੜਾ ਸਿੱਖ ਛਕੇ ਉਹ ਵੀ ਕਹੇ ਤਵੈ ਪ੍ਰਸਾਦ, ਤੇ ਜਿਹੜਾ ਕੋਈ ਵਰਤਾਵੇ ਛਕਾਵੇ ਕਿਸੇ ਨੂੰ ਉਹ ਵੀ ਕਹੇ ਮਹਾਰਾਜ ਤਵੈ ਪ੍ਰਸਾਦ, ਤੇਰੀ ਕਿਰਪਾ ਨਾਲ ਲੰਗਰ ਵਰਤਾ ਰਹੇ ਹਾਂ। ਛਕਣ ਵਾਲਾ ਕਹੇ ਮਹਾਰਾਜ ਤੇਰੀ ਕਿਰਪਾ ਦੇ ਨਾਲ ਹੀ ਇਹ ਛਕ ਰਹੇ ਹਾਂ। ਇਹ ਦਾਣਾ ਪਾਣੀ ਗੁਰੂ ਕਾ ਟਹਿਲ ਪਾਣੀ ਗੁਰਸਿੱਖਾਂ ਭਾਈਆਂ ਦੀ ਐਸੀ ਭਾਵਨਾ ਹੋਵੇ ਵੀ ਦਾਣਾ ਪਾਣੀ ਸਭ ਕੁਝ ਗੁਰੂ ਦੇ ਰਿਹਾ ਹੈ ਤੇ ਟਹਿਲ ਭਾਵਨਾ ਇਹ ਗੁਰਸਿੱਖ ਭਾਈ ਕਰ ਰਹੇ ਨੇ ਮੇਰੇ। ਕਹਿੰਦੇ ਛਕਣ ਵਾਲਾ ਵੀ ਕਵੇ ਮੁਖੋਂ ਸਤਨਾਮ ਸ੍ਰੀ ਵਾਹਿਗੁਰੂ, ਤੇ ਛਕਾਉਣ ਵਾਲਾ ਵੀ ਮੁਖੋਂ ਆਖੇ ਸਤਨਾਮ ਸ੍ਰੀ ਵਾਹਿਗੁਰੂ। ਤ੍ਰਿਪਤ ਹੋਏ ਮੁਖ ਹਾਥ ਪਖਾਰੋ, ਫਿਰ ਭੋਜਨ ਸਾਹਿਬ ਕਹਿੰਦੇ ਜਿੰਨੀ ਲੋੜ ਹੈ ਨਾ ਉਹਨਾਂ ਤ੍ਰਿਪਤ ਹੋ ਕੇ ਛਕੇ। ਤ੍ਰਿਪਤ ਹੋ ਕੇ ਫਿਰ ਆਪਣੇ ਹੱਥਾਂ ਨੂੰ ਜਲ ਦੇ ਨਾਲ ਧੋਣਾ ਕਰੇ, ਹੱਥਾਂ ਨੂੰ ਜਲ ਦੇ ਨਾਲ ਸਾਫ਼ ਕਰੇ। ਇਸ ਪਛਾਤੇ ਚੂਲਾ ਉਚਾਰੋ, ਤੇ ਉਹ ਤੋਂ ਬਾਅਦ ਚੁਲਾ ਉਚਾਰੇ। ਚੁਲਾ ਪੜ੍ਹਨਾ ਹੁੰਦਾ ਹੈ ਵੀ ਜਦੋਂ ਕੋਈ ਪ੍ਰਸ਼ਾਦਾ ਛਕ ਲਈਦਾ ਹੈ ਨਾ ਤਾਂ ਉਹਦੇ ਬਾਅਦ ਜਿਹੜਾ ਕਹਿਣਾ ਵੀ ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ, ਦੇਂਦੇ ਤੋੜ ਨਾ ਆਵਈ ਅਗਣਤ ਭਰੇ ਭੰਡਾਰ। ਜਾਂ ਇੱਦਾਂ ਜਿਹੜੀਆਂ ਬੇਨਤੀਆਂ ਕਰਨੀਆਂ ਵੀ ਸਖੀ ਦੇ ਸੰਤੋਖੀ ਖਾਏ, ਇੱਦਾਂ ਦੀਆਂ ਅਰਦਾਸਾਂ ਕਰਨੀਆਂ। ਸ਼ਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਹਮੇਰ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਭਾਵ ਸ਼ੁਕਰਾਨਾ ਕਰੇ ਜੇ ਪ੍ਰਸਾਦ ਛਤੀ ਅੰਮ੍ਰਿਤ ਖਾਹੇ, ਤਿਸ ਠਾਕਰ ਕੋ ਰੱਖ ਮਨ ਮਾਹੇ। ਕਹਿੰਦੇ ਵੀ ਉਹਨੂੰ ਮਨ ਵਿੱਚ ਵਸਾ ਕੇ ਰੱਖੇ। ਇੱਦਾਂ ਮਗਰੋਂ ਚੁੱਲ੍ਹਾ ਪੜ੍ਹੇ। ਚੁੱਲ੍ਹਾ ਪੜ੍ਹਨਾ ਵੀ ਸ਼ੁਕਰਾਨਾ ਕਰੇ ਮਹਾਰਾਜ ਇੰਨੀ ਕਰਤੂਤ ਤਾਂ ਸਾਡੀ ਹੈ ਨਹੀਂ ਸੀ, ਪਰ ਤੂੰ ਬੜੀ ਕਿਰਪਾ ਕੀਤੀ ਹੈ ਵੀ ਸਾਨੂੰ ਅਕਿਰਤ ਘਣਾ ਨੂੰ ਵੀ ਪਾਲਦਿਆਂ ਹੋਇਆਂ ਸਾਨੂੰ ਖਾਣ ਵਾਸਤੇ ਭੋਜਨ ਦਿੱਤਾ। ਇੱਦਾਂ ਰੱਬ ਦਾ ਸ਼ੁਕਰਾਨਾ ਕਰੇ। ਸ਼ਸਤਰ ਤੁਰੰਗਮ ਕੀ ਨਿਤ ਸੋਧੀ, ਫਿਰ ਪਾਤਸ਼ਾਹ ਕਹਿੰਦੇ ਸ਼ਸਤਰਾਂ ਦੀ ਸੋਝੀ ਰੱਖੇ, ਵਸਾ ਨਾ ਕਰੇ ਸ਼ਸਤਰਾਂ ਦਾ, ਘੋੜੇ ਦੀ ਸੋਝੀ ਰੱਖੇ। ਭਾਵ ਕਿ ਸ਼ਸਤਰ ਤਰੰਗਮ ਕੀ ਨਿਤ ਸੋਧੀ, ਸੋਧੀ ਰੱਖਣਾ ਵੀ ਪਵਿੱਤਰ ਰਹਿਣੀ ਰਹੇ। ਸ਼ਸਤਰ ਵੀ ਜਿਹੜੇ ਨੇ ਪਵਿੱਤਰ ਰੱਖੇ, ਆਪਣੇ ਘੋੜੇ ਦੀ ਸੇਵਾ ਕਰਨ ਦੀ ਵੀ ਸੋਝੀ ਰੱਖੇ। ਕੌਮਨ ਤੁਰਕਨ ਸੰਗ ਵਿਰੋਧੀ, ਤੇ ਜਿਹੜੇ ਤੁਰਕ ਹਨ ਇਹਨਾਂ ਦਾ ਵਿਰੋਧੀ ਬਣ ਕੇ ਰਹੇ। ਭਾਵ ਕਿ ਜਿਹੜੀਆਂ ਸਰਕਾਰਾਂ ਨੇ, ਸਰਕਾਰੀ ਬੰਦੇ ਨੇ, ਇਹਨਾਂ ਦੇ ਨਾਲ ਨਾ ਕਦੀ ਗੁਰੂ ਕਾ ਖਾਲਸਾ ਰਲੇ। ਉਦੋਂ ਤੁਰਕ ਸਰਕਾਰੀ ਸਨ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਹੁਕਮਨਾਮਾ ਵੀ ਹੈਗਾ ਜਿਹੜਾ ਮਹਾਰਾਜ ਨੇ ਲਿਖਿਆ ਵੀ ਜਦੋਂ ਕੋਈ ਸਰਕਾਰੀ ਬੰਦਾ ਆਵੇ ਇਹਨੂੰ ਕਦੀ ਘਰ ਵਿੱਚ ਮਾਣ ਆਦਰ ਨਹੀਂ ਦੇਣਾ, ਜੇ ਆ ਹੀ ਬੈਠੇ ਤਾਂ ਬਹੁਤਾ ਮੂੰਹ ਨਹੀਂ ਲਾਉਣਾ। ਸੋ ਇਸ ਤਰ੍ਹਾਂ ਕਲਗੀਧਰ ਸਾਹਿਬ ਕਹਿੰਦੇ ਵੀ ਜਿਹੜੇ ਤੁਰਕ ਨੇ, ਭਾਵ ਜਿਹੜੇ ਵੀ ਪੰਥ ਦੇ ਵਿਰੋਧੀ ਹਨ ਤੇ ਸਰਕਾਰਾਂ ਪੰਥ ਦੀਆਂ ਵਿਰੋਧੀ ਨੇ, ਕਿਸੇ ਵੀ ਸਰਕਾਰ ਹੋਵੇ, ਤੇ ਕਹਿੰਦੇ ਇਹਨਾਂ ਦਾ ਸਦਾ ਵਿਰੋਧ ਰੱਖਣਾ, ਇਹਨਾਂ ਨੇ ਨਾਲ ਕਦੇ ਸਾਂਝ ਪਿਆਲੀ ਨਹੀਂ ਕਰਨੀ। ਰਹਿਣ ਪਹਾੜੀ ਸੌਂਦਿਤ ਨਿਆਰ, ਤੇ ਜਿਹੜੇ ਪਹਾੜੀਏ ਨੇ ਮਹਾਰਾਜ ਕਹਿੰਦੇ ਇਹਨਾਂ ਨਾਲੋਂ ਵੀ ਨਿਆਰੇ ਰਹਿਣਾ ਹੈ, ਕਿਉਂਕਿ ਅਨੰਦਪੁਰ ਸਾਹਿਬ ਦੇ ਨੇੜੇ ਤੇੜੇ ਸਭ ਪਹਾੜੀ ਲੋਕ ਜਿਹੜੇ ਸਨ ਹਿੰਦੂ ਰਾਜੇ, ਇਹ ਗੁਰੂ ਘਰ ਦਾ ਬੜਾ ਵੈਰ ਵਿਰੋਧ ਕਰਦੇ ਸੀ। ਤੇ ਮਹਾਰਾਜ ਦੀ ਇਹ ਨੀਤੀ ਸੀ ਵੀ ਜੇ ਇਹਨਾਂ ਨਾਲ ਸਿੱਖ ਪਿਆਰ ਪਾਉਣਗੇ ਇਹ ਕੱਲ ਨੂੰ ਘਰਾਂ ਚ ਆਉਣਗੇ, ਜੇ ਘਰਾਂ ਜਾਉਣਗੇ ਤੇ ਭੇਦ ਲੈਣਗੇ, ਇਹਨਾਂ ਨਾਲ ਤਾਂ ਅਸੀਂ ਜੰਗ ਯੁੱਧ ਕਰਨੇ ਆ। ਜਿਵੇਂ ਇੱਕ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕਿਲ੍ਹਾ ਵੇਖਣ ਵਾਸਤੇ ਇੱਕ ਅੰਗਰੇਜ਼ ਅਫਸਰ ਆਇਆ ਤੇ ਬਾਬਾ ਫੂਲਾ ਸਿੰਘ ਨੇ ਉਹਨੂੰ ਅੰਦਰ ਹੀ ਨਹੀਂ ਆਉਣ ਦਿੱਤਾ, ਉਹਨੂੰ ਭਜਾਤਾ। ਜਦੋਂ ਉਹਨੂੰ ਭਜਾ ਦਿੱਤਾ ਤਾਂ ਮਹਾਰਾਜਾ ਸਾਹਿਬ ਜਿਹੜੇ ਸੀ ਉਹ ਬੋਲੇ ਨਾ। ਬਾਅਦ ਵਿੱਚ ਉਹ
ਫੂਲਾ ਸਿੰਘ ਜੀ ਅਕਾਲੀ ਜੀ ਦੇ ਮਨ ਵਿੱਚ ਆਇਆ ਵੀ ਕਿਤੇ ਮਹਾਰਾਜਾ ਗੁੱਸਾ ਹੀ ਨਾ ਕਰ ਗਿਆ ਹੋਵੇ। ਉਹ ਕਹਿਣ ਲੱਗੇ ਮਹਾਰਾਜਾ ਸਾਹਿਬ ਕਿਤੇ ਗੁੱਸਾ ਤਾਂ ਨਹੀਂ ਕੀਤਾ? ਕਹਿੰਦੇ ਨਹੀਂ ਮਹਾਰਾਜ, ਤੁਸੀਂ ਪੰਥ ਹੋ ਤੇ ਪੰਥ ਦਾ ਰਾਜ ਹੈ। ਕਿਉਂਕਿ ਮਹਾਰਾਜਾ ਰਣਜੀਤ ਸਿੰਘ ਅੰਦਰ ਇੰਨੀ ਨਿਮਰਤਾ ਸੀ, ਉਹ ਇਹੀ ਕਹਿੰਦਾ ਹੁੰਦਾ ਸੀ ਵੀ ਰਾਜ ਪੰਥ ਦਾ ਹੈ, ਵੀ ਮੈਂ ਤਾਂ ਇਹਨਾਂ ਦਾ ਸੇਵਾਦਾਰ ਹਾਂ। ਤੇ ਕਹਿਣ ਲੱਗੇ ਅਸੀਂ ਇਸ ਕਰਕੇ ਉਹਨੂੰ ਅੰਦਰ ਨਹੀਂ ਆਉਣ ਦਿੱਤਾ, ਭਾਵੇਂ ਤੇਰਾ ਮਹਿਮਾਨ ਸੀ ਵੀ ਇਹ ਜਿਹੜੇ ਅੰਗਰੇਜ਼ ਹੈ, ਜੇ ਅੱਜ ਇਹਨਾਂ ਨੂੰ ਆਪਣਾ ਕਿਲਾ ਵਿਖਾਏਗਾ, ਘਰ ਦਾ ਭੇਦ ਦੇਵੇਂਗਾ, ਕੱਲ੍ਹ ਨੂੰ ਇਹ ਤੇਰੇ ਘਰ ਦਾ ਭੇਦ ਲੈ ਕੇ ਤੇਰੇ 'ਤੇ ਹਮਲਾ ਕਰਨਗੇ। ਅਸੀਂ ਤੇਰੇ ਰਾਜ ਦੀ ਪੰਥ ਦੀ ਸਲਾਮਤੀ ਲਈ ਇੱਦਾਂ ਕੀਤਾ ਹੈ। ਇਹ ਗੁਰੂ ਤੇਗ ਬਹਾਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਸਿਖਾਇਆ ਹੈ ਪੰਥ ਨੂੰ। ਸਾਹਿਬ ਜੀ ਕਹਿੰਦੇ ਕਦੀ ਵੀ ਜਿਹੜਾ ਵਿਰੋਧੀ ਆ ਉਹਨੂੰ ਭੇਦ ਨਹੀਂ ਦੇਣਾ। ਇਹਨਾਂ ਪਹਾੜੀਆਂ ਦਾ ਕਹਿੰਦੇ ਕਦੀ ਵਿਸਾਹ ਨਹੀਂ ਕਰਨਾ, ਪਹਾੜੀਆਂ ਦੇ ਨਾਲ ਪਿਆਰ ਨਹੀਂ ਕਰਨਾ। ਬਣਕਰ ਸਖਾ ਨ ਕੀਜੈ ਪਿਆਰ। ਆ ਜਿੰਨਾ ਮਰਜੀ ਕੋਈ ਇਹ ਸਖੇ ਮਿੱਤਰ ਬਣ, ਤੁਹਾਨੂੰ ਸਤਿ ਸ੍ਰੀ ਅਕਾਲ ਜੀ, ਫਤਿਹ ਬੁਲਾਉਣ, ਝੁਕ ਝੁਕ ਮਿਲਣ, ਇਹ ਮਹਾਰਾਜ ਕਹਿੰਦੇ ਵੀ ਇਹ ਸਖੇ ਬਣ, ਇਹਨਾਂ ਨਾਲ ਕਦੀ ਪਿਆਰ ਨਹੀਂ ਕਰਨਾ। ਇਹ ਮਹਾਰਾਜ ਵਿਰੋਧ ਨਹੀਂ ਸਾਨੂੰ ਸਿਖਾ ਰਹੇ, ਪਰ ਸਾਨੂੰ ਵੈਰੀ ਤੋਂ ਸੁਚੇਤ ਹੋਣ ਦੀ ਜੁਗਤੀ ਦੱਸ ਰਹੇ ਹਨ। ਸਭ ਸਿੱਖਣ ਕੋ ਖਰਚ ਵਿਸਾਲਾ। ਤੇ ਜੇ ਤੁਸੀਂ ਕਹੋ ਵੀ ਮਹਾਰਾਜ ਅਨੰਦਪੁਰ ਸਾਹਿਬ ਦੇ ਆਲੇ ਦੁਆਲੇ ਦਾ ਪਹਾੜੀਏ ਰਹਿੰਦੇ ਨੇ, ਜੇ ਇਹਨਾਂ ਨਾਲ ਨਹੀਂ ਰੱਖਾਂਗੇ ਫਿਰ ਲੰਗਰ ਕਿਵੇਂ ਚੱਲੂਗਾ? ਕਿਉਂਕਿ ਸਭ ਲੰਗਰ ਦਾ ਤੇ ਖਰਚ ਬੜਾ ਏ। ਤਾਂ ਕਲਗੀਧਰ ਸਾਹਿਬ ਕਹਿੰਦੇ ਜੇ ਤੁਸੀਂ ਆਖੋ ਨਾ ਵੀ ਸਿੱਖਾਂ ਦਾ ਲੰਗਰ ਦਾ ਬਹੁਤ ਭਾਰੀ ਖਰਚ ਹੈ, ਗੁਰੂ ਸਰਬਤਾ ਕਾਲਾ, ਉਹਦੇ ਲਈ ਮਹਾਰਾਜ ਕਹਿੰਦੇ ਤੁਸੀਂ ਚਿੰਤਾ ਨਹੀਂ ਕਰਨੀ। ਇਹ ਚਿੰਤਾ ਤੁਸੀਂ ਨਹੀਂ ਕਰਨੀ ਵੀ ਲੰਗਰ ਕਿਵੇਂ ਚੱਲੂਗਾ, ਸੇਵਾ ਕਿਵੇਂ ਚੱਲੂਗੀ। ਕਹਿੰਦੇ ਵੀ ਸਭ ਥਾਈਂ ਸਭ ਵੇਲੇ ਗੁਰੂ ਸਾਹਿਬ ਜੀ ਆਪ ਦੇਣਗੇ, ਆਪ ਸਹਾਈ ਹੋਣਗੇ। ਇਹ ਸਾਡੇ ਲੋਕ ਨੇ ਬਹੁਤ ਇੱਦਾਂ ਕਰਦੇ, ਕਹਿੰਦੇ ਵੀ ਸਾਡੀ ਸਮਝਦਾਰੀ ਤੋਂ ਬਿਨਾਂ ਕੋਈ ਕੰਮ ਨਹੀਂ ਚੱਲ ਸਕਦਾ, ਵੀ ਅਸੀਂ ਸਿਆਣਪ ਨਾਲ ਲੰਗਰ ਚਲਾਉਣੇ, ਸਿਆਣਪ ਨਾਲ ਕੋਈ ਸੇਵਾ ਕਰਦੇ ਹਾਂ। ਇਹ ਲੰਗਰ ਚਲਾਉਣੇ, ਇਹ ਮਾਇਆ ਆਉਣੀ, ਇਹ ਰਸਤਾ ਆਉਣੀ ਹੈ, ਕਿਸੇ ਬੰਦੇ ਦੇ ਵੱਸ ਦੀ ਗੱਲ ਥੋੜ੍ਹਾ ਹੈ। ਇਹ ਤਾਂ ਗੁਰੂ ਦੀ ਕਿਰਪਾ ਕਰਕੇ ਆ ਰਿਹਾ ਸਭ ਕੁਝ। ਜੇ ਕੋਈ ਆਖੇ ਨਾ ਕਿਸੇ ਨੂੰ ਮਾਣ ਹੋ ਜੇ ਵੀ ਮੇਰਾ ਕਰਕੇ ਆ ਰਿਹਾ, ਵੀ ਮੈਂ ਬੜਾ ਜ਼ਿੰਮੇਵਾਰ ਵਿਅਕਤੀ ਹਾਂ, ਨਾ ਭਾਈ ਤੈਨੂੰ ਕੌਣ ਪੁੱਛਦਾ ਹੈ। ਇਹ ਤਾਂ ਗੁਰੂ ਦੀ ਖੇਡ ਹੈ। ਗੁਰੂ ਕਲਗੀਧਰ ਸਾਹਿਬ ਜੀ ਕਹਿੰਦੇ ਦਇਆ ਹੈ ਗੁਰੂ, ਕਹਿੰਦੇ ਗੁਰੂ ਨਾਨਕ ਸਾਹਿਬ ਵਾਹਿਗੁਰੂ ਜੀ ਦੇਣਗੇ। ਕਦੋਂ ਕਦੋਂ ਦੇਣਗੇ? ਸਰਬ ਥਾ ਕਾਲਾ, ਕਹਿੰਦੇ ਸਭ ਥਾਵਾਂ ਤੇ ਦੇਣਗੇ ਤੇ ਸਭ ਸਮਿਆਂ 'ਚ ਦੇਣਗੇ। ਛਤਰੀ ਆਦ ਵਰਨ 84। ਇਸ ਕਰਕੇ ਜੋ ਛਤਰੀ ਆਦਿਕ ਜਿਹੜੇ 4 ਵਰਨ ਹਨ, ਜਿਹੜੇ 4 ਵਰਨ ਨੇ, ਆਸ਼ਰਮ 4 ਆਦ ਸੰਨਿਆਸੀ, ਤੇ ਜਿਹੜੇ 4 ਆਸ਼ਰਮ ਹਨ, ਗ੍ਰਸਤੀ, ਸੰਨਿਆਸੀ ਆਦਿਕ, ਸਕਲ ਅਧੀਨ ਪੰਥ ਕੇ ਕਰੇ। ਇਹ ਮਹਾਰਾਜ ਕਹਿੰਦੇ ਅਸੀਂ ਸਾਰੇ ਹੀ ਆਪਣੇ ਖਾਲਸੇ ਪੰਥ ਦੇ ਅਧੀਨ ਕਰ ਦਿੱਤੇ ਹਨ। ਇਹ 4 ਵਰਣਾਂ ਦੇ 4 ਆਸ਼ਰਮਾਂ ਦੇ ਲੋਕ, ਇਹਨਾਂ ਤੋਂ ਪੰਥ ਨੂੰ ਅਸੀਂ ਉੱਤੇ ਕਰ ਦਿੱਤਾ ਤੇ ਇਹ ਸਾਰੇ ਪੰਥ ਦੀ ਤਾਬਿਆ ਕਰ ਦਿੱਤੇ ਨੇ। ਸੋ ਸਭ ਪੰਥ ਸ਼ਬਦ ਅਨੁਸਰੈ। ਤੇ ਉਹ ਜਿਹੜਾ ਪੰਥ ਹੈ ਉਹਨੂੰ ਮਹਾਰਾਜ ਕਹਿੰਦੇ ਅਸੀਂ ਸ਼ਬਦ ਦੇ ਅਨੁਸਾਰ ਹੀ ਕਰ ਦਿੱਤਾ ਹੈ। ਕੈਸੀ ਖੇਡ ਹੈ। ਸਾਹਿਬ ਜੀ ਕਹਿੰਦੇ ਵੀ ਸਾਰੇ ਲੋਕ ਪੰਥ ਦੇ ਅਧੀਨ ਕਰਦੇ ਤੇ ਅਸੀਂ ਪੰਥ ਅਕਾਲ ਦੇ, ਗੁਰਬਾਣੀ ਦੇ ਸ਼ਬਦ ਦੇ, ਭਾਵ ਗੁਰੂ ਗ੍ਰੰਥ ਸਾਹਿਬ ਦੇ ਅਧੀਨ ਕੀਤਾ ਹੈ। ਸੇਵਾ ਸਿੱਖਣ ਕੀ ਸਿੱਖ ਧਾਰੇ। ਜਿਹੜਾ ਕੋਈ ਅੰਮ੍ਰਿਤਧਾਰੀ, ਕੋਈ ਗੁਰੂ ਕਾ ਸਿੱਖ ਹੈ, ਉਹ ਸਿੱਖਾਂ ਦੀ ਸੇਵਾ ਕਰਨ ਦੇ ਵਿੱਚ ਪ੍ਰੇਮ ਧਾਰੇ। ਕਦੀ ਸਿੱਖ ਨੂੰ ਵੇਖ ਕੇ ਸਿੱਖ ਨਫ਼ਰਤ ਨਾ ਕਰੇ, ਸਗੋਂ ਪਿਆਰ ਦੇ ਨਾਲ ਕਹਿੰਦੇ ਸੇਵਾ ਕਰੇ। ਅਜੇ ਪ੍ਰਸਾਦ ਨਾ ਪਾਸ ਉਠਾਰੇ। ਤੇ ਜੇ ਕੋਈ ਗੁਰੂ ਕਾ ਸਿੱਖ ਪ੍ਰਸ਼ਾਦਾ ਛਕਣ ਦਿਆ ਹੋਵੇ ਤੇ ਪ੍ਰਸ਼ਾਦੇ ਛਕਦੇ ਨੂੰ ਕਹਿੰਦੇ ਵੀ ਉੱਥੋਂ ਬੈਠੇ ਨੂੰ ਉਠਾਲ ਨਾ ਦਵੇ। ਇਹ ਨਹੀਂ ਵੀ ਕੋਈ ਪੰਗਤ ਵਿੱਚ ਬੈਠਾ ਹੋਵੇ ਤੇ ਉਹਨੂੰ ਉਠਾ ਦੇ, ਗੱਫਾ ਛਕਦੇ ਨੂੰ, ਭੋਜਨ ਛਕਦੇ ਨੂੰ, ਬੜਾ ਵੱਡਾ ਪਾਪ ਹੈ। ਜੇ ਕਹੋ ਵੀ ਇੱਦਾਂ ਹੁੰਦਾ, ਸਾਧ ਸੰਗਤ ਬਹੁਤ ਇੱਦਾਂ ਹੁੰਦਾ ਹੈ। ਕਈ ਵਾਰ ਇਹੋ ਜਿਹੇ ਥਾਵਾਂ ਤੇ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਵੀ ਕਿਸੇ ਪ੍ਰਸ਼ਾਦੇ ਛਕਦੇ ਨੂੰ ਵੀ ਉਠਾ ਦਿੰਦੇ ਨੇ। ਆਮ ਸਿੱਖਾਂ ਦੀ ਗੱਲ ਤਾਂ ਵਿਚਾਰੇ ਜਿਹੜੇ ਹੁੰਦੇ ਨੇ ਵੀ ਅਸੀਂ ਤਾਂ ਕਹਿੰਦੇ ਆ ਨਾ ਵੀ ਮਹਾਰਾਜ ਦੀ ਕਥਾ ਕਰਦੇ ਆ ਜੀ, ਕਥਾਵਾਚਕ ਹੈ, ਸਾਡੇ ਵਰਗਿਆਂ ਨੂੰ ਵੀ ਉਠਾ ਦਿੱਤਾ ਅਗਲਿਆਂ ਨੇ। ਇੰਨੀ ਈਰਖਾ, ਲੰਗਰ ਦੇ ਵਿੱਚੋਂ, ਪੰਗਤ ਚੋਂ ਕਹਿੰਦੇ ਇੱਥੋਂ ਉੱਠੋ। ਤੇ ਜਿਹੜੇ ਆਮ ਸਿੱਖ ਕਿਸੇ ਨੂੰ ਨਹੀਂ ਆਪਣੀ ਗੱਲ ਦੱਸ ਸਕਦੇ, ਉਹਨਾਂ ਨਾਲ ਕੀ ਕਰਦੇ ਹੋਣਗੇ? ਜਿਹਦਾ ਹਜੇ ਪਤਾ ਵੀ ਹੈ ਵੀ ਇਹ ਕੋਈ ਸਿੱਖ ਵੀ ਇਹ ਕਥਾ ਕਰਦਾ ਹੈ, ਉਹਨਾਂ ਨੂੰ ਵੀ ਕਹਿੰਦੇ ਵੀ ਨਾ, ਉਹਨਾਂ ਨੂੰ ਵੀ ਕਈ ਵਾਰ ਇੱਦਾਂ ਦੀਆਂ ਘਟਨਾਵਾਂ ਹੋ ਜਾਂਦੀਆਂ। ਮਹਾਰਾਜ ਕਹਿੰਦੇ ਗੱਲ ਠੀਕ ਨਹੀਂ ਹੈ ਭਾਈ। ਅਚਹਿ ਪ੍ਰਸਾਦ ਨਾ ਪਾਸ ਉਠਾਰੇ, ਵੀ ਜਦੋਂ ਕੋਈ ਸਿੱਖ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕੇ ਨਾ, ਜਦੋਂ ਛਕਣ ਕੋਈ ਬਹਿ ਗਿਆ, ਜੇ ਕੋਈ ਗੱਲ ਕਰਨੀ ਵੀ ਹੈ ਉਹਨੂੰ ਬਾਅਦ 'ਚ ਕਰ ਲੈ। ਜੇ ਤੈਨੂੰ ਲੱਗਦਾ ਵੀ ਹੈ ਵੀ ਉਹਦੀ ਕੋਈ ਗਲਤ ਗੱਲ ਹੈ ਜਾਂ ਕਿਵੇਂ ਹੈ,
ਭੋਜਨ ਛਕਦੇ ਨੂੰ ਕਹਿੰਦੇ ਕਦੀ ਨਾ ਉਠਾਵੇ। ਬਹੁਤ ਵੱਡਾ ਇਹ ਪਾਪ ਹੈ ਜਿਹੜਾ ਕੋਈ ਭੋਜਨ ਛਕਦੇ ਸਿੱਖ ਨੂੰ ਉਠਾ ਦਿੰਦਾ ਹੈ ਪੰਗਤ ਦੇ ਵਿੱਚੋਂ, ਉਹਦਾ ਬਾਟੇ 'ਚ ਪਾਇਆ ਭੋਜਨ ਰੋੜ ਦਿੰਦਾ ਏ, ਉਹਦਾ ਥਾਲੀ ਵਿੱਚ ਪਾਇਆ ਪ੍ਰਸ਼ਾਦਾ ਚੁੱਕ ਲੈਂਦਾ ਏ। ਕਹਿੰਦੇ ਵੀ ਇਹ ਬੜਾ ਮਾੜਾ ਕਰਮ ਹੈ, ਬੜਾ ਵੱਡਾ ਪਾਪ ਏ, ਏਦਾਂ ਨਾ ਕਰੇ। ਇੱਥੋਂ ਤੀਕਰ ਮਹਾਰਾਜ ਨੇ ਵਰਤਾਉਣ ਵਾਲੇ ਦੀ ਗੱਲ ਕਹਿ ਦਿੱਤੀ ਵੀ ਵਰਤਾਉਣ ਵਾਲਾ ਕਦੇ ਵੀ ਛਕਣ ਵਾਲੇ ਦੇ ਵਧੀਕੀ ਨਾ ਕਰੇ। ਤੇ ਨਾਲ ਹੀ ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜਾ ਛਕਣ ਵਾਲਾ ਹੈ ਨਾ ਉਹ ਵੀ ਤ੍ਰਿਪਤ ਹੈ। ਉਧਰ ਜਦੋਂ ਢਿੱਡ ਭਰ ਜੇ ਨਾ ਫਿਰ ਲੋਭ ਨਾ ਕਰੇ, ਐਵੇਂ ਲੋਭ ਜਿਹਾ ਨਾ ਕਰੀ ਜਾਵੇ। ਜਿੰਨਾ ਢਿੱਡ ਭਰ ਗਿਆ ਠੀਕ ਹੈ, ਹੋਰ ਉਹ ਘਰ ਖੜਨ ਦਾ ਜਾਂ ਇਕੱਠਿਆਂ ਕਰਨ ਦਾ ਲੋਭ ਨਾ ਕਰੇ। ਮੰਦ ਨਜ਼ਰ ਸਿੱਖ ਕੇ ਘਰ ਧਰੇ। ਤੇ ਜਿਹੜਾ ਕੋਈ ਗੁਰੂ ਦੇ ਸਿੱਖ ਦੇ ਘਰ ਵਿੱਚ ਕੋਈ ਲੰਗਰ ਪ੍ਰਸ਼ਾਦਾ ਛਕਣ ਜਾਵੇ ਤੇ ਉੱਥੇ ਮੰਦੀ ਨਿਗਾਹ ਨਾ ਰੱਖੇ, ਕੋਈ ਭੈੜੀ ਨਿਗਾਹ ਦੇ ਨਾਲ ਧੀ ਭੈਣ ਨੂੰ ਨਾ ਵੇਖੇ। ਸੋ ਸਿੱਖ ਪਰੇ ਨਰਕ ਮਹਿ ਜਾਏ। ਕਿਉਂਕਿ ਜਿਹੜਾ ਸਿੱਖ ਦੇ ਘਰ ਵਿੱਚ ਮੰਦੀ ਨਿਗਾਹ ਧਾਰਦਾ ਹੈ, ਜਿਹੜਾ ਸਿੱਖ ਨੂੰ ਪੰਗਤ ਵਿੱਚੋਂ ਬੈਠੇ ਨੂੰ ਉਠਾ ਦਿੰਦਾ ਹੈ, ਜਿਹੜਾ ਸਿੱਖ ਢਿੱਡ ਭਰਨ ਤੋਂ ਬਾਅਦ ਵੀ ਲੋਭ ਕਰਦਾ ਏ, ਸਾਹਿਬ ਕਹਿੰਦੇ ਵੀ ਉਹ ਜਾ ਕੇ ਨਰਕਾਂ ਦੇ ਵਿੱਚ ਪੈਂਦਾ ਹੈ, ਉਹਦਾ ਕਦੀ ਭਲਾ ਹੋ ਹੀ ਨਹੀਂ ਸਕਦਾ। ਨਹਿ ਤਿਸ ਕੋ ਮੈਂ ਬਣੋ ਸਹਾਈ। ਮੈਂ ਸਾਹਿਬ ਜੀ ਕਹਿੰਦੇ ਵੀ ਕਦੀ ਵੀ ਉਹਦਾ ਸਹਾਈ ਨਹੀਂ ਹੋਵਾਂਗਾ, ਕਦੀ ਉਹਦਾ ਮਦਦਗਾਰ ਨਹੀਂ ਹੋਵਾਂਗਾ। ਜਿਹੜਾ ਲੋਭ ਕਰਦਾ ਏ, ਜਿਹੜਾ ਭੋਜਨ ਛਕਣ ਵਾਲੇ ਨੂੰ ਉਠਾ ਦਿੰਦਾ, ਉਹਦੀ ਨਰਾਦਰੀ ਕਰਦਾ ਏ, ਤੇ ਜਿਹੜਾ ਕੋਈ ਸਿੱਖ ਦੇ ਘਰ ਵਿੱਚ ਮੰਦੀ ਨਿਗਾਹ ਰੱਖਦਾ ਹੈ। ਪ੍ਰਸ਼ਾਦ ਕੀ ਨਿੰਦ ਅਲਾਵੇ। ਤੇ ਕਦੀ ਵੀ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਜਿਹੜਾ ਗੁਰੂ ਦਾ ਲੰਗਰ ਪ੍ਰਸ਼ਾਦ ਹੈ ਨਾ, ਇਹਨੂੰ ਛਕਣ ਤੋਂ ਬਾਅਦ ਫਿਰ ਭੋਜਨ ਦੀ ਕਦੀ ਨਿੰਦਾ ਨਾ ਕਰੇ। ਜਦੋਂ ਅਸੀਂ ਭੋਜਨ ਖਾ ਪੀ ਲੈਨੇ ਆ ਨਾ, ਤੇ ਕਈ ਖਾ ਪੀ ਕੇ ਬਾਅਦ 'ਚ ਕਹਿੰਦੇ ਲੈ ਇਹਦਾ ਸਵਾਦ ਹੀ ਨਹੀਂ ਸੀ ਬਣਿਆ, ਇਹਦੇ ਵਿੱਚ ਲੂਣ ਘੱਟ ਸੀ, ਇਹਦੇ ਵਿੱਚ ਉਹ ਸੀ, ਆਹ ਸੀ। ਵੀ ਨਹੀਂ ਚੰਗਾ ਲੱਗਦਾ ਤੂੰ ਪਹਿਲਾਂ ਹੀ ਨਾ ਖਾ ਕੇ ਢਿੱਡ ਭਰ ਕੇ ਫੇਰ ਜਿਹੜੀ ਨਿੰਦਾ ਕਰਨੀ ਹੈ, ਇਹ ਫਿਰ ਤੂੰ ਗੁਨਾਹਗਾਰ ਹੋ ਜਾਵੇਂਗਾ। ਸਾਧ ਸੰਗਤ ਜੀ, ਸੰਤੋਖੀ ਹੋਣਾ ਚਾਹੀਦਾ ਛਕਣ ਵਾਲਾ। ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਵੇਲੇ ਵੀ ਇੱਕ ਐਸੀ ਘਟਨਾ ਹੋਈ ਨਾ, ਜਦੋਂ ਮਾਲਵੇ ਦੇ ਵਿੱਚ ਸਾਹਿਬ ਜੀ ਗਏ ਤੇ ਉੱਥੇ ਬਹਿਬਲ ਨਗਰ ਦੇ ਵਿੱਚ ਗਏ। ਪਿਛਲਾ ਜਿਹਾ ਪਹਿਰ ਹੋ ਗਿਆ ਤੇ ਨਗਰ ਦਾ ਜਿਹੜਾ ਚੌਧਰੀ ਤੇ ਹੋਰ ਸਿੱਖ ਆਏ, ਕਹਿਣ ਲੱਗੇ ਮਹਾਰਾਜ ਜਿਹੜੇ ਸਿੱਖ ਤਾਂ ਵਿਵੇਕੀ ਨਹੀਂ, ਉਹਨਿਆਂ ਨੂੰ ਅਸੀਂ ਰਸ ਦੇ ਦਿੰਦੇ ਹਾਂ, ਉਹ ਲੰਗਰ ਬਣਾ ਲੈਣ, ਤੇ ਜਿਹੜੇ ਕੋਈ ਖੁੱਲਾ ਛਕ ਲੈਂਦੇ ਆ ਘਰੋਂ ਬਣਿਆ ਬਣਾਇਆ, ਉਹ 2-2 4-4 ਸਿੰਘ ਸਾਡੇ ਨਾਲ ਘਰੋਂ ਘਰੀ ਘੱਲ ਦਿਓ, ਅਸੀਂ ਉਹਨਾਂ ਨੂੰ ਘਰਾਂ 'ਚ ਛਕਾ ਦਿੰਦੇ ਹਾਂ। ਉਹ ਸਾਰੇ ਕੋਈ 2 ਜਿੰਨੀ ਕਿਸੇ ਦੀ ਸਮਰੱਥਾ ਸੀ, ਕਿਸੇ ਨੇ 2 ਸਿੰਘ ਨਾਲ ਲੈ ਲਏ, ਕਿਸੇ ਨੇ 4 ਸਿੰਘਾਂ ਨੂੰ ਲੈ ਲਿਆ। ਉਹ ਇੱਕ ਗਰੀਬ ਸਿੱਖ ਸੀ ਵਿਚਾਰਾ, ਉਹ ਪਿੰਡ ਦਾ ਚੌਧਰੀ ਕਹਿਣ ਲੱਗਾ ਉਹ ਤੂੰ ਵੀ ਕਿਸੇ ਨਾ ਕਿਸੇ ਨੂੰ ਖਾੜ। ਉਹ ਕਹਿੰਦਾ ਜੀ ਮੇਰਾ ਤੇ ਪਤਾ ਹੀ ਹੈ ਤੁਹਾਨੂੰ। ਕਹਿੰਦਾ ਨਾ ਕੋਈ ਕਿਸੇ ਇੱਕ ਨੂੰ ਹੀ ਲੈ ਜਾ। ਉਹ ਜਦੋਂ ਕਿਹਾ ਤੇ ਉਹ ਗਰੀਬ ਸਿੱਖ ਇੱਕ ਸਿੱਖ ਨੂੰ ਘਰ ਦੇ ਵਿੱਚ ਸਿੰਘ ਨੂੰ ਨਾਲ ਲੈ ਗਿਆ। ਜੇ ਜਦੋਂ ਘਰ ਦੇ ਵਿੱਚ ਖੜਿਆ, ਉਹਦੇ ਕੋਲ ਹੈ ਤਾਂ ਕੁਝ ਨਹੀਂ ਸੀ, ਪੀਲੂ ਜੇ ਸੁੱਕੇ ਪਏ ਸੀ, ਪਾਣੀ 'ਚ ਉਬਾਲ ਕੇ ਥੋੜ੍ਹਾ ਜਿਹਾ ਲੂਣ ਮਿਰਚੀ ਪਾ ਕੇ ਉਹਨੇ ਅੱਗੇ ਰੱਖਤੇ। ਤੇ ਜਿਹੜਾ ਗੁਰੂ ਕਾ ਸਿੱਖ ਸੀ ਉਹਨੇ ਵੀ ਕਹਿੰਦੇ ਬੜੀ ਭਾਵਨਾ ਦੇ ਨਾਲ ਛਕ ਲਏ। ਮਹਾਰਾਜ ਕੋ ਸਾਰੇ ਸਿੰਘ ਵਾਪਸ ਆਏ। ਸਾਹਿਬ ਜੀ ਪੁੱਛਣ ਲੱਗੇ ਵੀ ਦੱਸੋ, ਸਿੱਖ ਦੀ ਮਹਾਨਤਾ ਪ੍ਰਗਟਾਉਣੀ ਸੀ ਨਾ ਵੀ ਸਿੱਖ ਕੈਸੇ ਸਿਦਕੀ ਹੁੰਦੇ ਨੇ। ਕਹਿੰਦੇ ਕੀ ਖਾਧਾ ਵੀ ਦੱਸੋ। ਕੋਈ ਕਹਿੰਦਾ ਮਹਾਰਾਜ ਅਸੀਂ ਤਾਂ ਖੀਰ ਖਾਧੀ, ਕੋਈ ਕਹਿੰਦਾ ਅਸੀਂ ਦਹੀਂ ਦੇ ਨਾਲ ਆ ਭੱਲੇ ਖਾਧੇ, ਕੋਈ ਕੁਝ ਕਹੇ। ਤੇ ਉਹ ਜਿਹੜਾ ਗਰੀਬ ਸਿੱਖ ਦੇ ਘਰ ਗਿਆ ਸੀ, ਉਹਨੂੰ ਕਹਿਣ ਲੱਗੇ ਹਾਂ ਸਿੰਘਾ ਤੂੰ ਕੀ ਖਾਧਾ। ਕਹਿਣ ਲੱਗਾ ਮੈਂ। ਤੂੰ ਕੀ ਛਕਿਆ? ਸਾਹਿਬਾਂ ਦਾ ਭਜਨ ਸੀ, ਤੂੰ ਕੀ ਛਕਿਆ? ਕਹਿੰਦਾ ਮਹਾਰਾਜ ਜੋ ਮੈਂ ਛਕਿਆ ਪਿੱਛੇ ਕਿਸੇ ਨੇ ਛਕਿਆ ਨਹੀਂ ਸੀ, ਤੇ ਅੱਗੇ ਨੂੰ ਕੋਈ ਇਹੋ ਜਿਹਾ ਭੋਜਨ ਛਕਾਊਗਾ ਨਹੀਂ, ਮੈਂ ਭਾਉ ਦਾ ਭੋਜਨ ਖਾਧਾ ਹੈ। ਸਾਹਿਬ ਜੀ ਫੇਰ ਕਹਿਣ ਲੱਗੇ, ਫਿਰ ਕਹਿੰਦਾ ਮਹਾਰਾਜ ਮੈਂ ਉਹ ਭੋਜਨ ਛਕਿਆ ਜਿਹੜਾ ਪਿੱਛੇ ਕਿਸੇ ਨੇ ਛਕਾਇਆ ਨਹੀਂ, ਤੇ ਅੱਗੇ ਨੂੰ ਕੋਈ ਛਕੂਗਾ ਨਹੀਂ। ਤੇ ਮਹਾਰਾਜ ਨੇ ਜਦੋਂ ਵਾਰ-ਵਾਰ ਪੁੱਛਿਆ ਤਾਂ ਸਤਿਗੁਰੂ ਸਾਹਿਬ ਜੀ ਦੇ ਪੁੱਛਣ ਤੇ ਜਦੋਂ ਸਿੱਖ ਨੇ ਇੱਦਾਂ 2 ਭਰਾਂ ਕਿਹਾ, ਤਾਂ ਜਿਹੜਾ ਚੌਧਰੀ ਸੀ ਨਾ ਉਹ ਕਹਿਣ ਲੱਗਾ ਉਹ ਸਿੱਖਾ ਸੱਚੋ ਸੱਚ ਦੱਸ ਤੂੰ ਕੀ ਖਾਧਾ ਹੈ, ਐਵੇਂ ਇਹਦੀਆਂ ਸਿਫਤਾਂ ਦੇ ਪੁੱਲ ਬੰਨੀ ਜਾਣਾ। ਕਹਿੰਦੇ ਸਾਨੂੰ ਪਤਾ ਇਹਦੇ ਘਰੇ ਤਾਂ ਭੰਗ ਭੁੱਜਦੀ, ਇਹਨੇ ਤੈਨੂੰ ਕੀ ਖਵਾ ਦੇਣਾ ਸੀ ਜਿਹੜਾ ਤੂੰ ਆਂਦਾ ਮੈਂ ਖਾਧਾ ਨਹੀਂ ਕਦੀ। ਫਿਰ ਕਹਿਣ ਲੱਗਾ ਮਹਾਰਾਜ ਇਸ ਸਿੱਖ ਨੂੰ ਹੀ ਪੁੱਛ ਲਓ। ਗਰੀਬ ਸਿੱਖ ਵੀ ਉੱਥੇ ਬੈਠਾ ਤੇ ਨੀਵੀਂ ਪਾਈ ਕਹਿਣ ਲੱਗਾ ਮਹਾਰਾਜ ਸਾਹਿਬ ਕਹਿੰਦੇ ਤੂੰ ਦੱਸ ਵੀ ਸਿੱਖ ਨੂੰ ਕੀ ਛਕਾਇਆ। ਕਹਿੰਦਾ ਮਹਾਰਾਜ ਜੀ ਮੈਂ ਕੀ ਛਕਾਉਣਾ ਸੀ, ਮੈਂ ਗਰੀਬ ਹੈ, ਮੇਰੇ ਘਰ ਦੇ ਵਿੱਚ ਸੁੱਕੇ ਪੀਲੂ ਦੇ ਪਏ ਸਨ, ਮੈਂ ਉਹੀ ਉਬਾਲ ਕੇ ਲੂਣ ਜਿਹਾ ਭੁੱਕ ਕੇ ਇਹਨੂੰ ਖਵਾ ਦਿੱਤੇ ਆ। ਤੇ ਇਹ ਸਿੱਖ ਜਿਹੜਾ ਇਹ ਮੇਰਾ ਪਰਦਾ ਢੱਕਣ ਕਰਕੇ ਕਹਿੰਦਾ ਹੈ ਵੀ ਮੈਂ ਉਹ ਖਾਧਾ ਜਿਹੜਾ ਕਦੀ ਕਿਸੇ ਨੇ ਨਾ ਪਿੱਛੇ ਖਾਧਾ ਸੀ ਨਾ ਅੱਗੇ ਕੋਈ ਖਾਵੇਗਾ।
ਕਲਗੀਧਰ ਮਹਾਰਾਜ ਸਾਹਿਬ ਬੜੇ ਪ੍ਰਸੰਨ ਹੋਏ। ਸਾਹਿਬ ਕਹਿੰਦੇ ਅਸੀਂ ਇਸੇ ਕਰਕੇ ਤੁਹਾਨੂੰ ਪੁੱਛ ਰਹੇ ਸਾਂ, ਸਿੱਖ ਮੇਰਾ ਉਹ ਹੈ ਕਹਿੰਦੇ ਵੀ ਜੋ ਮਿਲ ਜਾਵੇ, ਕੋਈ ਗਰੀਬ ਸਿੱਖ ਜਿੰਨਾ ਕੁ ਛਕਾ ਦੇਵੇ, ਕਹਿੰਦੇ ਖੁਸ਼ ਹੋ ਕੇ ਛਕੇ, ਉਹਦਾ ਸ਼ੁਕਰਾਨਾ ਕਰੇ ਮਾਲਕ ਦਾ, ਇਸ ਤਰ੍ਹਾਂ ਦਾ ਸੰਤੋਖੀ ਹੋਵੇ, ਕਹਿੰਦੇ ਲੋਭ ਨਾ ਕਰੇ। ਸਿੱਖ ਦੇ ਘਰ ਦੇ ਵਿੱਚ ਮੰਦੀ ਨਿਗਾਹ ਨਾ ਰੱਖੇ, ਭੋਜਨ ਛਕਦੇ ਸਿੱਖ ਨੂੰ ਪੰਗਤ ਚੋਂ ਨਾ ਉਠਾਵੇ। ਜਿਹੜਾ ਏਦਾਂ ਕਰੂਗਾ ਨਰਕਾਂ 'ਚ ਜਾ ਕੇ ਗੋਤੇ ਖਾਏਗਾ। ਸ਼ੁੱਧਤ ਸਿੱਖ ਕੋ ਸਾਦਰ ਖਵਾਵੇ, ਨਾ ਤਿਸ ਕੋ ਮੈਂ ਬਣੋ ਸਹਾਈ। ਸਾਹਿਬ ਕਹਿੰਦੇ ਮੈਂ ਉਹਦਾ ਸਹਾਈ ਨਹੀਂ ਬਣਾਂਗਾ। ਨੈ ਪ੍ਰਸਾਦ ਕੀ ਨਿੰਦ ਕਦੀ ਵੀ ਭੋਜਨ ਦੀ ਨਿੰਦਾ ਨਹੀਂ ਕਰਨੀ ਚਾਹੀਦੀ। ਜੇ ਕੋਈ ਕਸਰ ਲੱਗਦੀ ਹੈ ਕਿ ਜਿਹੜੀ ਚੀਜ਼ ਨਹੀਂ ਖਾਂਦੇ ਉਹ ਪਹਿਲਾਂ ਹੀ ਨਾ ਖਾਓ, ਖਾ ਕੇ ਨਹੀਂ ਨਿੰਦਣਾ ਚਾਹੀਦਾ। ਸ਼ੁੱਧਤ ਸਿੱਖ ਕੋ ਸਾਦਰ ਖਵਾਵੇ, ਜਿਹੜਾ ਕੋਈ ਗੁਰੂ ਕਾ ਸਿੱਖ ਭੁੱਖਾ ਹੋਵੇ, ਕਲਗੀਧਰ ਸਾਹਿਬ ਕਹਿੰਦੇ ਜਿਹੜਾ ਮੇਰੀ ਖੁਸ਼ੀ ਲੈਣਾ ਚਾਹੁੰਦਾ ਏ ਉਹਨੂੰ ਸਤਿਕਾਰ ਦੇ ਨਾਲ ਬਿਠਾ ਕੇ ਕਹਿੰਦੇ ਭੋਜਨ ਛਕਾਵੇ। ਸੋ ਜਗਨ ਕੋ ਫਲ ਸੋ ਪਾਏ, ਜਿਹੜਾ ਕੋਈ ਲੋੜਵੰਦ ਨੂੰ, ਕੋਈ ਗਰੀਬ ਨੂੰ, ਕੋਈ ਭੁੱਖੇ ਸਿੱਖ ਨੂੰ ਭੋਜਨ ਛਕਾਉਂਦਾ, ਕਹਿੰਦੇ 100 ਜਗ ਕੀਤੇ ਦੇ ਇੱਕ ਸਿੱਖ ਨੂੰ ਲੰਗਰ ਛਕਾਇਆ, ਲੰਗਰ ਛਕਾਉਣ ਦਾ ਵੀ ਉਹ ਤੋਂ ਵੱਧ ਫਲ ਪ੍ਰਾਪਤ ਹੋਵੇਗਾ। ਗੁਰਸਿੱਖ ਕੋ ਕਰ ਪ੍ਰੇਮ ਛਕਾਏ, ਜਿਹੜਾ ਗੁਰੂ ਕਾ ਸਿੱਖ ਹੈ ਉਹਨੂੰ ਪ੍ਰੇਮ ਕਰਕੇ ਕਹਿੰਦੇ ਭੋਜਨ ਛਕਾਉਣਾ ਕਰੇ। ਸਿੱਖ ਕੋ ਦੇ ਵਿਵਾਹ ਕਰਾਏ, ਆ ਜਿਵੇਂ ਮਹਾਰਾਜ ਸਾਹਿਬ ਦੀ ਇਹ ਮਹਾਨਤਾ ਨੂੰ ਦਰਸਾਉਂਦੇ ਆ ਭਾਈ ਗੁਰਦਾਸ ਜੀ ਨੇ ਵੀ ਕਿਹਾ ਹੈ ਵੀ ਸਿੱਖ ਕੋ ਛਕਾਏ ਪਾਣੀ ਭਾਉ ਕਰ ਕੁਰ ਖੇਤ। ਕਹਿੰਦਾ ਜਿਹੜਾ ਸਿੱਖ ਨੂੰ ਪ੍ਰੇਮ ਨਾਲ ਪਾਣੀ ਵੀ ਛਕਾ ਲੈਂਦਾ ਹੈ, ਕੁਰਸ਼ੇਤਰ ਤੇ ਜਾ ਕੇ ਦਾਨ ਪੁੰਨ ਕਰਨ ਤੋਂ ਬਾਅਦ ਉਹਨੂੰ ਫਲ ਮਿਲ ਜਾਂਦਾ ਹੈ। ਜਿਹੜਾ ਕੋਈ ਗੁਰੂ ਕੇ ਸਿੱਖ ਨੂੰ ਭਾਵਨਾ ਨਾਲ ਜਲ ਪਾਣੀ ਪੁੱਛ ਲੈਂਦਾ। ਤੇ ਨਾਲ ਹੀ ਮਹਾਰਾਜ ਸਾਹਿਬ ਜੀ ਕਹਿੰਦੇ ਹਨ ਸੋ ਸਿੱਖ ਕਿਉ ਦੇ ਵਿਵਾਹ ਕਰਾਏ, ਤੇ ਪਾਤਸ਼ਾਹ ਕਹਿੰਦੇ ਕਿ ਜਿਹੜਾ ਕੋਈ ਗਰੀਬ ਸਿੱਖ ਹੋਵੇ, ਅੰਮ੍ਰਿਤਧਾਰੀ ਹੋਵੇ, ਜੇ ਉਹਦਾ ਵਿਆਹ ਨਾ ਹੁੰਦਾ ਹੋਵੇ ਤੇ ਜਿਹੜਾ ਮੇਰਾ ਸਿੱਖ ਹੈ ਜੇ ਉਹਦਾ ਬਲ ਪੈਂਦਾ ਹੈ ਉਹ ਮੇਰੇ ਸਿੱਖਾਂ ਦਾ ਵਿਆਹ ਕਰਾ ਦੇਵੇ, ਕਹਿੰਦੇ ਉਹਦਾ ਆਨੰਦ ਕਾਰਜ ਕਰਾਵੇ। ਸੋ ਨਿਸਤਰ ਹੈ ਬਿਲਮ ਨਹਿ ਲਾਏ, ਤੇ ਜਿਹੜਾ ਕੋਈ ਮੇਰੇ ਗਰੀਬ ਸਿੱਖ ਦਾ ਆਨੰਦ ਕਾਰਜ ਕਰਾਵੇਗਾ, ਕਲਗੀਧਰ ਸਾਹਿਬ ਜੀ ਕਹਿੰਦੇ ਉਹਨੂੰ ਮੁਕਤ ਹੋਣ ਲੱਗਿਆਂ ਦੇਰ ਨਹੀਂ ਲੱਗੇਗੀ। ਸਿੱਖ ਸਿੱਖ ਵਿਦਿਆ ਸਿਖਲਾਵੇ, ਜਿਹੜਾ ਕੋਈ ਗੁਰੂ ਕਾ ਸਿੱਖ ਵਿਦਿਆ ਪੜ੍ਹਿਆ ਹੈ ਨਾ ਉਹ ਹੋਰ ਸਿੱਖਾਂ ਨੂੰ ਕਹਿੰਦੇ ਵੀ ਭਾਵਨਾ ਦੇ ਨਾਲ ਗੁਰਬਾਣੀ ਦੀ ਵਿਦਿਆ ਦੀ ਸਿਖਲਾਈ ਦੇਵੇ। ਵੀ ਜੇ ਕੋਈ ਆਖੇ ਨਾ ਵੀ ਤੁਸੀਂ ਪੜ੍ਹੇ ਹੋ, ਜੇ ਸਾਨੂੰ ਕੋਈ ਆ ਕੇ ਆਖੇ ਮੈਨੂੰ ਵੀ ਬਾਣੀ ਸਿਖਾਓ ਤੇ ਅਸੀਂ ਕਹਿੰਦੇ ਵੀ ਉਹਦਾ ਨਰਾਦਰ ਕਰੀਏ, ਇਹ ਸਿੱਖ ਦੀ ਮਰਿਆਦਾ ਨਹੀਂ ਹੈ। ਕਿਉਂਕਿ ਜੈਸੇ 7 ਮੰਦਰ ਕੰਚਨ ਕੇ ਉਸਾਰ ਦੀਨੇ ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ। 7 ਤੋਂ ਭਾਵ ਹੈ 100। ਜਿਵੇਂ 100 ਕਹਿੰਦੇ ਕੋਈ ਸੋਨੇ ਦੇ ਮੰਦਰ ਲਿਪ ਦਵੇ ਤੇ ਇੱਕ ਸ਼ਬਦ ਸੰਪੂਰਨ ਭਾਵਨਾ ਨਾਲ ਸ਼ੁੱਧ ਕਿਸੇ ਸਿੱਖ ਨੂੰ ਸਿਖਾ ਦਵੇ, ਉਹਦਾ ਬਰਾਬਰ ਦਾ ਹੀ ਕਹਿੰਦੇ ਮਹਾਤਮ ਮਿਲ ਜਾਂਦਾ ਹੈ। ਤੇ ਸਿੱਖ ਸਿੱਖ ਵਿਦਿਆ ਸਿਖਲਾਵੇ, ਜਿਹੜੇ ਸਿੱਖ ਨੇ ਵਿਦਿਆ ਸਿੱਖੀ ਆ ਉਹ ਆਪਣੇ ਜੀਵਨ ਦੇ ਵਿੱਚ ਹੋਰਾਂ ਨੂੰ ਵੀ ਕਹਿੰਦੇ ਵਿਦਿਆ ਪੜ੍ਹਾਵੇ। ਇੱਥੇ ਤਾਂ ਬਾਣੀ ਪੜ੍ਹ ਲੈਂਦੇ, ਕਥਾ ਸਿੱਖ ਲੈਂਦੇ, ਕੀਰਤਨ ਸਿੱਖ ਲੈਂਦੇ, ਪਾਠ ਸਿੱਖ ਲੈਂਦੇ, ਫੇਰ ਬਸ ਮਾਇਆ ਦੇ ਟੱਕ ਧਾਰਦੇ ਨੇ। ਤੇ ਜੇ ਕੋਈ ਆ ਕੇ ਸੰਥਿਆ ਕਰਾਓ ਕਹਿੰਦੇ ਸਾਡਾ ਟਾਈਮ ਹੀ ਨਹੀਂ ਹੈਗਾ। ਸਾਹਿਬ ਕਹਿੰਦੇ ਜਿਹੜਾ ਗੁਰੂ ਕਾ ਸਿੱਖ ਪੜ੍ਹਿਆ ਏ ਉਹ ਗੁਰੂ ਕੇ ਸਿੱਖਾਂ ਨੂੰ ਗੁਰਬਾਣੀ ਸਿਖਾਵੇ। ਨਗਨ ਸਿੱਖ ਕੋ ਬਸਤਰ ਉਡਾਵੇ, ਜੇ ਕੋਈ ਸਿੱਖ ਨਗਨ ਹੈ ਜਿਹਦੇ ਬਸਤਰ ਮਸਤਾਨੇ ਵੇਖ ਲਓ, ਪਾਟੇ ਪੁਰਾਣੇ ਕੱਪੜੇ ਵੇਖ ਲਓ, ਉਹਦੇ ਵੱਲ ਵੇਖ ਕੇ ਘਿਰਨਾ ਨਾ ਕਰੋ ਵੀ ਇਹਨੇ ਕੀ ਪਾਇਆ, ਸਗੋਂ ਕਹਿੰਦੇ ਉਹਨੂੰ ਕੋਈ ਬਸਤਰ ਲੈ ਕੇ ਉਹਨੂੰ ਨਵੇਂ ਬਸਤਰ ਪਵਾ ਦਵੇ। ਕਾਰਜ ਅਰਿਓ ਸਿੱਖ ਕੋ ਸਾਧੇ, ਕਲਗੀਧਰ ਸਾਹਿਬ ਕਹਿੰਦੇ ਜੇ ਕੋਈ ਸਿੱਖ ਦਾ ਕਾਰਜ ਅੜ ਗਿਆ ਹੋਵੇ ਨਾ, ਤੇ ਜੇ ਕਿਸੇ ਦੂਜੇ ਸਿੱਖ ਦਾ ਕੋਈ ਨਹੁੰ ਅੜਦਾ ਹੋਵੇ, ਭਾਵ ਕਿ ਕਿਤੇ ਹੱਥ ਪੈਂਦਾ ਹੋਵੇ, ਤਾਂ ਉਹ ਸਿੱਖ ਦਾ ਕੰਮ ਕਰ ਦੇਵੇ। ਅਸੀਂ ਮਰਿਆਦਾ ਤੋਂ ਉਲਟ ਚੱਲ ਰਹੇ ਹਾਂ। ਸਾਡੇ ਲੋਕ ਸਿੱਖ ਹੋ ਕੇ ਸਿੱਖਾਂ ਦੇ ਕੰਮ ਵਿਗਾੜ ਰਹੇ ਨੇ। ਸਾਹਿਬਾਂ ਦਾ ਹੁਕਮ ਹੈ ਵੀ ਜੇ ਕਿਸੇ ਸਿੱਖ ਦਾ ਕੋਈ ਕੰਮ ਅੜਿਆ ਹੋਵੇ ਤੇ ਜਿਹੜੇ ਕੋਈ ਸਿੱਖ ਦਾ ਉੱਥੇ ਕੰਮ ਕਰਾਉਣ ਵਿੱਚ ਹੱਥ ਪੈਂਦਾ ਹੋਵੇ, ਕਹਿੰਦੇ ਵੀ ਉਹ ਭਾਵਨਾ ਦੇ ਨਾਲ ਉਹਦਾ ਕੰਮ ਕਰਾਵੇ। ਇਹ ਨਾ ਵੇਖੇ ਵੀ ਮੇਰੀ ਕਿਹੜੀ ਰਿਸ਼ਤੇਦਾਰੀ ਹੈ, ਵੀ ਮੇਰੇ ਕਿਹੜੇ ਪਿੰਡ ਦਾ, ਮੇਰੀ ਕਿਹੜੀ ਜਾਣ ਪਛਾਣ ਦਾ,
ਕਹਿੰਦੇ ਵੀ ਸਿੱਖ ਜਿਹੜਾ ਹੈ ਉਹ ਸਿੱਖ ਗੁਰੂ ਕਾ ਜਾਣ ਕੇ ਸਿੱਖ ਦਾ ਕੰਮ ਕਰਾਵੇ। ਜਮ ਕੀ ਬਾਦਾ ਸੋ ਨਹਿ ਲਾਦੇ। ਜਿਹੜਾ ਸਿੱਖ ਸਿੱਖ ਦਾ ਕੰਮ ਕਰਾਊਗਾ, ਜਿਹੜਾ ਸਿੱਖ ਸਿੱਖ ਨੂੰ ਭੋਜਨ ਛਕਾਊਗਾ, ਜਿਹੜਾ ਸਿੱਖ ਸਿੱਖ ਦਾ ਵਿਆਹ ਕਰਾਊਗਾ, ਜਿਹੜਾ ਸਿੱਖ ਸਿੱਖ ਨੂੰ ਵਿਦਿਆ ਸਿਖਾਊਗਾ, ਜਿਹੜਾ ਸਿੱਖ ਨੰਗੇ ਬਸਤਰ ਜਿਹਦੇ ਪਾਟੇ ਨੇ ਉਹਦਾ ਨੰਗੇਜ ਢੱਕੇਗਾ, ਉਹਨੂੰ ਜਮਾਂ ਦੀ ਕਹਿੰਦੇ ਬਾਧਾ ਨਹੀਂ ਪਵੇਗੀ, ਜਾਮ ਉਹਦੇ ਨੇੜੇ ਨਹੀਂ ਢੁਕਣਗੇ। ਇੱਕ ਦਿਨ ਬੈਠੇ ਗੁਰੂ ਮਹਾਰਾਜ। ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਨੇ ਲੰਗਰ ਵਰਤਾਉਣ ਦੀ ਤੇ ਲੰਗਰ ਛਕਣ ਦੀ ਦੋਵਾਂ ਤਰ੍ਹਾਂ ਦੀ ਮਰਿਆਦਾ ਦੱਸਦੀ। ਵਰਤਾਉਣ ਵਾਲਾ ਗੁਰੂ ਕਾ ਜਾਣ ਕੇ ਵਰਤਾਵੇ ਤੇ ਛਕਣ ਵਾਲਾ ਲੋੜ ਦੇ ਅਨੁਸਾਰ ਛਕੇ, ਲੋਭ ਨਾ ਕਰੇ। ਇੱਦਾਂ ਹੀ ਕਹਿੰਦੇ ਇੱਕ ਦਿਨ ਮਹਾਰਾਜ ਕਲਗੀਧਰ ਸਾਹਿਬ ਦੀਵਾਨ ਵਿੱਚ ਬੈਠੇ ਸਨ। ਇਹ ਸਾਖੀ ਨਵੀਂ ਚੱਲਦੀ ਹੈ, 100 ਸਾਖੀ ਦੀ ਇਹ 22ਵੀਂ ਸਾਖੀ ਹੈ। ਸੇਵਕ ਸਭਾ ਸਮਾਜ। ਮਹਾਰਾਜ ਸਾਹਿਬ ਜੀ ਬੈਠੇ ਨੇ ਦੀਵਾਨ ਵਿੱਚ, ਸਤਿਗੁਰਾਂ ਦੇ 4 ਸਫੇਰੇ ਗੁਰ ਸਿੱਖ ਖਾਲਸੇ ਸੰਗਤਾਂ ਬੈਠੀਆਂ ਨੇ। ਚੌਂਕੀ ਭਾਈ ਬਿਲਾਵਲ ਕੇ। ਬਿਲਾਵਲ ਰਾਗ ਦੀ ਚੌਂਕੀ ਦਾ ਕਹਿੰਦੇ ਕੀਰਤਨ ਹੋ ਰਿਹਾ ਸੀ। 11 ਚੌਂਕੀਆਂ ਨੇ। ਪਹਿਲੀ ਹਰਮੰਦਰ ਸਾਹਿਬ ਉਹ ਦੁਪਹਿਰਾ ਕਹਿੰਦੇ ਨੇ, ਆਖਰੀ ਚੌਂਕੀ ਨੂੰ ਕਲਿਆਣ ਕਹਿੰਦੇ ਨੇ। ਉਹਦੇ ਵਿੱਚ ਚੌਂਕੀਆਂ ਲੱਗਦੀਆਂ, ਕੋਈ ਬਿਲਾਵਲ ਦੀ ਹੈ, ਕੋਈ ਸਾਧ ਸੰਗਤ ਆਸਾ ਰਾਗ ਆਸਾ ਦੀ ਵਾਰ ਦੀ ਚੌਂਕੀ ਹੈ, ਕੋਈ ਆਨੰਦ ਦੀ ਚੌਂਕੀ ਹੈ, ਕੋਈ ਸੋਦਰ ਦੀ ਚੌਂਕੀ ਹੈ। ਤਾਂ 11 ਚੌਂਕੀਆਂ, ਕੋਈ 1 ਘੰਟੇ ਦੀ ਹੈ, ਕੋਈ 1.25 ਘੰਟੇ ਦੀ ਹੈ, ਕੋਈ 1.5 ਘੰਟੇ ਦੀ ਹੈ, ਕੋਈ 2.5 ਘੰਟੇ ਦੀ ਵੀ ਹੈ, ਜਿਵੇਂ ਆਸਾ ਦੀ ਵਾਰ ਲੰਮੀ ਚੱਲਦੀ। ਐਵੇਂ ਉਹ ਬਿਲਾਵਲ ਦੀ ਚੌਂਕੀ। ਇਹ ਅੰਮ੍ਰਿਤ ਵੇਲੇ ਆਸਾ ਦੀ ਵਾਰ ਤੋਂ ਬਾਅਦ ਜਦੋਂ ਕਥਾ ਹੁੰਦੀ ਤੇ ਕਥਾ ਤੋਂ ਬਾਅਦ ਜਿਹੜਾ ਕੀਰਤਨ ਆਰੰਭ ਹੁੰਦਾ ਉਹਨੂੰ ਬਿਲਾਵਲ ਦੀ ਚੌਂਕੀ ਕਹਿ ਦਿੰਦੇ ਨੇ। ਤੇ ਬਿਲਾਵਲ ਦੀ ਕਹਿੰਦੇ ਚੌਂਕੀ ਦਾ ਕੀਰਤਨ ਹੋ ਰਿਹਾ ਸੀ। ਗਾਵੇ ਰਾਗੀ ਪ੍ਰੀਤ ਕਨੇ। ਤੇ ਜਿਹੜੇ ਰਾਗੀ ਕੀਰਤਨ ਕਰਨ ਵਾਲੇ ਆ ਉਹ ਵੀ ਕਹਿੰਦੇ ਵੀ ਬੜੇ ਰਾਗਾਂ ਦੇ ਵਿੱਚ ਬੜੀ ਪ੍ਰੀਤੀ ਦੇ ਨਾਲ ਉੱਚੀ ਉੱਚੀ ਗਾ ਕੇ ਸੁਣਾ ਰਹੇ ਸਨ ਕੀਰਤਨ। ਸਾਜ ਸਮਾਜ ਕੰਠ ਕਾ ਸਾਜ ਸਮਾਜ ਕੰਠ ਸੁਰ ਤਾਲ। ਸਾਜਾਂ ਦਾ ਸਮਾਜ ਜਿਵੇਂ ਢੋਲਕੀ, ਛੈਣੇ, ਖੜਤਾਲਾਂ, ਵਾਜੇ, ਰਬਾਬ, ਇਹ ਕਹਿੰਦੇ ਸਾਰੇ ਸਾਜ ਵੱਜ ਰਹੇ ਸਨ। ਜਿੱਥੇ ਸਾਜ ਵੱਜ ਰਹੇ ਸਨ, ਗਾਉਣ ਵਾਲਿਆਂ ਦਾ ਜਿਹੜਾ ਕੰਠ ਹੈ ਉਹ ਵੀ ਬੜਾ ਕਹਿੰਦੇ ਵੀ ਰਸੀਲਾ ਸੀ। ਫਿਰ ਸੁਰ ਦੇ ਵਿੱਚ ਗਾ ਰਹੇ ਸਨ, ਤਾਲ ਦੇ ਵਿੱਚ ਗਾ ਰਹੇ ਸੀ। ਵੀ ਜਿਵੇਂ ਤਾਲ ਤਬਲਾ ਵੱਜਦਾ ਉਸ ਹਿਸਾਬ ਦੇ ਨਾਲ ਕਹਿੰਦੇ ਰਾਗਾਂ ਦੇ ਵਿੱਚ ਤੇ ਤਾਲ ਦੇ ਨਾਲ ਮਿਲਾ ਕੇ ਸੋਹਣੇ ਗਲੇ ਵਾਲੇ ਸੁਰ ਦੇ ਨਾਲ ਰਾਗੀ ਕੀਰਤਨ ਕਰ ਰਹੇ ਸਨ। ਭਏ ਏਕ ਤਬ ਗਾਏ ਰਸਾਲ। ਕੀ ਕਰ ਰਹੇ? ਭਏ ਏਕ ਤਬ ਗਾਏ ਰਸਾਲ। ਭਏ ਏਕ ਤਬ ਕਹਿੰਦੇ ਵੀ ਕੀਰਤਨ ਸੁਣਦਿਆਂ ਸੁਣਦਿਆਂ ਇੱਕ ਰੂਪ ਹੀ ਹੋ ਗਿਆ। ਸੁਰਤ ਉਹਨਾਂ ਦੀ ਸਾਜਾਂ 'ਚ ਰਾਗਾਂ 'ਚ ਕਹਿੰਦੇ ਖੁੱਭ ਗਈ। ਗਾਏ ਰਸਾਲ, ਬੜਾ ਸੁੰਦਰ ਉਹਨਾਂ ਨੇ ਕੀਰਤਨ ਕੀਤਾ, ਬੜੇ ਸੋਹਣੇ ਢੰਗ ਦੇ ਨਾਲ ਗਾਇਨ ਕੀਤਾ। ਖੁਸ਼ੀ ਖਾਲਸਾ ਸੁਣ ਕਰ ਹੋਆ। ਤੇ ਜਿਹੜੇ ਗੁਰੂ ਕੇ ਖਾਲਸੇ ਮਹਾਰਾਜ ਦੀ ਹਜ਼ੂਰੀ 'ਚ ਕੀਰਤਨ ਸੁਣ ਰਹੇ ਸਨ, ਬਹੁਤ ਹੀ ਖੁਸ਼ ਹੋਏ। ਕਹਿਣ ਲੱਗੇ ਵੀ ਆ ਰਾਗੀਆਂ ਨੇ ਅੱਜ ਬੜਾ ਹੀ ਆਨੰਦ ਲਿਆਂਦਾ, ਕਹਿੰਦੇ ਬੜਾ ਸੋਹਣਾ ਕੀਰਤਨ ਕੀਤਾ ਏ। ਗੁਰ ਮੈਂ ਪ੍ਰੇਮ ਉਪਾਵਤ ਜੋਵਾ। ਆ ਕਹਿੰਦੇ ਵੀ ਇਹਦਾ ਕੀਰਤਨ ਜਿਹੜਾ ਇੰਨੇ ਪਿਆਰ ਨਾਲ ਕਰ ਰਹੇ ਹੈ ਵੀ ਕੀਰਤਨ ਸੁਣ ਸੁਣ ਕੇ ਤੇ ਵੇਖਿਆ ਜਾਂਦਾ ਹੈ ਵੀ ਗੁਰੂ ਮਹਾਰਾਜ ਦੇ ਨਾਲ ਪ੍ਰੇਮ ਲੱਗਦਾ ਸੁਣਨ ਵਾਲੇ ਦਾ। ਵਾਹ ਵਾਹ ਸਭ ਹੂਨ ਸੁਨਾਏ। ਜਦੋਂ ਕੀਰਤਨ ਦਾ ਬਿਲਾਵਲ ਦੀ ਚੌਂਕੀ ਦਾ ਭੋਗ ਪੈ ਗਿਆ, ਸਾਰਿਆਂ ਨੇ ਕਿਹਾ ਵਾਹ ਵਾਹ, ਸ਼ਾਬਾਸ਼ ਤੁਹਾਡੇ ਕੀਰਤਨੀਓ, ਸ਼ਾਬਾਸ਼ ਤੁਹਾਡੇ ਰਾਗੀਓ, ਬੜਾ ਸੋਹਣਾ ਕਹਿੰਦੇ ਵੀ ਤੁਸੀਂ ਗਾਇਆ ਏ। ਅੱਜ ਸ਼ਬਦ ਸੁੰਦਰ ਬਿਦ ਗਾਏ। ਅੱਜ ਤਾਂ ਕਹਿੰਦੇ ਬੜੀ ਸੋਹਣੀ ਵਿਧੀ ਦੇ ਨਾਲ ਤੁਸੀਂ ਗੁਰਬਾਣੀ ਦੇ ਸ਼ਬਦਾਂ ਦਾ ਗਾਇਨ ਕੀਤਾ ਏ। ਕਰੇ ਨਿਹਾਲ ਰਾਗੀਆਂ ਆਛੇ। ਕਰੇ ਨਿਹਾਲ ਰਾਗੀਆਂ ਨੇ ਆਛੇ। ਸਿੰਘ ਕਹਿਣ ਲੱਗੇ ਅੱਜ ਤਾਂ ਇਹ ਮਹਾਰਾਜ ਸਤਿਗੁਰੂ ਸਾਹਿਬ ਜੀ ਨੂੰ ਵੀ ਕਹਿੰਦੇ ਨੇ, ਆਪਸ ਵਿੱਚ ਕਿਹਾ ਪਹਿਲਾਂ ਤੇ ਆਪਸ ਵਿੱਚ ਕਹਿ ਕੇ ਤੇ ਫਿਰ ਕਹਿੰਦੇ ਮਹਾਰਾਜ ਅੱਜ ਤਾਂ ਰਾਗੀਆਂ ਨੇ ਕੀਰਤਨ ਬੜਾ ਸੋਹਣਾ ਕੀਤਾ। ਕਹਿੰਦੇ ਅੱਜ ਤਾਂ ਸਾਨੂੰ ਬੜਾ ਆਨੰਦ ਆਇਆ, ਇਹਨਾਂ ਨੇ ਤਾਂ ਅੱਜ ਸਾਨੂੰ ਨਿਹਾਲ ਕਰ ਦਿੱਤਾ ਏ। ਗਇਓ ਆਨੰਦ ਜਥਾ ਔਰ ਬਾਂਛੇ। ਮਹਾਰਾਜ ਜੋ ਅਸੀਂ ਦਿਲ ਵਿੱਚ ਚਾਹੁੰਦੇ ਸਾਂ ਅੱਜ ਸਾਨੂੰ ਉਦਾਂ ਦਾ ਆਨੰਦ ਬਖਸ਼ ਦਿੱਤਾ ਏ। ਕੀਰਤਨ ਸੁਣ ਕੇ ਸਾਨੂੰ ਬੜੀ ਖੁਸ਼ੀ ਮਿਲੀ ਆ। ਸੁਣ ਕਲਗੀਧਰ ਉੱਚੇ ਕਹੀ। ਕਲਗੀਧਰ ਮਹਾਰਾਜ ਸਾਹਿਬ ਜੀ ਨੇ ਜਦੋਂ ਸਿੰਘਾਂ ਦੇ ਕੋਲੋਂ ਰਾਗੀਆਂ ਦੀ ਤਾਰੀਫ ਸੁਣੀ ਤਾਂ ਉੱਚੀ ਆਵਾਜ਼ ਵਿੱਚ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਕਹਿਣ ਲੱਗੇ, ਭਾਈ ਕਹੀ ਲੁਪਾਈ ਕਹੀ। ਪਾਤਸ਼ਾਹ ਜੀ ਕਹਿਣ ਲੱਗੇ ਖਾਲਸਾ ਜੀ ਜਿਹੜੀ ਕਹੀ ਦਾ ਰੌਲਾ ਪਿਆ ਹੈ ਨਾ ਭਾਈ, ਕਹੀ ਲੁਕਾਈ ਕਹੀ 3 ਵਾਰ ਮਹਾਰਾਜ ਨੇ ਕਿਹਾ। ਭਾਈ ਕਹੀ ਲੁਕਾਈ ਕਹੀ, ਇਹ ਢੰਡੋਰਾ ਪਿੱਟਿਆ ਸੀ ਨਾ, ਉਹ ਗੱਲ ਜਦੋਂ ਆਪਾਂ ਸਾਖੀ ਸੁਣੀ ਸਾਰੀ ਖੁੱਲ ਜਾਣੀ ਹੈ। 3 ਵਾਰ ਮਹਾਰਾਜ ਕਹਿੰਦੇ
ਕਹਿੰਦੇ ਸੰਗਤ ਜੀ ਇਹ ਤਾਂ ਉਹ ਗੱਲ ਹੋਈ ਵੀ ਜਿਵੇਂ ਉਹ ਕਹਿੰਦਾ ਵੀ ਭਾਈ ਕਿਸੇ ਨੇ ਕਹੀ ਲੁਕਾਈ ਹੋਵੇ, ਭਾਈ ਕਹੀ ਲੁਕਾਈ ਕਹੀ। ਜਦੋਂ ਕਹਿੰਦੇ ਵੀ ਇਹ ਗੱਲ ਮਹਾਰਾਜ ਨੇ 3 ਵਾਰਾਂ ਸੰਗਤ ਵਿੱਚ ਕਹੀ ਵੀ ਭਾਈ ਕਹੀ ਲੁਕਾਈ ਕਹੀ। ਇਹ ਜਦੋਂ ਸਾਹਿਬਾਂ ਨੇ ਕਿਹਾ ਤਬ ਸਿੱਖਨ ਬੁਝਿਓ ਨਰ ਨਾਹਰ। ਆ ਜੋ ਸਭ ਨਰਾਂ ਦੇ ਕਹਿੰਦੇ ਵੀ ਜਿਹੜੇ ਮਾਲਕ ਹਨ, ਜਿਹੜੇ ਸਭ ਦੇ ਮਾਲਕ ਨੇ ਗੁਰੂ ਕਲਗੀਧਰ ਮਹਾਰਾਜ, ਸਭ ਨਰਾਂ ਦੇ ਵਿੱਚ ਸ਼ੇਰ ਰੂਪ ਗੁਰੂ ਸਾਹਿਬ ਜੀ ਜਿਹੜੇ ਬੈਠੇ ਹੋਏ ਸੀ। ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੂੰ ਸਿੱਖ ਕਹਿਣ ਲੱਗੇ, ਇਹ ਸੱਚੇ ਪਾਤਸ਼ਾਹ ਇਹ ਕੀ ਤੁਸੀਂ ਰਮਜ ਦੀਆਂ ਗੱਲਾਂ ਕਰ ਰਹੇ? ਇਹ ਮਹਾਰਾਜ ਜਿਹੜਾ ਤੁਸੀਂ ਕਿਹਾ ਹੈ ਵੀ ਭਾਈ ਕਹੀ ਲੁਕਾਈ ਕਹੀ, ਇਹ ਜਿਹੜੀ ਤੁਸੀਂ ਮਹਾਰਾਜ ਜੀ ਉਹ ਬਚਨ ਕੀਤਾ ਹੈ ਪਾਤਸ਼ਾਹ ਸਿੱਟਾ ਹੋਈ ਜ਼ਾਹਰ। ਇਹਦਾ ਮਹਾਰਾਜ ਜਿਹੜਾ ਸਿੱਟਾ ਹੁੰਦਾ ਹੈ ਨਾ, ਜਿਹੜਾ ਤਾਤ ਪਰਜ ਹੈ, ਤੁਹਾਡੇ ਕਹਿਣ ਦਾ ਜਿਹੜਾ ਮਤਲਬ ਹੈ ਇਹ ਸਾਨੂੰ ਜ਼ਾਹਰ ਕਰਕੇ ਦੱਸੋ, ਸਾਨੂੰ ਨਹੀਂ ਪਤਾ ਲੱਗਾ। ਅਸੀਂ ਤਾਂ ਕਹਿ ਰਹੇ ਹਾਂ ਵੀ ਰਾਗੀਆਂ ਨੇ ਕੀਰਤਨ ਬੜਾ ਸੋਹਣਾ ਕੀਤਾ, ਪਰ ਤੁਸੀਂ ਕਹਿੰਦੇ ਹੋ ਭਾਈ ਕਹੀ ਲੁਕਾਈ ਕਹੀ। ਇਹਦਾ ਮਹਾਰਾਜ ਜੀ ਕਹਿਣ ਦਾ ਕੀ ਤੁਹਾਡਾ ਮਨੋਰਥ ਹੈ, ਸਾਨੂੰ ਸਮਝਾਵੋ। ਹਮਕੋ ਨਹੀਂ ਸਮਝ ਕੁਛ ਆਈ। ਸਾਡੀ ਮਹਾਰਾਜ ਇੰਨੀ ਮਤ ਨਹੀਂ, ਸਾਨੂੰ ਨਹੀਂ ਕੁਝ ਸਮਝ ਆਇਆ, ਸਾਡੇ ਪੱਲੇ ਨਹੀਂ ਕੋਈ ਗੱਲ ਬੈਠੀ। ਕੌਣ ਖਿਆਲ ਮੈਂ ਆਪ ਅਲਾਈ। ਕਿਹੜੇ ਖਿਆਲ ਵਿੱਚ ਇਹ ਤੁਸੀਂ ਮਹਾਰਾਜ ਗੱਲ ਕਹੀ ਹੈ ਭਾਈ ਕਹੀ ਲੁਕਾਈ ਕਹੀ? ਇਹ ਮਹਾਰਾਜ ਗੱਲ ਦਾ ਇਸ ਬਚਨ ਦਾ ਕੀ ਮਤਲਬ ਹੈ? ਕਿਹੜੇ ਖਿਆਲ ਵਿੱਚ ਤੁਸੀਂ ਕਹਿ ਰਹੇ ਹੋ, ਸਾਨੂੰ ਦੱਸਣਾ ਕਰੋ। ਤਬ ਸਤਿਗੁਰੂ ਸੁਣਾਈ ਤਥਾ। ਜਦੋਂ ਸਿੰਘਾਂ ਨੇ ਪੁੱਛਿਆ ਤੇ ਉਸ ਵੇਲੇ ਜਿਵੇਂ ਕੋਈ ਗੱਲ ਹੋਈ ਨਾ, ਮਹਾਰਾਜ ਸਾਹਿਬ ਜੀ ਨੇ ਉਸੇ ਤਰ੍ਹਾਂ ਹੀ ਉਹ ਸਾਰੀ ਗੱਲ ਸੁਣਾ ਦਿੱਤੀ। ਰਾਮ ਚੌਧਰੀ ਕੀ ਇੱਕ ਕਥਾ। ਮਹਾਰਾਜ ਕਹਿੰਦੇ ਵੀ ਜਿਹੜੀ ਇਹ ਗੱਲ ਅਸੀਂ ਕਹਿ ਰਹੇ ਹਾਂ ਨਾ ਵੀ ਕਈ ਲੁਕਾਈ ਕਈ, ਕਹਿੰਦੇ ਵੀ ਇਹ ਤਾਂ ਇੱਕ ਚੌਧਰੀ ਦੀ ਕਥਾ ਹੈ। ਇੱਕ ਪਿੰਡ ਦਾ ਇੱਕ ਚੌਧਰੀ ਸੀ, ਕਹਿੰਦੇ ਵੀ ਉਹਦੀ ਇਹ ਕਥਾ ਹੈ, ਉਹ ਤੁਹਾਨੂੰ ਦੱਸਦੇ ਆ। ਗਇਓ ਖੇਤ ਮਹਿ ਜੇ ਕਿਰਸਾਨੀ। ਆ ਜਿਹੜਾ ਕੋਈ ਪਿੰਡ ਦਾ ਚੌਧਰੀ ਸੀ, ਜਿਵੇਂ ਹੁਣ ਆਪਾਂ ਕਹਿ ਦਿੰਨਾ ਵੀ ਸਰਪੰਚ ਹੈ ਫਲਾਣਾ, ਉਦੋਂ ਚੌਧਰੀ ਹੁੰਦੇ ਸੀ ਪਿੰਡਾਂ ਦੇ ਵਿੱਚ। ਤੇ ਮਹਾਰਾਜ ਕਹਿੰਦੇ ਵੀ ਉਹ ਚੌਧਰੀ ਜਿਹੜਾ ਸੀ ਨਾ, ਗਇਓ ਖੇਤ ਮੈਂ ਜੇ ਕਿਰਸਾਨਾ, ਜਿੱਥੇ ਉਹਨੇ ਕੋਈ ਖੇਤੀ ਬੀਜੀ ਸੀ ਤੇ ਆਪਣੇ ਖੇਤਾਂ ਦੇ ਵਿੱਚ ਗਿਆ ਚੌਧਰੀ। ਜੋੜਿਓ ਹਰਟ ਸਿੰਚ ਤੋਂ ਪਾਣੀ। ਆ ਉੱਥੇ ਜਾ ਕੇ ਉਹਨੇ ਹਲਟਾਂ ਜੋੜੀਆਂ ਸਨ, ਖੂਹ ਵਗ ਰਿਹਾ ਸੀ ਤੇ ਉਹ ਖੇਤੀ ਨੂੰ ਪਾਣੀ ਲਾਇਆ ਹੋਇਆ ਸੀ। ਰਾਖੀ ਕਿਆਰੇ ਪਰ ਤਿੰਨ ਕਹੀ। ਤੇ ਜਿੱਥੇ ਕਿਆਰੇ ਮੋੜਦਾ ਸੀ ਨਾ, ਤੇ ਮਹਾਰਾਜ ਕਹਿੰਦੇ ਉਹਨੇ ਕਿਆਰਾ ਮੋੜ ਕੇ ਖਾਲ ਚੋਂ ਨੱਕਾ ਜਿਹੜਾ ਸੀ ਉਹ ਤੋੜ ਕੇ ਤੇ ਕਿਆਰੇ ਵਿੱਚ ਪਾਣੀ ਲਾਇਆ ਸੀ। ਤੇ ਜਿੱਥੇ ਪਾਣੀ ਲਾਇਆ ਸੀ ਉਹਨੇ ਇੱਕ ਕਹੀ ਉੱਥੇ ਰੱਖ ਕਰਕੇ ਤੇ ਆਪ ਕਹਿੰਦੇ ਵੀ ਜਿੱਥੇ ਖੂਹ ਵਗ ਰਿਹਾ ਸੀ ਖੂਹ ਵਾਲੇ ਪਾਸੇ ਚਲਾ ਗਿਆ। ਗਮਨਿਓ ਕੋ ਪ੍ਰਾਪਤ ਨਹੀਂ। ਤੇ ਜਦੋਂ ਉਹ ਜਿਹੜਾ ਚੌਧਰੀ ਆ ਨਾ, ਜਿੱਥੇ ਕਿਆਰੇ ਦੇ ਵੱਟ ਦੇ ਕਹਿੰਦੇ ਵੀ ਨੱਕਾ ਬੰਨ ਕੇ ਪਾਣੀ ਮੋੜਿਆ ਹੋਇਆ ਸੀ, ਉੱਥੇ ਉਹ ਚੌਧਰੀ ਕਹੀ ਰੱਖ ਕੇ ਤੇ ਆਪ ਚਲੇ ਗਿਆ ਖੂਹ ਵੱਲ ਵੀ ਮੈਂ ਵੇਖ ਕੇ ਆਵਾਂ ਵੀ ਬਲਦ ਜਿਹੜੇ ਹਨ ਉਹਨਾਂ ਨੂੰ ਹਾਕੇ ਆਵਾਂ ਵੀ ਪਾਣੀ ਦੇ ਵਿੱਚ ਕੋਈ ਮੁਸ਼ਕਲ ਤੇ ਨਹੀਂ ਆ ਰਹੀ। ਤਾਂ ਉਹਦੇ ਮਗਰੋਂ ਮਹਾਰਾਜ ਸਾਹਿਬ ਕਹਿੰਦੇ ਇੰਨੇ ਚਿਰ ਨੂੰ ਉਹਦੀ ਵੱਟ ਤੇ ਪਈ ਹੋਈ ਚੌਧਰੀ ਦੀ ਕਈ ਕੋਈ ਚੁੱਕ ਕੇ ਚੋਰੀ ਕਰਕੇ ਭੱਜ ਗਿਆ, ਲੈ ਗਿਆ। ਨਿਸ਼ਾਨੀ ਛੰਦ ਹਿਰਦੇ ਵਿਚਾਰਿਓ ਚੌਧਰੀ। ਜਦੋਂ ਚੌਧਰੀ ਵਾਪਸ ਆਇਆ ਉਹਨੇ ਵੇਖਿਆ ਵੀ ਹੁਣ ਇੱਥੋਂ ਪਾਣੀ ਤੋੜ ਕੇ ਅਗਲੇ ਕਿਆਰੇ 'ਚ ਲਾਉਣਾ ਹੈ, ਵੀ ਅੱਗੇ ਮੂੰਹਾਂ ਬੰਨਣਾ ਹੈ ਜਾਂ ਨੱਕਾ ਬੰਨਣਾ ਹੈ, ਇੱਦਾਂ ਦੇ ਸ਼ਬਦ ਕਈ ਵਰਤਦੇ ਨੇ ਵੀ ਹੁਣ ਗਾੜੀ ਪਾਣੀ ਮੈਂ ਮੋੜਨਾ, ਮੂੰਹਾਂ ਬੰਨਣਾ, ਨੱਕਾ ਲਾਉਣਾ ਹੈ, ਵੀ ਕਈ ਮੇਰੀ ਕੌਣ ਲੈ ਗਿਆ। ਜਦੋਂ ਕਈ ਸੱਜੇ ਖੱਬੇ ਵੇਖਿਆ ਕਿਤੋਂ ਪ੍ਰਾਪਤ ਨਾ ਹੋਈ ਤਾਂ ਚੌਧਰੀ ਨੇ ਆਪਣੇ ਦਿਲ ਵਿੱਚ ਵਿਚਾਰਿਆ, ਵੱਥ ਗਈ ਜੇ ਮੇਰੀ ਵੱਥ ਗਈ ਜੇ ਮੋਰੀ। ਕਹਿੰਦਾ ਵੀ ਇਹ ਗੱਲ ਇੱਦਾਂ ਵੀ ਕਈ ਦੀ ਤਾਂ ਕੋਈ ਗੱਲ ਨਹੀਂ ਹੈ ਵੀ ਚਲੋ ਮੈਂ ਚੌਧਰੀ ਹਾਂ ਵੀ ਮੈਂ ਹੋਰ ਨਵੀਂ ਕਈ ਖਰੀਦ ਸਕਦਾ ਹੈ, ਪਰ ਗੱਲ ਇਹ ਹੈ ਵੀ ਮੈਂ ਹੋਵਾਂ ਪਿੰਡ ਦਾ ਮੁਖੀ ਤੇ ਮੈਂ ਹਾਲਾਂ ਬਸ ਆਪਣੇ ਖੂਹ ਤੀਕਰ ਗਿਆ ਵੀ ਇੰਨੇ ਚਿਰ ਨੂੰ ਕੋਈ ਮੇਰੀ ਕਈ ਚੋਰੀ ਕਰਕੇ ਮੇਰੀ ਵਸਤੂ ਚੋਰੀ ਕਰਕੇ ਲੈ ਗਿਆ ਏ। ਤੋ ਅਪਰਨ ਕੀ ਕਥਾ ਕਿਆ ਚਲੀ, ਤੋ ਅਪਰਨ ਕੀ ਕਿਆ ਚਲੀ। ਕਹਿੰਦਾ ਵੀ ਤੋ ਅਪਰਨ ਕੀ ਕਿਆ ਚਲੀ, ਹੋਰਾਂ ਦੀ ਕਹਿੰਦੇ ਵੀ ਫਿਰ ਕੀ ਗੱਲ ਚੱਲੂਗੀ, ਵੀ ਹੋਰਾਂ ਦੀ ਕਿੱਥੇ ਸੁਣਵਾਈ ਹੋਊਗੀ, ਵੀ ਮੈਂ ਪਿੰਡ ਦਾ ਚੌਧਰੀ ਹਾਂ, ਪਿੰਡ ਦਾ ਮੈਂ ਮੁਖੀ ਬੰਦਾ, ਸਾਰੇ ਲੋਕਾਂ ਦੇ ਮਸਲੇ ਮੈਂ ਵਿਚਾਰਦਾ, ਜੇ ਮੇਰੀ ਕੋਈ ਕਈ ਚੋਰੀ ਕਰਕੇ ਲੈ ਗਿਆ, ਜੇ ਕੋਈ ਮੇਰੀ ਕੋਈ ਵਸਤੂ ਲੈ ਗਿਆ ਏ ਤਾਂ ਹੋਰਾਂ ਦਾ ਕਹਿੰਦੇ ਵੀ ਫਿਰ ਕੀ ਜ਼ੋਰ ਚੱਲੇਗਾ, ਹੋਰਾਂ ਦੀ ਕੀ ਗੱਲ ਚੱਲੇਗੀ। ਕਿਉਂ ਹੋਏ ਨਾ ਚੋਰੀ। ਜੇ ਤਾਂ ਕਹਿੰਦੇ ਵੀ ਇਹ ਕਿਵੇਂ ਹੋਊਗਾ ਵੀ ਕਿਸੇ ਹੋਰ ਦੇ ਘਰ ਕੋਈ ਚੋਰੀ ਨਾ ਹੋ। ਜੇ ਕੋਈ ਬੰਦਾ ਪਿੰਡ ਦੇ ਚੌਧਰੀ ਦੀ ਕਈ ਚੋਰੀ ਕਰਕੇ ਖੜ ਸਕਦਾ ਏ ਤਾਂ ਚੌਧਰੀ ਕਹਿਣ ਲੱਗਾ ਵੀ
ਇਹ ਕਿਵੇਂ ਨਾ ਹੋਊਗਾ ਵੀ ਕਿਸੇ ਹੋਰ ਦੇ ਘਰਾਂ 'ਚ ਚੋਰੀਆਂ ਨਹੀਂ ਹੋਣਗੀਆਂ ਜਾਂ ਹੋਰ ਕਿਸੇ ਦਾ ਕੋਈ ਸਮਾਨ ਚੁੱਕ ਕੇ ਨਾ ਖੜੇਗਾ। ਉਸੇ ਵੇਲੇ ਉਹਨੇ ਕੀ ਕੀਤਾ, ਕਲਗੀਧਰ ਸਾਹਿਬ ਸਾਖੀ ਸੁਣਾ ਰਹੇ, ਕਹਿੰਦੇ ਵੀ ਉਹ ਪਿੰਡ ਦਾ ਜਿਹੜਾ ਚੌਧਰੀ ਸੀ ਨਾ, ਬੋਲ ਭਰਾਈ ਕੋ ਲਿਓ, ਉਹਨੇ ਜਿਹੜਾ ਭਰਾਈ ਸੱਦ ਲਿਆ। ਭਰਾਈ ਉਹਨੂੰ ਕਹਿੰਦੇ ਸੀ ਵੀ ਜਿਹੜਾ ਢੋਲ ਜਿਹਾ ਵਜਾ ਕੇ ਨਾ ਸਾਰੇ ਪਿੰਡ ਦੇ ਵਿੱਚ ਕੋਈ ਸੁਨੇਹਾ ਲਾਉਣਾ ਹੁੰਦਾ ਤੇ ਹੋਕਾ ਦਿੰਦਾ ਹੁੰਦਾ ਸੀ, ਉਹ ਭਰਾਈ ਨੂੰ ਚੌਧਰੀ ਨੇ ਸੱਦ ਲਿਆ। ਉਹਦੇ ਕੋਲੋਂ ਡੌਂਡੀ ਫਰਵਾ ਦਿੱਤੀ। ਚੌਧਰੀ ਕਹਿੰਦਾ ਹੈ ਵੀ ਮੇਰੀ ਗਵਾਚੀ ਹੈ ਕਹੀ, ਕਿਸੇ ਨੇ ਕੀਤੀ ਆ ਚੋਰੀ, ਤੇ ਉਹ ਕਰ ਭਰਾਈ ਤੂੰ ਸਾਰੇ ਪਿੰਡ ਦੇ ਵਿੱਚ ਡੋਂਡੀ ਪਿੱਟ ਦੇ, ਕੱਲੇ ਕੱਲੇ ਦੇ ਘਰ ਦੇ ਅੱਗੇ ਜਾ ਕੇ ਕਹਿ ਦੇ ਕਿ ਚੌਧਰੀ ਦੀ ਕਹੀ ਜਿੰਨੇ ਵੇਖੀ ਹੋਵੇ, ਜਿਹਦੇ ਕੋਲ ਹੋਵੇ, ਚੌਧਰੀ ਨੂੰ ਵਾਪਸ ਦੇ ਦੇਵੇ। ਇਹ ਤਾਂ ਡੋਂਡੀ ਫਰਵਾ ਦਿੱਤੀ। ਢੋਲ ਸਭ ਨੇ ਸੁਣਿਓ, ਕਹਿੰਦੇ ਢੋਲ ਵੱਜਿਆ। ਢੋਲ ਤੇ ਜਿੱਥੇ ਕੋਈ 4-5 ਘਰ ਹੁੰਦੇ ਸੀ ਉਹਦੇ ਅੱਗੇ ਢੋਲ ਜਿਹਾ ਵਜਾ ਕੇ ਜਦੋਂ ਲੋਕਾਂ ਦਾ ਧਿਆਨ ਹੋ ਜਾਂਦਾ, ਪਹਿਲਾਂ ਉਹਨੇ ਕਹਿਣਾ ਸੁਣੋ 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 3 ਵਾਰਾਂ ਕਹਿੰਦਾ ਹੁੰਦਾ ਸੀ, ਤੇ ਜਦੋਂ ਲੋਕਾਂ ਦਾ ਧਿਆਨ ਹੋ ਜਾਣਾ ਵੀ ਇਹ ਕੀ ਗੱਲ ਕਹਿਣ ਲੱਗਾ, ਜਿਵੇਂ ਹੁਣ ਵੀ ਕਈ ਥਾਵਾਂ ਦੇ ਗੁਰੂ ਘਰ ਦੇ ਉੱਤੇ ਸਪੀਕਰ ਲੱਗੇ ਨਾ, ਜਦੋਂ ਅਨਾਉਂਸਮੈਂਟ ਹੋਣ ਲੱਗੀ ਹੋਵੇ ਤੇ ਲੋਕ ਘਰਾਂ 'ਚੋਂ ਬਾਹਰ ਹੋ ਕੇ ਕਹਿੰਦੇ ਸੁਣ ਲਓ ਵੀ ਬਾਬਾ ਕੀ ਕਹਿੰਦਾ ਹੈ। ਹਾਲਾਂ ਵੀ ਨਗਰਾਂ 'ਚ ਅਨਾਉਂਸਮੈਂਟਾਂ ਹੁੰਦੀਆਂ ਨੇ, ਤੇ ਉਹ ਕਹਿੰਦੇ ਵੀ ਸੁਣੋ ਵੀ ਬਾਬਾ ਕੀ ਕਹਿਣ ਲੱਗਾ ਏ। ਇਹਦੇ ਉਦੋਂ ਨੇ ਆਖਿਆ ਨਾ ਸੁਣੋ 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 3 ਵਾਰਾਂ ਕਹਿ ਕੇ, ਤੇ ਫਿਰ ਕਹਿਣ ਲੱਗਾ ਉਹ ਪਿੰਡ ਵਾਲਿਓ, ਆਪਣੇ ਚੌਧਰੀ ਦੀ ਕਈ ਕਿਸੇ ਨੇ ਕਹਿੰਦੇ ਲੁਕਾ ਲਈ ਹੈ, ਚੋਰੀ ਕਰ ਲਈ ਹੈ, ਜੇ ਕੋਈ ਗਲਤੀ ਨਾ ਲੈ ਆਇਆ ਜਾਂ ਕੋਈ ਚੁੱਕ ਕੇ ਲੈ ਆਇਆ ਉਹ ਚੌਧਰੀ ਨੂੰ ਕਹਿੰਦੇ ਵਾਪਸ ਕਰ ਦੇਵੇ। ਤਾਂ ਪਿੰਡ ਦੇ ਸਾਰੇ ਲੋਕਾਂ ਨੇ ਡੌਂਡੀ ਸੁਣੀ, ਪਰ ਕਹੀ ਨਾ ਪਾਈ। ਸਾਰੇ ਪਿੰਡ ਦੇ ਵਿੱਚ ਕਹਿੰਦੇ ਭਰਾਈ ਨੇ ਬੜੀ ਡੌਂਡੀ ਫੇਰੀ, ਪਰ ਕਿਤੇ ਵੀ ਚੌਧਰੀ ਦੀ ਕਹੀ ਨਾ ਲੱਭੀ। ਬਹੁਰ ਗ੍ਰਾਮ ਕੇ ਸਦਨ ਜੇ ਆ ਫੇਰ ਕੀ ਹੋਇਆ, ਫਿਰ ਸਲਾਹ ਹੋਈ ਵੀ ਇਉਂ ਕਰਦੇ ਵੀ ਜਿੰਨੇ ਕੁ ਪਿੰਡ ਦੇ ਘਰ ਨੇ ਨਾ ਉਹਨਾਂ ਸਾਰਿਆਂ ਦੀ ਤਲਾਸ਼ੀ ਲੈਨੇ ਹਾਂ। ਸਗਰੇ ਖੁਜਵਾਏ, ਸਾਰੇ ਘਰਾਂ ਦੇ ਵਿੱਚ ਕੱਲੇ ਕੱਲੇ ਘਰ ਵਿੱਚ ਗਏ, ਕਹਿੰਦੇ ਗੁੱਸਾ ਨਾ ਕਰਿਓ, ਇਹ ਤੁਹਾਡੇ ਭਲੇ ਲਈ ਕਰ ਰਹੇ ਆ ਵੀ ਜੇ ਅੱਜ ਚੌਧਰੀ ਦਾ ਸਮਾਨ ਚੁੱਕਿਆ ਗਿਆ ਜਿਹੜਾ ਪਿੰਡ ਦਾ ਮੁਖੀ ਆ, ਤੇ ਕਹਿੰਦੇ ਵੀ ਫਿਰ ਤੁਹਾਡਾ ਕਿਵੇਂ ਭਲਾ ਹੋ ਸਕਦਾ ਏ। ਜਿਵੇਂ ਕਈ ਵਾਰਾਂ ਕਈ ਥਾਣਿਆਂ 'ਚ ਵੀ ਚੋਰ ਹੱਥ ਫੇਰ ਜਾਂਦੇ ਨਾ, ਫੇਰ ਬਹੁਤ ਪੁਲਿਸ ਨੂੰ ਭਾਜੜਾਂ ਪੈਂਦੀਆਂ, ਕਹਿੰਦੇ ਥਾਣੇ 'ਚ ਹੀ ਚੋਰੀ ਹੋ ਗਈ ਹੈ। ਉਹ ਫਿਰ ਦੂਜਿਆਂ ਦਾ ਕੀ ਕਹਿੰਦੇ ਵੀ ਸੰਭਾਲ ਕਰਨਗੇ, ਤੇ ਮਾੜੇ ਬੰਦੇ ਦੀ ਕਹਿੰਦੇ ਕੋਈ ਤਗੜੀ ਵਸਤੂ ਵੀ ਗਵਾਚੀ ਹੋਵੇ ਉਹ ਨਹੀਂ ਕੋਈ ਮੰਨਦਾ, ਤੇ ਤਗੜੇ ਬੰਦੇ ਦਾ ਕੁੱਤਾ ਮੱਝ ਗਵਾਚ ਜਾਵੇ ਤੇ ਕੁੱਤਿਆਂ ਦੇ ਪਿੱਛੇ ਭੱਜੇ ਫਿਰਦੇ ਨੇ। ਇਹੋ ਜਿਹੀਆਂ ਕਈ ਗੱਲਾਂ ਸੁਣ ਚ ਆਉਂਦੀਆਂ ਵੀ ਫਲਾਣੇ ਦਾ ਅਫਸਰ ਸੀ, ਉਹਦਾ ਕੁੱਤਾ ਗਵਾਚ ਗਿਆ, ਉਹਦੀ ਮੱਝ ਕੋਈ ਲੈ ਗਿਆ, ਤੇ ਸਾਰੇ ਅਫਸਰ ਹੀ ਕਹਿੰਦੇ ਵੀ ਲੱਭਣ ਤੁਰ ਪਏ। ਤੇ ਇੱਦਾਂ ਹੁਣ ਪਿੰਡ ਦਾ ਚੌਧਰੀ ਸੀ, ਚੌਧਰੀ ਦੀ ਗਵਾਚੀ ਕਈ ਡੰਡੋਰੀ ਪਿੱਟੀ ਤੇ ਕਿਸੇ ਨੇ ਆਪਣੇ ਆਪ ਨਾਂ ਦਿੱਤੀ। ਉਹ ਤੋਂ ਬਾਅਦ ਕਹਿਣ ਲੱਗੇ ਗੁੱਸਾ ਨਾ ਕਰਿਓ, ਅਸੀਂ ਘਰ ਘਰ ਦੀ ਤਲਾਸ਼ੀ ਕਰਨੀ, ਤੇ ਜਿੰਨੇ ਪਿੰਡ ਦੇ ਵਿੱਚ ਘਰ ਸਨ ਸਾਰਿਆਂ ਦੀ ਕਹਿੰਦੇ ਤਲਾਸ਼ੀ ਕੀਤੀ ਗਈ, ਨਾ ਪ੍ਰਾਪਤ ਸੋ ਕਹੀ। ਪਰ ਫੇਰ ਵੀ ਕਹਿੰਦੇ ਚੌਧਰੀ ਦੀ ਜਿਹੜੀ ਚੁੱਕੀ ਹੋਈ ਕਈ ਲੱਭੀ ਨਾ। ਸਾਰੇ ਘਰਾਂ ਦੇ ਵਿੱਚੋਂ ਤਲਾਸ਼ੀ ਕਰਕੇ ਵੇਖ ਲਈ, ਨਰਪੁਰ ਵੀ ਸਮਾਏ। ਕਹਿੰਦੇ ਸਾਰੇ ਹੀ ਹੈਰਾਨ ਹੋ ਗਏ, ਕਹਿੰਦੇ ਅਚਰਜ ਬਾਤ ਹੈ ਵੀ ਸਾਰੇ ਪਿੰਡ ਦੇ ਵਿੱਚੋਂ ਏਡੀ ਛੇਤੀ ਕਈ ਚੁੱਕ ਕੇ ਕੌਣ ਕਿੱਥੇ ਭੱਜ ਗਿਆ, ਹੈਰਾਨ ਹੋ ਗਏ ਸਾਰੇ। ਤਬ ਇੱਕ ਮਾਨਵ ਨੇ ਕਹਿਓ, ਇੱਕ ਫਿਰ ਸਿਆਣਾ ਜਿਹਾ ਸੀ, ਕਹਿਣ ਲੱਗਾ ਚੌਧਰੀ ਜੀ ਮੇਰੀ ਗੱਲ ਦਾ ਗੁੱਸਾ ਨਾ ਕਰਿਓ, ਇੱਕ ਮੈਂ ਤੁਹਾਨੂੰ ਗੱਲ ਕਹਾਂ। ਜੋ ਸਦਨ ਭਰਾਈ, ਕਹਿੰਦੇ ਵੀ ਹੋਰ ਤਾਂ ਸਾਰਿਆਂ ਦੇ ਘਰਾਂ ਦੀਆਂ ਤਲਾਸ਼ੀਆਂ ਕਰਦੇ ਫਿਰਦੇ ਹੋ, ਅੱਜ ਨੇ ਗੱਲ ਦੇ ਵਿੱਚ ਢੋਲ ਜਿਹਾ ਪਾਇਆ, ਇਹ ਕੋਈ ਤੁਹਾਡਾ ਕਹਿੰਦੇ ਸੱਜੇ ਪੱਟੋਂ ਹੈ ਵੀ ਇਹਦੇ ਘਰ ਦੀ ਕਿਉਂ ਨਹੀਂ ਤਲਾਸ਼ੀ ਕਰਦੇ, ਇਹਦਾ ਘਰ ਵੀ ਕਹਿੰਦੇ ਫੋਲ ਕੇ ਵੇਖ ਲਓ ਜਿਹੜਾ ਸਾਰਾ ਪਿੰਡ ਝੋਕਾ ਦਿੰਦਾ ਫਿਰ ਰਿਹਾ ਏ। ਸੋ ਪੀ ਲੀਜੈ ਖੋਜ ਕਰ, ਜਿੱਥੇ ਸਾਰਿਆਂ ਦੇ ਘਰ ਖੋਜ ਕੀਤੇ ਨੇ, ਆਓ ਚੱਲੀਏ ਇਹ ਭਰਾਈ ਦਾ, ਇਹ ਡੋਂਡੀ ਪਿੱਟਣ ਵਾਲੇ ਭਾਈ ਦਾ ਵੀ ਤਾਂ ਘਰ ਵੇਖ ਲਈਏ ਨਾ ਤਲਾਸ਼ੀ ਕਰਕੇ। ਉਹ ਪਾਈ ਆ ਕਹਿੰਦੇ ਜੇ ਕਦੇ ਇਹਦੇ ਘਰ ਹੀ ਵੇਖ ਲਈਏ ਵੀ ਕਦੇ ਕਈ ਜਿਹੜੀ ਸਾਰੇ ਪਿੰਡ ਚੋਂ ਨਹੀਂ ਲੱਭੀ, ਇਹਦੇ ਘਰ ਦੇ ਵਿੱਚੋਂ ਲੱਭ ਜਾਵੇ। ਸਭ ਨੇ ਮੰਨਿਓ ਤਬ, ਇਹ ਗੱਲ ਸੁਣ ਕੇ ਸਾਰਿਆਂ ਨੇ ਮੰਨ ਲਈ। ਚੌਧਰੀ ਵੀ ਕਹਿੰਦਾ ਵੀ ਗੱਲ ਤਾਂ ਠੀਕ ਹੈ ਵੀ ਜਿੱਥੇ ਸਾਰਿਆਂ ਦੇ ਘਰ ਦੀ ਤਲਾਸ਼ੀ ਕੀਤੀ ਕਿਸੇ ਨੇ ਗੁੱਸਾ ਨਹੀਂ ਕੀਤਾ, ਆਪਾਂ ਇਹਦੇ ਘਰ ਦੀ ਵੀ ਕਰ ਲੈਨੇ ਆ। ਸਦਨ ਖੁਜਾਏ, ਉਸੇ ਵੇਲੇ ਜਿਹੜੇ ਬੰਦੇ ਸੀ ਮੋਹਤਬਾਰ ਜੇ ਭੇਜੇ ਦੇ ਉਹ ਭਰਾਈ ਦੇ ਘਰ ਦੀ ਕਹਿੰਦੇ ਤਲਾਸ਼ੀ ਕੀਤੀ। ਇੱਕ ਕੋਠੀ ਪਿੱਛੇ ਪਰੀ, ਉਹ ਜਿਹੜਾ ਡੋਂਡੀ ਪਿੱਟਣ ਵਾਲਾ ਭਾਈ ਸੀ ਉਹਦੇ ਘਰ ਦੇ ਕਹਿੰਦੇ ਬਾਹਰ ਇੱਕ ਕੋਠਾ ਦੇ, ਉਹ ਕੋਠੇ ਦੇ ਪਿੱਛੇ ਇੱਕ ਕੱਚਾ ਕੋਠੀ ਜੀ ਸੀ, ਆਲਾ ਜਿਹਾ ਬਣਾਇਆ ਹੁੰਦਾ ਸੀ, ਜਿਵੇਂ ਹੁਣ ਲੋਕਾਂ ਨੇ ਸਟੋਰ ਰੂਮ ਬਣਾਏ ਹੁੰਦੇ ਨਾ ਵੀ ਸਟੋਰ ਹੈ, ਇਦਾਂ ਕੱਚੇ ਕੋਠਿਆਂ ਦੇ ਮਗਰ ਜੇ ਕੁੱਚਾ ਜਿਹਾ ਆਲਾ ਜਿਹਾ ਬਣਾ ਲੈਂਦੇ ਸੀ ਤੇ ਵਾਧੂ ਘਾਟੂ ਸਮਾਨ ਉਹ 'ਚ ਰੱਖ ਲੈਂਦੇ ਸੀ। ਤੇ ਉਹ ਕਹਿੰਦੇ ਭਰਾਈ ਦੇ ਘਰ ਦੇ ਵਿੱਚ ਜਦੋਂ ਖੋਜ ਕਰਨ ਗਏ
ਤੇ ਖੋਜ ਕਰਦੇ ਆ ਉਹਦੇ ਘਰ ਦੇ ਪਿੱਛੇ ਇੱਕ ਕੋਠੀ ਜੀ ਸੀ, ਕਹਿ ਲਓ ਵੀ ਸਟੋਰ ਰੂਮ ਸੀ। ਤਿਹ ਲਈ ਉਠਾਏ ਜਦੋਂ ਉੱਥੇ ਜਾ ਕੇ ਵੇਖਿਆ ਤੇ ਉੱਥੇ ਇੱਕ ਕਹੀ ਪਈ, ਚੌਧਰੀ ਨੂੰ ਵਿਖਾਈ ਤੇ ਚੌਧਰੀ ਕਹਿੰਦਾ ਮੇਰੀ ਆ, ਕਹਿੰਦੇ ਲੈ ਕੇ ਬਾਹਰ ਆ ਗਏ। ਕਰ ਬੋਲਿਓ ਚੌਧਰੀ ਆਪਣੀ ਕਹੀ ਉਸ ਭਰਾਈ ਦੇ ਘਰੋਂ ਲੱਭੀ ਹੋਈ ਵੇਖ ਕੇ ਚੌਧਰੀ ਕਹਿਣ ਲੱਗਾ, ਕਹਿਣ ਲੱਗਾ ਉਹ ਮੂਰਖ ਭਰਾਈ, ਉਹ ਡੰਡੋਰਾ ਪਿੱਟਣ ਵਾਲਿਆ ਸੁਣ ਮੇਰੀ ਗੱਲ। ਢੋਲ ਸੁਣਾਵੇ ਸਭਨ ਕੋ, ਉਹ ਮੂਰਖਾ ਢੋਲ ਵਜਾ ਵਜਾ ਕੇ ਸਾਰੇ ਪਿੰਡ ਨੂੰ ਸੁਣਾਉਂਦਾ ਰਿਹਾ ਵੀ ਕਈ ਗਵਾਚੀ ਹੈ, ਕਈ ਗਵਾਚੀ ਹੈ। ਘਰ ਕਹੀ ਛੁਪਾਈ, ਪਰ ਉਹੀ ਕਹੀ ਤੂੰ ਆਪਣੇ ਘਰ ਛੁਪਾਈ ਹੈ, ਜਿਹਦਾ ਢੰਡੋਰਾ ਸਾਰੇ ਪਿੰਡ ਵਿੱਚ ਦਿੰਦਾ ਰਿਹਾ ਵੀ ਕਿਸੇ ਨੇ ਚੌਧਰੀ ਦੀ ਕਹੀ ਲਈ ਹੋਵੇ ਤੇ ਦੇ ਜਾਵੇ। ਤੇ ਚੌਧਰੀ ਕਹਿਣ ਲੱਗਾ ਉਹ ਦੁਸ਼ਟਾ, ਤੂੰ ਆਪਣੇ ਘਰ ਵਿੱਚ ਲੁਕਾ ਕੇ ਬੈਠਾ ਤੇ ਲੋਕਾਂ ਨੂੰ ਢੰਡੋਰਾ ਦਿੰਦਾ, ਜੇ ਤੈਨੂੰ ਪਤਾ ਸੀ ਤੇ ਚੁੱਪ ਕਰਕੇ ਤੂੰ ਹੀ ਆਪੇ ਘੜੀ ਮੈਨੂੰ ਆ ਕੇ ਕਹੀ ਫੜਾ ਜਾਂਦਾ। ਕਰੀ ਨਸੀਹਤ ਤਬ ਤਿਸੈ, ਕਲਗੀਧਰ ਸਾਹਿਬ ਜੀ ਕਹਿੰਦੇ ਵੀ ਫਿਰ ਜਦੋਂ ਉਹ ਢੋਲ ਵਜਾ ਕੇ ਢੰਡੋਰਾ ਪਿੱਟਣ ਵਾਲੇ ਦੇ ਘਰੋਂ ਹੀ ਉਹ ਚੋਰੀ ਹੋਈ ਕਹੀ ਲੱਭ ਗਈ ਨਾ ਚੌਧਰੀ ਦੀ, ਤੇ ਫਿਰ ਜਿੰਨੀ ਕੁ ਕੋਈ ਨਸੀਹਤ ਦੇਣੀ ਸੀ ਉਹਨੂੰ ਨਸੀਹਤ ਦਿੱਤੀ ਗਈ। ਜੇ ਤੱਕ ਬਨ ਆਵੇ ਆ ਜਿੰਨੀ ਕੋਈ ਸਜ਼ਾ ਦੇਣੀ ਬਣ ਆਉਂਦੀ ਸੀ ਉਹ ਚੌਧਰੀ ਨੇ ਉਸ ਢੰਡੋਰਾ ਪਿੱਟਣ ਵਾਲੇ ਭਰਾਈ ਨੂੰ ਦੇ ਦਿੱਤੀ। ਰੀਤ ਭਰਾਈ ਰਾਗੀਆਂ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜਿਹੜੀ ਉਹ ਭਰਾਈ ਦੀ ਮਰਿਆਦਾ ਸੀ ਨਾ ਢੰਡੋਰਾ ਪਿੱਟਣ ਵਾਲੇ ਦੀ, ਉਹੀ ਗੱਲ ਮਹਾਰਾਜ ਕਹਿੰਦੇ ਰਾਗੀਆਂ ਦੀ ਹੈ, ਜਿਹਦਾ ਸੁਣ ਕੇ ਤੁਸੀਂ ਕਹਿੰਦੇ ਕੀਰਤਨ ਬੜਾ ਸੋਹਣਾ ਕੀਤਾ। ਕਰ ਰਾਗ ਸੁਣਾਵੇ ਵੀ ਇਹ ਰਾਗ ਕਹਿੰਦੇ ਉਤੋਂ ਐਨ ਰਾਗ ਬਣਾ ਬਣਾ ਕੇ ਬੜੇ ਅਲਾਪ ਲਾ ਲਾ ਕਰਕੇ ਕਹਿੰਦੇ ਸੁਣਾਉਂਦੇ ਹਨ। ਤਿਮ ਮੋਰੀ ਸਿੱਖੋ ਸੁਣੋ, ਤਿਮ ਮੋਰੀ ਸਿੱਖੋ ਸੁਣੋ, ਪਾਤਸ਼ਾਹ ਕਹਿੰਦੇ ਹੇ ਗੁਰ ਸਿੱਖੋ ਮੇਰੀ ਸਿੱਖਿਆ ਸੁਣੋ। ਇਹੋ ਬਿਨਾ ਕਮਾਏ, ਇਹ ਬਿਨਾ ਕਮਾਈ ਤੋਂ ਹੀ ਕਹਿੰਦੇ ਸਭ ਕੁਝ ਕਰ ਰਹੇ ਆ। ਵੀ ਜਿਵੇਂ ਚੌਧਰੀ ਦੀ ਕਈ ਗਵਾਚੀ ਹੈ ਤੇ ਉਹ ਢੰਡੋਰਾ ਪਿੱਟਣ ਵਾਲੇ ਨੇ ਸਾਰੇ ਪਿੰਡ 'ਚ ਹੀ ਕਹਿ ਦਿੱਤਾ ਵੀ ਕਈ ਗਵਾਚੀ ਚੌਧਰੀ ਦੀ, ਵੀ ਜੇ ਕਿਸੇ ਕੋ ਹੋਵੇ ਤੇ ਦੇ ਜਾਵੇ। ਤੇ ਆਪਣੇ ਕਹਿੰਦੇ ਵੀ ਉਹਨੇ ਘਰ ਵਿੱਚ ਲਗਾਈ ਸੀ ਤੇ ਲੋਕਾਂ ਨੂੰ ਢੰਡੋਰਾ ਦਿੰਦਾ ਫਿਰਦਾ ਸੀ। ਐਵੇਂ ਮਹਾਰਾਜ ਕਹਿੰਦੇ ਵੀ ਇਹ ਰਾਗੀ ਕਰਦੇ ਨੇ। ਤਿਮ ਮੋਰੀ ਸਿੱਖੋ ਸੁਣੋ, ਹੇ ਮੇਰੇ ਸਿੱਖੋ ਮੇਰੀ ਸਿੱਖਿਆ ਸੁਣੋ। ਇਹ ਬਿਨਾਂ ਕਮਾਈ ਤੋਂ ਹੀ ਐਵੇਂ ਅਲਾਪ ਹੀ ਅਲਾਪ ਰਹੇ ਨੇ। ਕਹਿੰਦੇ ਵੇਖਣ ਨੂੰ ਹੀ ਲੱਗ ਰਿਹਾ ਵੀ ਬੜੇ ਸੋਹਣੇ ਰਾਗੀ ਗਾ ਰਹੇ ਨੇ, ਪਰ ਇਹਨਾਂ ਨੇ ਕਮਾਈ ਨਹੀਂ ਕੀਤੀ। ਪੰਡਤ ਰਾਗੀ ਜੋਤਸ਼ੀ, ਤੇ ਜੇ ਕੋਈ ਇਹ ਵੀ ਨਾ ਆਖੇ ਵੀ ਇਕੱਲਾ ਰਾਗੀਆਂ ਨੂੰ ਕਿਹਾ ਮਹਾਰਾਜ ਨੇ, ਸਾਹਿਬ ਜੀ ਕਹਿੰਦੇ ਕੋਈ ਪੰਡਤ ਕੀ ਹੈ ਵਿਦਵਾਨ ਹੋਵੇ, ਕੋਈ ਕਥਾਵਾਚਕ ਹੋਵੇ, ਆਪ ਕਹਿੰਦੇ ਉਹ ਗੱਲ ਕਮਾਵੇ ਨਾ, ਅਵਰ ਉਪਦੇਸ਼ ਹੈ, ਹੋਰਾਂ ਨੂੰ ਉਪਦੇਸ਼ ਦਵੇ। ਅਵਰ ਉਪਦੇਸ਼ ਹੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਅਵਰ ਹੈ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਅਰੇਤ। ਕਹਿੰਦੇ ਵੀ ਹੋਰਾਂ ਨੂੰ ਕਥਾ ਸੁਣਾਈ ਜਾਵੇ, ਹੋਰਾਂ ਨੂੰ ਕਵੇ ਵੀ ਗੁਰੂ ਦੀ ਮਰਿਆਦਾ ਅੰਮ੍ਰਿਤ ਛਕੋ, ਹੋਰਾਂ ਨੂੰ ਕਵੇ ਕਿ ਬੱਜਰ ਕ੍ਰਹਿਤਾ ਨਹੀਂ ਕਰਨੀਆਂ, ਹੋਰਾਂ ਨੂੰ ਕਹੇ ਵੀ ਬਾਣਾ ਧਾਰਨਾ ਹੈ ਆਪ ਧਾਰੇ ਨਾ, ਹੋਰਾਂ ਨੂੰ ਕਹੇ ਵੀ ਸੁਚਮਤਾ ਰੱਖੋ ਬਾਣੀ ਪੜੋ ਆਪ ਰੱਖੇ ਨਾ। ਕਹਿੰਦੇ ਵੀ ਉਹ ਕਥਾਵਾਚਕ ਵੀ ਕਿਸੇ ਕੰਮ ਦਾ ਨਹੀਂ। ਰਾਗੀ ਚੰਗੇ ਰਾਗ ਗਾਈ ਜਾਵੇ ਆਪ ਬਾਣੀ ਨੂੰ ਧਾਰੇ ਨਾ, ਕਹਿਣ ਲੱਗੇ ਵੀ ਉਹ ਰਾਗੀ ਵੀ ਉਸੇ ਤਰ੍ਹਾਂ ਹੀ ਹੈ ਜਿਵੇਂ ਉਹ ਭਰਾਈ ਹੈ। ਪੰਡਤ ਰਾਗੀ ਤੇ ਜਿਹੜੇ ਰਾਗ ਵਿਦਿਆ ਦੇ ਮਾਹਰ ਰਾਗੀ ਨੇ, ਜੋਤਸ਼ੀ ਤੇ ਜਿਹੜੇ ਕੋਈ ਜੋਤਿਸ਼ ਵਿਦਿਆ ਦੇ ਮਾਹਰ ਹਨ, ਪ੍ਰੇਰਕ ਬਣ ਆਏ। ਆ ਜਿਹੜੇ ਪ੍ਰੇਰਕ ਬਣ ਆਏ ਨੇ, ਦੂਜਿਆਂ ਨੂੰ ਕਹਿੰਦੇ ਪ੍ਰੇਰਣਾ ਦਿੰਦੇ ਨੇ, ਆਹ ਨਹੀਂ ਕਰਨਾ ਉਹ ਨਹੀਂ ਕਰਨਾ। ਜਿਵੇਂ ਇੱਕ ਜੋਤਸ਼ੀ ਇੱਕ ਪੰਡਤ ਦੀ ਗੱਲ ਉਹ ਸੁਣਾਉਂਦੇ ਹੁੰਦੇ, ਕਹਿੰਦੇ ਵੀ ਇੱਕ ਨਗਰ ਦੇ ਵਿੱਚ ਇੱਕ ਜ਼ਿਮੀਂਦਾਰ ਤੇ ਇੱਕ ਪੰਡਤ ਦਾ ਲੜਕਾ ਸੀ, ਉਹਨਾਂ ਦੇ ਕੋਲੋਂ ਗਧਾ ਮਰ ਗਿਆ ਤੇ ਉਹ ਜ਼ਿਮੀਂਦਾਰ ਦਾ ਜਿਹੜਾ ਲੜਕਾ ਸੀ ਉਹ ਆ ਗਿਆ ਪੰਡਤ ਹੋਣਾ ਦੇ ਕੋਲੋਂ, ਵਿਦਵਾਨ ਜੀ ਦੇ ਕੋਲ। ਕਹਿਣ ਲੱਗਾ ਪੰਡਤ ਜੀ ਗੱਲ ਇੱਦਾਂ ਇਹ ਵੀ ਸਾਡੇ ਕੋਲ ਨਾ ਇੱਕ ਗਧੇ ਨੂੰ ਕੁੱਟਿਆ ਤੇ ਕੁੱਟਦਿਆਂ ਉਹ ਮਰ ਗਿਆ ਹੈ, ਵੀ ਹੁਣ ਇਹਦਾ ਕੀ ਹੱਲ ਹੋ ਸਕਦਾ। ਕਹਿੰਦਾ ਵੀ ਜਾਨਵਰ ਤਾਂ ਕੋਈ ਵੀ ਮਾਰਨਾ ਬੜਾ ਪਾਪ ਹੈ, ਪਰ ਗਧੇ ਨੂੰ ਮਾਰਨ ਦਾ ਪਾਪ ਤੇ ਸਭ ਤੋਂ ਵੱਡਾ, ਵੀ ਇਹ ਲੋਕਾਂ ਦੇ ਕੰਮ ਕਰਦਾ, ਲੋਕਾਂ ਦਾ ਭਾਰ ਢਾਉਂਦਾ ਹੈ। ਕਹਿੰਦਾ ਮੈਂ ਇਸੇ ਕਰਕੇ ਆਇਆ ਵੀ ਦੱਸੋ ਵੀ ਇਹ ਮੇਰਾ ਹੁਣ ਇਹ ਪਾਪ ਕਿਵੇਂ ਬਖਸ਼ਿਆ ਜਾਵੇ। ਕਹਿੰਦਾ ਇਉਂ ਕਰੀ ਵੀ ਜਿਹੜਾ ਤੂੰ ਹੱਲ ਖੇਤਾਂ 'ਚ ਵਾਹੁੰਦਾ ਹੈ ਨਾ, ਉਹਨੂੰ ਹੱਲ ਨੂੰ ਤਾਂ ਨੂੰ ਸਿੱਧਾ ਖੜਿਆ ਕਰ ਲਈ, ਉੱਚਾ ਕਰ ਲਵੀਂ ਇੱਕ ਸਿਰੇ ਤੋਂ ਦੂਜੇ ਸਿਰੇ ਨੂੰ। ਤੇ ਉਹ ਆਪਣੀ ਕਹਿੰਦੇ ਵੀ ਤੂੰ ਘਰੇ ਜਾ ਕੇ ਤੇ ਉਹ ਬੀਬੀ ਨੂੰ ਕਹੀ ਵੀ ਪ੍ਰਸ਼ਾਦੇ ਪਕਾਵੇ, ਕੋਈ ਚੰਗੇ ਪਕਵਾਨ ਬਣਾਵੇ। ਤੇ ਇੱਕ ਬਣਾ ਕੇ ਕਹਿੰਦੇ ਥੱਲੇ ਕੱਪੜਾ ਵਿਛਾ ਕੇ ਇੱਕ ਸੱਜੇ ਪਾਸੇ ਹੱਲ ਦੇ ਤੇ ਇੱਕ ਖੱਬੇ ਪਾਸੇ, ਤੇ ਪ੍ਰਸ਼ਾਦੇ ਪਕਾਉਂਦਿਆਂ ਕਹਿੰਦੇ ਵੀ ਜਦੋਂ ਹੱਲ ਦੇ ਉੱਤੋਂ ਤੀਕਰ ਹੱਲ ਪ੍ਰਸ਼ਾਦਿਆਂ 'ਚ ਢੱਕਿਆ ਜਾਵੇ, ਕਹਿੰਦਾ ਵੀ ਇੰਨਾ ਫਿਰ ਭੋਜਨ ਪਕਾ ਕੇ ਫੇਰ ਦਾਨ ਕਰੀ ਤੇ ਫੇਰ ਕਹਿੰਦੇ ਤੇਰਾ ਪਾਪ ਮਾਫ।
ਹੋ ਜਾਊਗਾ। ਤੇ ਉਹ ਜ਼ਿਮੀਂਦਾਰ ਦਾ ਕਾਕਾ ਕਹਿਣ ਲੱਗਾ ਪੰਡਤ ਜੀ ਠੀਕ ਹੈ, ਪਰ ਗੱਲ ਇਹ ਹੈ ਵੀ ਇਹ ਜਿਹੜਾ ਗਧਾ ਮੈਂ ਮਾਰਿਆ ਤੇ ਮੇਰੇ ਨਾਲ ਤੁਹਾਡਾ ਮੁੰਡਾ ਜਿਹੜਾ ਆਨੰਦ ਭੋਗ ਹੈ ਇਹ ਵੀ ਨਾਲ ਹੀ ਸੀ, ਇਸ ਕਰਕੇ ਮੈਂ ਪੁੱਛਿਆ ਵੀ ਆਪਾਂ ਕੀ ਕਰੀਏ। ਜਦੋਂ ਉਹਨੇ ਕਿਹਾ ਨਾ ਪੰਡਤ ਜੀ ਤੁਹਾਡਾ ਮੁੰਡਾ ਵੀ ਨਾਲ ਹੀ ਸੀ, ਤੇ ਉਹ ਕਹਿਣ ਲੱਗਾ ਕਰਨਾ ਕੀ ਹੈ, ਜਿੱਥੇ ਸਾਡਾ ਆਨੰਦ ਭੋਗ ਉਸ ਘਰ ਦੇ ਵਿੱਚ ਨਹੀਂ ਸੋਗ। ਕਹਿੰਦਾ ਗੱਲ ਹੀ ਕੋਈ ਨਹੀਂ ਹੈ, ਇਉਂ ਕਰਨਾ ਵੀ ਜਿਹੜਾ ਹੱਲ ਤਾਂ ਨੂੰ ਕਰਨਾ ਹੈ ਨਾ ਉਹਨੂੰ ਸਿੱਧਾ ਲੰਮੇ ਪਾ ਦੇਣਾ ਹੈ। ਤੇ ਕਹਿੰਦਾ ਲੰਮੇ ਪਾ ਕੇ ਜਿੰਨੇ ਕੁ ਪ੍ਰਸ਼ਾਦੇ ਸੱਜੇ ਹੋਣ ਜਿੰਨੇ ਖੱਬੇ ਹੋਣ ਇੰਨੇ ਕੁ ਕਹਿੰਦਾ ਦਾਨ ਕਰ ਦਿਓ ਬਸ। ਆਹ ਗੱਲ ਹੈ ਸਾਰੇ ਰਾਗੀ ਕਥਾਵਾਚਕ ਗ੍ਰੰਥੀ ਕਵੀਸ਼ਰਾਂ ਦੀ। ਦੂਜਿਆਂ ਨੂੰ ਅਸੀਂ ਮਰਿਆਦਾ ਦੱਸਦੇ ਹਾਂ, ਜਦੋਂ ਗੱਲ ਆਪਣੇ ਆਵੇ ਕਹਿੰਦੇ ਨਹੀਂ ਨਹੀਂ ਕੁਝ ਨਹੀਂ ਹੁੰਦਾ। ਕਈ ਗਲਤ ਮਲ ਚੀਜ਼ਾਂ ਖਾ ਕੇ ਕਹਿੰਦੇ ਆ, ਕਹਿੰਦੇ ਵੀ ਖਾਣਾ ਪੀਣਾ ਪਵਿੱਤਰ ਹੈ ਦਿੱਤੋ ਨੇ ਰਿਜ਼ਕ ਸੰਭਾਹੇ। ਇਹ ਨਹੀਂ ਪਤਾ ਵੀ ਇੱਥੇ ਪ੍ਰਕਰਨ ਇਹ ਚੱਲ ਰਿਹਾ ਵੀ ਕਿਸੇ ਘਰ ਦੇ ਵਿੱਚ ਜਿਵੇਂ ਬਾਹਮਣ ਕਹਿੰਦੇ ਸੀ ਕੋਈ ਮਰ ਗਿਆ ਕੋਈ ਜੰਮ ਗਿਆ ਵੀ ਇਹਨਾਂ ਦੇ ਘਰੋਂ ਨਹੀਂ ਅਸੀਂ ਖਾਣਾ। ਉਹਦੇ ਬਾਬਤ ਮਹਾਰਾਜ ਕਹਿ ਰਹੇ ਨੇ ਵੀ ਕਿਸੇ ਦੇ ਘਰੇ ਕੋਈ ਚੜ੍ਹਾਈ ਕਰੇ, ਕਿਸੇ ਦੇ ਘਰੇ ਕੋਈ ਜਨਮ ਲਵੇ, ਕਹਿੰਦੇ ਵੀ ਉਹਦੇ ਨਾਲ ਖਾਣਾ ਪੀਣਾ ਜਿਹੜਾ ਇਹ ਪਿੱਟਿਆ ਨਹੀਂ ਜਾਂਦਾ, ਕਿਉਂਕਿ ਖਾਣਾ ਪੀਣਾ ਪਵਿੱਤਰ ਹੈ ਦਿੱਤੋ ਨੇ ਰਿਜ਼ਕ ਸੰਭਾਹੇ। ਇਹ ਰੱਬ ਨੇ ਦਿੱਤਾ ਹੈ ਰਿਜ਼ਕ। ਪਰ ਇਹਦਾ ਇਹ ਮਤਲਬ ਕਿ ਨਹੀਂ ਹੈ ਵੀ ਤੁਸੀਂ ਤੰਬਾਕੂ ਵਾਲੇ ਕੋ ਲੈ ਕੇ ਖਾਈ ਜਾਓ ਤੇ ਫਿਰ ਆਖੋ ਵੀ ਖਾਣਾ ਪੀਣਾ ਪਵਿੱਤਰ ਹੈ। ਤੁਸੀਂ ਸ਼ਰਾਬਾਂ ਪੀ ਜਾਓ ਤੇ ਫਿਰ ਆਖੀ ਜਾਓ ਵੀ ਖਾਣਾ ਪੀਣਾ ਪਵਿੱਤਰ ਹੈ। ਤੁਸੀਂ ਕੁਕਰਮ ਕਰੀ ਜਾਓ ਤੇ ਸਾਰਾ ਕੁਝ ਕਰਕੇ ਤੇ ਆਖੋ ਵੀ ਮਹਾਰਾਜ ਕਹਿੰਦੇ ਆ ਵੀ ਵੇਖੋ ਵੀ ਇਹ ਤਾਂ ਸਾਰੀ ਰੱਬ ਦੀ ਹੀ ਖੇਡ ਹੈ। ਤੇ ਜਦੋਂ ਗੱਲ ਦੂਸਰੇ ਦੇ ਹੋਵੇ ਫਿਰ ਕਹਿੰਦੇ ਤੂੰ ਤਾਂ ਬੜਾ ਗਲਤ ਕੀਤਾ, ਇਹ ਤਾਂ ਬੜਾ ਵੱਡਾ ਕਹਿੰਦੇ ਗੁਨਾਹ ਕੀਤਾ, ਹੁਣ ਤੇ ਤੂੰ ਜੁਰਮਾਨਾ ਭਰੇਗਾ। ਕੋਈ ਦੂਜਾ ਗਲਤੀ ਕਰੇ ਨਾ ਉਹਦੇ ਕੋਲ ਹਜ਼ਾਰਾਂ ਦੇ ਹਿਸਾਬ ਨਾਲ ਕਹਿੰਦੇ ਜੁਰਮਾਨਾ ਦੇਣਾ ਪੈਣਾ। ਜਦੋਂ ਆਪਣੀ ਗਲਤੀ ਹੋਵੇ ਉਦੋਂ ਛੁਪਾ ਲੈਂਦੇ ਨੇ, ਆਪ ਵੱਡੀਆਂ ਵੱਡੀਆਂ ਗਲਤੀਆਂ ਕਰਕੇ ਛੁਪਾਉਂਦੇ ਨੇ। ਜੇ ਕੋਈ ਦੂਜਾ ਗਲਤੀ ਕਰੇ ਕਹਿੰਦੇ ਤੈਨੂੰ ਤਾਂ ਇੰਨਾ ਜੁਰਮਾਨਾ ਦੇਣਾ ਪਊ, ਨਹੀਂ ਤੇ ਤੈਨੂੰ ਫਿਰ ਕਹਿੰਦੇ ਵੀ ਸਜ਼ਾ ਮਿਲੂਗੀ। ਸਾਹਿਬ ਕਹਿੰਦੇ ਵੀ ਇਹ ਹਾਲਤ ਨਹੀਂ ਹੋਣੀ ਚਾਹੀਦੀ। ਕੋਈ ਪੰਡਤ ਵਿਦਵਾਨ ਹੈ, ਕੋਈ ਕਥਾਵਾਚਕ ਹੈ, ਕੋਈ ਰਾਗੀ ਹੈ, ਜਾਂ ਕੋਈ ਕਹਿੰਦੇ ਵੀ ਕਿਸੇ ਨੂੰ ਪ੍ਰੇਰਣਾ ਦੇਣ ਵਾਲਾ ਹੈ, ਉਹ ਆਪ ਤਾਂ ਧਾਰਦੇ ਨਹੀਂ, ਜੇ ਦੂਜਿਆਂ ਨੂੰ ਕਹਿੰਦੇ ਨੇ ਉਹਦਾ ਕੋਈ ਲਾਭ ਨਹੀਂ ਹੈ। ਉਹ ਫਿਰ ਇੱਦਾਂ ਹੀ ਆ ਸਮਝ ਲਓ ਵੀ ਕਈ ਘਰ 'ਚ ਲੁਕਾ ਕੇ ਢੰਡੋਰਾ ਪਿੱਟਣ ਵਾਲਾ, ਜਿਵੇਂ ਆਮ ਮਾਈਆਂ ਕਹਿੰਦੀਆਂ ਹੁੰਦੀਆਂ ਕਿ ਕੁਛੜ ਕੁੜੀ ਤੇ ਸਹਿਰ ਢੰਡੋਰਾ, ਗੱਲ ਉਹੀ ਹੈ ਇੱਥੇ ਵੀ ਜੇ ਕੋਈ ਆਪ ਕਹਿੰਦੇ ਵੀ ਗੱਲ ਕਰੇ ਨਾ ਆਪਣੇ ਆਪ ਵੇਖੇ ਨਾ ਤੇ ਲੋਕਾਂ ਨੂੰ ਕਹਿੰਦੇ ਵੀ ਉੱਚੀ ਉੱਚੀ ਦੱਸਦਾ ਫਿਰੇ, ਅਪਰਨ ਕੋ ਸਮਝਾਵੇ, ਹੋਰਾਂ ਨੂੰ ਸਮਝਾਵੇ ਚੰਗੀ ਤਰ੍ਹਾਂ ਆਹ ਨਹੀਂ ਕਰਨਾ ਉਹ ਨਹੀਂ ਕਰਨਾ, ਮਰਿਆਦਾ ਨਹੀਂ ਹੈ। ਆਪ ਨਹੀਂ ਕਹਿੰਦੇ ਕਮਾਉਂਦੇ, ਆਪ ਨਹੀਂ ਕਮਾਉਣਾ, ਉਹ ਕਹਿੰਦੇ ਵੀ ਅਸੀਂ ਸੁਚਮਤਾ ਰੱਖਦੇ। ਸੁਚਮਤਾ ਰੱਖਣੀ ਚਾਹੀਦੀ, ਵਿਵੇਕ ਦਾ ਪਹਿਰਾ ਹਰ ਸਿੱਖ ਨੂੰ ਰੱਖਣਾ ਚਾਹੀਦਾ। ਤੇ ਜਿਹੜਾ ਹਰ ਕਹਿੰਦੇ ਪੰਜਵੇਂ ਦਿਨ ਅਰਦਾਸ ਕਰਾਉਂਦਾ ਜੀ ਮੈਂ ਘਰੋਂ ਜਾ ਆਇਆ, ਉਹ ਵਿਵੇਕੀ ਕਾਹਦਾ? ਅਰਦਾਸ ਇੱਕ ਵਾਰ ਹੋਈ ਮੁੜ ਕੇ ਅਰਦਾਸ ਕਰਾਉਣ ਦਾ ਮਤਲਬ ਹੀ ਨਹੀਂ। ਮਰਿਆਦਾ ਇਹ ਵਿਵੇਕ ਦੀ, ਇਹ ਨਹੀਂ ਵੀ ਘਰੇ ਗਿਆ ਫਿਰ ਆਇਆ ਅਰਦਾਸ ਕਰਾ ਲਈ, ਫਿਰ ਗਿਆ ਫਿਰ ਆਇਆ ਅਰਦਾਸ ਕਰਾ ਲਈ। ਕੀ ਗੱਲ? ਜਿਹੜਾ ਵਿਵੇਕ ਦਾ ਪਹਿਰਾ ਗੁਰੂ ਘਰ ਦੇ ਵਿੱਚ, ਉਹ ਘਰ ਦੇ ਵਿੱਚ ਕਿਉਂ ਨਹੀਂ ਵਰਤਾਉਂਦਾ? ਮਰਿਆਦਾ ਉਹ ਆ ਜਿਹੜੀ ਦੋਵਾਂ ਥਾਵਾਂ ਤੇ ਇੱਕੋ ਜਿਹੀ ਹੋਵੇ। ਘਰ ਤੇ ਬਾਹਰ ਸਿੱਖ ਦਾ ਜੀਵਨ ਇੱਕੋ ਜਿਹਾ ਹੋਵੇ। ਜਿਹੋ ਜਿਹਾ ਘਰ ਵਿੱਚ ਸਿੱਖ ਹੈ ਇਹੋ ਜਿਹਾ ਬਾਹਰ ਹੋਵੇ। ਗੁਰਦੁਆਰੇ ਜਿਹੋ ਜਿਹਾ ਸਿੱਖ ਹੈ ਇਹੋ ਜਿਹਾ ਘਰ ਵਿੱਚ ਹੋਵੇ। ਜਿਹੋ ਜਿਹੇ ਕੱਪੜੇ ਲਿਬਾਸ ਘਰ ਵਿੱਚ ਪਾਉਂਦਾ ਇਹੋ ਜਿਹੇ ਸੰਗਤ 'ਚ ਹੋਣ, ਜਿਹੋ ਜਿਹੇ ਸੰਗਤ 'ਚ ਪਾਉਂਦਾ ਏ ਘਰੇ ਵੀ ਇਹੋ ਜਿਹਾ ਹੋਵੇ। ਨਹੀਂ ਵੀ ਇੱਥੇ ਕਥਾ ਕਰਨ ਆਇਆ, ਇੱਥੇ ਕੀਰਤਨ ਕਰਨ ਆਇਆ, ਇੱਥੇ ਸੇਵਾਦਾਰ ਦੀ ਨੌਕਰੀ ਕਰਨ ਆਇਆ, ਇੱਥੇ ਤੇ ਪਾ ਕੇ ਆ ਗਿਆ ਚਿੱਟੇ ਕੱਪੜੇ, ਘਰੇ ਗਿਆ ਤੇ ਜਾ ਕੇ ਭੀੜੀਆਂ ਪਾ ਲੀਆਂ ਜੀਨਾਂ, ਇੱਥੇ ਵਜਾ ਲਏ ਵਾਜੇ ਤਬਲੇ ਕਰ ਲਈ ਕਥਾ, ਤੇ ਬਾਹਰ ਜਾ ਕੇ ਕਹਿੰਦੇ ਵੀ ਐਨ ਬਣ ਕੇ ਜੈਂਟਲਮੈਨ ਘੁੰਮੇ। ਮਰਿਆਦਾ ਨਹੀਂ ਹੈ। ਮਰਿਆਦਾ ਇਹ ਕਹਿੰਦੇ ਵੀ ਇੱਕ ਰਸ ਰਹੇ ਗੁਰੂ ਕਾ ਸਿੱਖ। ਕਿਸੇ ਨੂੰ ਇਹ ਨਾ ਕਹਿਣਾ ਪਵੇ ਅਸੀਂ ਤੇ ਭਾਈ ਜੀ ਤੁਹਾਨੂੰ ਪਛਾਣਿਆ ਹੀ ਨਹੀਂ, ਕਿਉਂਕਿ ਭਾਈ ਨੂੰ ਜਿਹੋ ਜਿਹਾ ਗੁਰਦੁਆਰੇ ਵੇਖਿਆ ਹੁੰਦਾ, ਘਰਾਂ ਵਿੱਚ ਜਾਂ ਰਾਹ ਜਾਂਦਿਆਂ ਉਹੋ ਜਿਹੇ ਰਹਿੰਦੇ ਨਹੀਂ ਸਾਡੇ ਲੋਕ। ਇਹ ਹੁਣ ਸਖਤੀ ਹੋਵੇਗੀ, ਇਹ ਮਰਿਆਦਾ ਬਣੇਗੀ, ਕਿਉਂਕਿ ਢਲਿਆਈਆਂ ਕਾਰਨ ਫਿਰ ਬੜੀਆਂ ਬਦਨਾਮੀਆਂ ਵੀ ਖੱਟ ਰਹੀ ਹੈ ਜੋ ਵੀ ਸਿੱਖ ਕੌਮ ਹੈ। ਸਤਿਗੁਰੂ ਮਹਾਰਾਜ ਕਹਿੰਦੇ ਅਪਰਨ ਕੋ ਸਮਝਾਵਹੀ ਨੇ ਆਪ ਕਮਾਵੇ, ਹੋਰਾਂ ਨੂੰ ਸਿੱਖਿਆ ਦਿੰਦੇ ਤੇ ਆਪ ਨਹੀਂ ਕਹਿੰਦੇ ਕਮਾਉਂਦੇ। ਪਹੁੰਚੈ ਪੁੱਛੇ ਪੂਛ ਕੈ, ਕਹਿੰਦੇ ਵੀ ਜਿਹੜਾ ਪੁੱਛਣ ਵਾਲਾ ਹੈ ਨਾ ਉਹ ਪੁੱਛ ਕੇ ਤਾਂ ਮੰਜ਼ਿਲ ਤੇ ਪਹੁੰਚ ਜਾਂਦਾ ਏ। ਠੌਰ ਬਤਾਵੇ, ਜਿਹੜਾ ਦੱਸਣ ਵਾਲਾ ਏ ਉਹ ਰਾਹ ਦੱਸਦਾ ਰਹਿੰਦਾ ਤੇ ਜਿਵੇਂ ਉੱਥੇ ਰਹਿ ਜਾਂਦਾ। ਇਹ ਹਾਲਤ ਕਹਿੰਦੇ ਬਿਨਾਂ ਧਾਰੇ ਤੋਂ ਰਾਗੀ ਗ੍ਰੰਥੀ ਕਥਾਵਾਚਕਾਂ ਸਿੱਖ ਪ੍ਰਚਾਰਕਾਂ ਦੀ ਹੈ। ਜਿਵੇਂ ਉਹ ਗਿਆਨੀ ਠਾਕੁਰ ਸਿੰਘ ਜੀ ਕਹਿੰਦੇ ਹੁੰਦੇ ਸੀ ਵੀ ਸਾਡੀ ਹਾਲਤ ਤਾਂ ਉਹ ਹੈ ਜਿਵੇਂ ਕੰਡਕਟਰ ਦੀ ਹੁੰਦੀ ਹੈ। ਕਹਿੰਦਾ ਕੰਡਕਟਰ ਰੋਜ਼ ਹੀ ਬੱਸ ਅੱਡੇ ਤੇ ਖਲੋਤਾ ਕਹਿੰਦਾ ਹੁੰਦਾ ਆ ਜਾਓ ਅੰਮ੍ਰਿਤਸਰ ਅੰਮ੍ਰਿਤਸਰ। ਸਵਾਰੀਆਂ ਆਉਂਦੀਆਂ ਬਹਿ ਜਾਂਦੀਆਂ
ਉਹ ਉੱਥੇ ਮੰਜ਼ਿਲ ਤੇ ਪਹੁੰਚ ਜਾਂਦੀਆਂ, ਉਹ ਅਗਲੇ ਦਿਨ ਫਿਰ ਉੱਥੇ ਕਹਿੰਦਾ ਹੁੰਦਾ ਅੰਮ੍ਰਿਤਸਰ ਅੰਮ੍ਰਿਤਸਰ। ਕਹਿੰਦੇ ਵੀ ਉਸੇ ਤਰ੍ਹਾਂ ਦੀ ਹਾਲਤ ਹੀ ਆ ਸਾਡੀ। ਕਹਿੰਦੇ ਆਵਾਜ਼ ਸੁਣਨ ਵਾਲੇ ਮੰਜ਼ਿਲ ਤੇ ਜਾ ਰਹੇ ਨੇ, ਪਰ ਜਿਹੜੇ ਆਵਾਜ਼ ਦੇਣ ਵਾਲੇ ਨੇ ਉਹ ਫੇਰ ਉੱਥੇ ਕੀ ਤੁਰੇ ਫਿਰਦੇ ਹਨ। ਐਸੇ ਬਣੀ ਬਤਾਉਣੀ। ਪਾਤਸ਼ਾਹ ਕਹਿੰਦੇ ਇਹੋ ਜਿਹੀਆਂ ਤੇ ਕਹਿੰਦੇ ਮਰਿਆਦਾ ਬਣੀਆਂ ਨੇ, ਆਪਣੀ ਘਰ ਦੀ ਮਰਿਆਦਾ ਬਣਾਈ ਹੈ, ਦੂਜੇ ਲਈ ਮਰਿਆਦਾ ਹੈ, ਤੇ ਆਪ ਕਹਿੰਦੇ ਵੀ ਕੋਈ ਨਹੀਂ ਜੀ ਗਲਤੀ ਹੋ ਜਾਂਦੀ ਆ, ਬਿਰਲਾ ਸਮਝੰਤਾ। ਕੋਈ ਵਿਰਲਾ ਹੀ ਹੈ ਸਾਹਿਬ ਕਹਿੰਦੇ ਜਿਹੜਾ ਐਸੀ ਬੜੀ ਬੁਝਾਰਤ ਹੈ ਨਾ ਜਿਹੜੀ ਇਹਨੂੰ ਸਮਝਦਾ ਹੈ। ਬੁਝਾਰਤਾਂ ਹੁੰਦੀਆਂ ਸੀ ਨਾ, ਕਹਿੰਦੇ ਵੀ ਆਹ ਬਾਤ ਪਾਈ ਇਹਨੂੰ ਬੁੱਝ। ਸਾਹਿਬ ਕਹਿੰਦੇ ਆਹ ਬੁਝਾਰਤ ਹੀ ਪਈ ਹੈ, ਕੋਈ ਵਿਰਲਾ ਸਮਝਦਾ। ਭਾਵ ਕੋਈ ਵਿਰਲਾ ਹੀ ਹੈ ਜਿਹੜਾ ਆਪ ਵੀ ਧਾਰਨ ਕਰਦਾ ਹੈ, ਦੂਜਿਆਂ ਨੂੰ ਸੁਣਾਉਂਦਾ ਹੋਇਆ। ਸਮਝੇ ਗੋ ਸੋ ਤਰਹਿ ਗੋ। ਪਰ ਇਹ ਵੀ ਗੱਲ ਸੁਣ ਲਓ, ਜਿਹੜਾ ਸਮਝੂਗਾ ਤਰੂਗਾ ਉਹੀ। ਜਿਹੜਾ ਮਹਾਰਾਜ ਦੀ ਬਾਣੀ ਦਾ ਕੋਈ ਪ੍ਰਚਾਰ ਕਰਨ ਵਾਲਾ, ਜੇ ਉਹ ਬਾਣੀ ਨੂੰ ਆਪ ਸਮਝੇਗਾ ਤੇ ਤਾਂ ਹੀ ਤਰੇਗਾ। ਸੁਣਿਐ ਸਿੱਖ ਸੰਤਾ। ਇਹ ਸਿੱਖ ਹੈ ਸਤਿਗੁਰ ਸਿੱਖ ਪਿਆਰਿਓ, ਸਾਡੀ ਸਾਖੀ ਸੁਣ ਲੋ। ਕਹਿਓ ਪਾਰ ਨਹਿ ਪਰਤ ਹੈ। ਕੱਲਾ ਗੱਲਾਂ ਕਹਿਣ ਦੇ ਨਾਲ ਥੋੜਾ ਪਾਰ ਪੈ ਜਾਈਦਾ। ਕੋਈ ਬਿਆਸ ਦਰਿਆ ਦੇ ਕੰਢੇ ਤੇ ਚਲਿਆ ਜਾਵੇ ਤੇ ਉਥੋਂ ਆਖੀ ਜਾਵੇ ਵੀ ਮੈਂ ਪਾਰ ਹੋ ਜਾ ਪਾਰ ਹੋ ਜਾ। ਕਹਿੰਦੇ ਕੱਲਾ ਕਹਿਣ ਦੇ ਨਾਲ ਪਾਰ ਥੋੜਾ ਹੋ ਜਾਏਗਾ। ਜਿੰਨਾ ਚਿਰ ਹੱਥ ਪੈਰ ਨਹੀਂ ਮਾਰੇਗਾ, ਹੱਡ ਨਹੀਂ ਹਿਲਾਵੇਂਗਾ, ਉਹਨਾਂ ਚਿਰ ਕਿਵੇਂ ਦਰਿਆ ਪਾਰ ਕਰ ਜਾਏਗਾ। ਇਵੇਂ ਜਿਹੜਾ ਕੱਲਾ ਦੂਸਰਿਆਂ ਨੂੰ ਉਪਦੇਸ਼ ਦੇਈ ਜਾਣਾ ਜਿੰਨਾ ਚਿਰ ਆਪ ਨਹੀਂ ਕਮਾਉਣਾ, ਉਹਨਾਂ ਚਿਰ ਕਹਿੰਦੇ ਸੰਸਾਰ ਤੋਂ ਪਾਰ ਨਹੀਂ ਹੋਈਦਾ। ਜਬ ਲੋ ਸ਼ਾਂਤ ਨ ਪ੍ਰਾਪਤੀ। ਤੇ ਬਾਕੀ ਜਿੰਨਾ ਚਿਰ ਬਾਣੀ ਪੜ੍ਹਦੇ ਆ, ਕਥਾ ਕਰਦੇ ਆ, ਕੀਰਤਨ ਕਰਦੇ ਆ, ਕਹਿੰਦੇ ਸ਼ਾਂਤੀ ਨਹੀਂ ਨਾ ਆਉਂਦੀ ਰਾਗੀ ਨੂੰ, ਗ੍ਰੰਥੀ ਨੂੰ, ਪਾਠੀ ਨੂੰ। ਫੋਕਟ ਤੋਲੋ। ਉਹਨਾਂ ਚਿਰ ਸਮਝ ਲਓ ਵੀ ਸਾਰਾ ਕੁਝ ਕਹਿੰਦੇ ਫੋਕਟ ਹੀ ਹੈ, ਵਿਅਰਥ ਦਾ ਹੀ ਹੈ। ਏਦਾਂ ਹੀ ਹੈ ਵੀ ਜਿਵੇਂ ਕੋਈ ਫੱਕ ਕੁੱਟ ਰਿਹਾ ਹੁੰਦਾ ਨਾ, ਚੌਲ ਕੱਢੇ ਹੋਣ ਤੇ ਜਿਵੇਂ ਸੈਲਰਾਂ ਦੇ ਬਾਹਰ ਫੱਕ ਦੇ ਢੇਰ ਲੱਗੇ ਆ, ਉਹਨੂੰ ਕਹਿੰਦੇ ਜਿਵੇਂ ਕੋਈ ਕੁੱਟੀ ਜਾਂਦਾ ਏ। ਬਿਨਾਂ ਗੁਰੂ ਦੀ ਬਾਣੀ ਨੂੰ ਕਮਾਏ ਧਾਰੇ, ਸਿੱਖੀ ਤੋਂ ਮਰਿਆਦਾ ਨੂੰ ਮੰਨੇ ਤੋਂ ਬਗੈਰ ਕਹਿੰਦੇ ਸਾਰੇ ਫੋਕਟ ਕਰਮ ਹਨ। ਗੁਰ ਸਾਚਾ ਜਿਨ ਕੋ ਮਿਲਹਿ। ਜਿਨ੍ਹਾਂ ਨੂੰ ਕਹਿੰਦੇ ਸੱਚਾ ਗੁਰੂ ਮਿਲ ਪੈਂਦਾ ਨਾ, ਗੁਰੂ ਨਾਨਕ ਪਾਤਸ਼ਾਹ ਸੇ ਬਖਸ਼ੈ ਜੈ ਹਨ। ਉਹ ਗੁਰੂ ਸਾਹਿਬ ਜੀ ਕਿਰਪਾ ਕਰਕੇ ਉਹਨਾਂ ਨੂੰ ਬਖਸ਼ ਲੈਂਦੇ ਹਨ। ਪੁੰਜ ਪੁੰਨ ਹੋਏ ਪ੍ਰਥਮ ਕੇ। ਤੇ ਪੁੰਜ ਪੁੰਨ ਹੋਏ ਪ੍ਰਥਮ ਕੇ, ਕਹਿੰਦੇ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਬਖਸ਼ ਲਿਆ ਫਿਰ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਕਹਿੰਦੇ ਵੀ ਲਾਭ ਮਿਲਦਾ ਏ। ਤਬ ਸੋ ਸਮਝੈ ਹੈ। ਤੇ ਫਿਰ ਕਹਿੰਦੇ ਵੀ ਉਹ ਵੀ ਸਮਝ ਜਾਂਦੇ ਨੇ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਕਹਿਣ ਭਾਈ ਇਹ ਇਕੱਲਾ ਦੂਜਿਆਂ ਨੂੰ ਉਪਦੇਸ਼ ਦੇਣ ਨੂੰ ਨਹੀਂ ਹੈ, ਪਹਿਲਾਂ ਤੂੰ ਧਾਰਨ ਕਰ ਤੇ ਫਿਰ ਹੋਰਾਂ ਨੂੰ ਸਮਝਾ। ਹਿਮ ਸਤਿਗੁਰ ਸ਼ੁਭ ਪੰਥ ਮਹਿ। ਇਸ ਤਰ੍ਹਾਂ ਸਾਧ ਸੰਗਤ ਜੀ ਕਲਗੀਧਰ ਮਹਾਰਾਜ ਖਾਲਸਾ ਪੰਥ ਦੇ ਵਿੱਚ ਨਿਜ ਦਾਸ ਚਲਾਵੈ। ਆ ਸੋਹਣੀ ਮਹਾਰਾਜ ਸਾਹਿਬ ਜੀ ਮਰਿਆਦਾ ਜਿਹੜੀ ਆ ਚਲਾ ਰਹੇ ਨੇ, ਆਪਣੇ ਸੇਵਕਾਂ ਨੂੰ ਚੰਗੀ ਮਰਿਆਦਾ ਵਿੱਚ ਚੱਲਣ ਦੀ ਸਿੱਖਿਆ ਦੇ ਰਹੇ ਨੇ। ਜੋ ਮੰਨਹਿ ਸੋ ਪਾਰ ਹਵੈ। ਜਿਹੜਾ ਮਹਾਰਾਜ ਦੀ ਗੱਲ ਮੰਨੂ, ਸਤਿਗੁਰਾਂ ਦਾ ਉਪਦੇਸ਼ ਮੰਨੇਗਾ, ਕਮਾਵੇਗਾ, ਪੁਨ ਜਨਮ ਨ ਪਾਵੇ। ਉਹ ਸੰਸਾਰ ਸਮੁੰਦਰ ਤੋਂ ਕਹਿੰਦੇ ਪਾਰ ਹੋ ਜਾਵੇਗਾ, ਫੇਰ ਉਹ ਜੰਮਣ ਮਰਨ ਦੇ ਵਿੱਚ ਨਹੀਂ ਆਵੇਗਾ। ਗੁਰੂ ਸਾਹਿਬ ਤਾਂ ਬੜੀ ਸੋਹਣੀ ਸਿੱਖਿਆ ਦਿੰਦੇ ਨੇ ਸਾਨੂੰ, ਇਤਿਹਾਸ ਦੇ ਰਾਹੀਂ ਵੀ ਤੇ ਗੁਰਬਾਣੀ ਦੇ ਰਾਹੀਂ ਵੀ, ਕਥਾ ਦੇ ਰਾਹੀਂ ਵੀ ਤੇ ਕੀਰਤਨ ਦੇ ਰਾਹੀਂ ਵੀ। ਕਹਿੰਦੇ ਵੀ ਇਹ ਮਰਿਆਦਾ ਨਿਭਾਉਣ ਵਾਲੇ, ਪਾਠ ਕਥਾ ਕੀਰਤਨ ਕਰਨ ਵਾਲੇ, ਪ੍ਰਬੰਧ ਚਲਾਉਣ ਵਾਲੇ, ਪਹਿਲਾਂ ਉਹਨਾਂ ਨੂੰ ਗੁਰਮਰਿਆਦਾ ਧਾਰਨੀ ਚਾਹੀਦੀ ਹੈ, ਫਿਰ ਸੁਣਨ ਵਾਲਿਆਂ ਨੂੰ ਵੀ ਧਾਰਨੀ ਚਾਹੀਦੀ ਹੈ। ਜਿਹੜਾ ਪੜ੍ਹਦਾ ਤੇ ਸੁਣਦਾ ਧਾਰਨ ਕਰਦਾ ਏ, ਸਾਹਿਬ ਕਹਿੰਦੇ ਵੀ ਉਹਦੇ ਦੁੱਖ ਕੱਟੇ ਜਾਂਦੇ ਨੇ, ਉਹ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ। ਗੁਰੂ ਸਾਹਿਬ ਜੀ ਨੇ ਬੜੀ ਸੋਹਣੀ ਮਰਿਆਦਾ ਸਾਨੂੰ ਇਹ ਸਮਝਾਈ ਹੈ, ਲੰਗਰ ਛਕਾਉਣ ਦੀ ਤੇ ਲੰਗਰ ਛਕਣ ਦੀ, ਕੀਰਤਨ ਕਥਾ ਪਾਠ ਕਰਨ ਦੀ ਅਤੇ ਸੁਣਨ ਦੀ ਮਰਿਆਦਾ ਦੱਸੀ ਵੀ ਇਹਨੂੰ ਕਮਾਏ ਤੋਂ ਬਿਨਾਂ ਕੋਈ ਲਾਭ ਨਹੀਂ ਹੈ। ਨਹੀਂ ਤੇ ਐਵੇਂ ਵਾਧੂ ਦਾ ਕਹਿੰਦੇ ਵੀ ਖਾਲੀ ਭਾਂਡੇ ਖੜਕਣ ਦੀ ਨਿਆਈ ਹੈ। ਗੁਰ ਇਤਿਹਾਸ ਦੀ ਕਥਾ ਵਾਰਤਾ ਕਰਦਿਆਂ ਹੋਈਆਂ ਅਨੇਕਾਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ। ਗੁਰੂ ਮਹਾਰਾਜ ਤੇ ਗੁਰੂ ਕੀ ਸੰਗਤ ਬਖਸ਼ਿੰਦਾ, ਬਖਸ਼ਣਹਾਰ ਹੈ, ਬਖਸ਼ ਲੈਣਾ। ਛੇਹਾੜ 20 ਜੂਨ ਦਿਨ ਐਤਵਾਰ ਨੂੰ ਸਿੰਘ ਸਾਹਿਬ ਜਥੇਦਾਰ ਬਾਬਾ ਬਿਸ਼ਨ ਸਿੰਘ ਜੀ ਦੇ ਸਾਲਾਨਾ ਜੋੜ ਮੇਲੇ ਉਹਨਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਸੇਵੀ ਪਾਤਸ਼ਾਹ ਵਿਖੇ ਮਨਾਏ ਜਾ ਰਹੇ ਨੇ। ਮੌਜੂਦਾ ਮੁਖੀ ਬਾਬਾ ਗੱਜਣ ਸਿੰਘ ਸਾਹਿਬ ਜੀ ਵੱਲੋਂ ਸਮੂਹ ਸੰਗਤਾਂ ਨੂੰ ਇਹ ਸੁਨੇਹਾ ਹੈ, ਬੇਨਤੀ ਹੈ ਵੀ ਆਪ ਵੱਧ ਸੰਗਤਾਂ ਨੇ ਛੇਹਾੜ 20 ਜੂਨ ਵਾਲੇ ਦਿਨ ਵੱਧ ਚੜ੍ਹ ਕੇ ਗੁਰਦੁਆਰਾ ਸੇਵੀ ਪਾਤਸ਼ਾਹੀ ਵਿਖੇ ਹਾਜ਼ਰੀਆਂ ਭਰ ਕੇ ਹਰ ਜਸ ਸਰਵਣ ਕਰਕੇ ਸੇਵਾਵਾਂ ਕਰਕੇ ਆਪਣਾ ਜੀਵਨ ਸਫਲ ਬਣਾਉਣਾ। ਬਾਬਾ ਬਿਸ਼ਨ ਸਿੰਘ ਜੀ ਮੁਖੀ ਤਰਨਾ ਦਲ 12ਵੇਂ ਜਥੇਦਾਰ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਗੱਦੀ ਦੇ ਉਹਨਾਂ ਮਹਾਂਪੁਰਖਾਂ ਦਾ ਸਾਲਾਨਾ ਜੋੜ ਮੇਲਾ
ਸ਼ਰਧਾ ਭਾਵਨਾ ਦੇ ਨਾਲ ਛੇਹਾੜ 20 ਜੂਨ ਨੂੰ ਮਨਾਇਆ ਜਾ ਰਿਹਾ ਹੈ। ਹਾਜ਼ਰੀਆਂ ਭਰ ਕੇ ਲਾਹੇ ਲੈਣੇ। ਹਿਮ ਸਤ ਗੁਰ ਸ਼ਬ ਪੰਥ ਮਹਿ ਨਿਜ ਦਾਸ ਚਲਾਵੈ ਜੋ ਮਨਹਿ ਸੋ ਪਾਰ ਹਵੇ ਪੁਨ ਜਨਮ ਨ ਪਾਵੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗੋਬਿੰਦ ਸਿੰਘ ਜਰਨਾ ਭਾਵੇ ਨਿਹਾਲ ਹੋਇਆ। ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।